ਇਹ ਇੱਕ ਐਸਾ ਗ੍ਰੰਥ ਹੈ ਜਿਸ ਦੇ ਵਿੱਚ ਭਾਈ ਸਾਹਿਬ ਜੀ ਨੇ ਬੜੀ ਸਰਧਾ ਭਾਵਨਾ ਦੇ ਨਾਲ, ਬੜੇ ਪੂਰਨ ਦ੍ਰਿੜ ਵਿਸ਼ਵਾਸ ਤੇ ਭਰੋਸੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੌਤਕ ਅੰਕਿਤ ਕੀਤੇ ਹਨ। ਪੰਥ ਦੇ ਵਿੱਚ ਜੇ ਕਥਾ ਦਾ ਵਿਸ਼ਾ ਬਣ ਸਕਿਆ ਹੈ ਤਾਂ ਇੱਕੋ ਇੱਕ ਇਹ ਗ੍ਰੰਥ ਹੈ, ਸ੍ਰੀ ਨਾਨਕ ਪ੍ਰਕਾਸ਼ ਗੁਰਪ੍ਰਤਾਪ ਸੂਰਜ ਗ੍ਰੰਥ। ਪੰਥ ਪ੍ਰਕਾਸ਼ ਦੇ ਵਿੱਚ ਵੀ ਬਹੁਤ ਸਾਰੀ ਉਪਮਾ ਸਤਿਗੁਰੂ ਜੀ ਦੀ ਹੈ ਜ਼ਰੂਰ, ਪਰ ਜੋ ਆਨੰਦ, ਜੋ ਰਸ ਭਾਈ ਸਾਹਿਬ ਜੀ ਨੇ ਆਪਣੀ ਕਵਿਤਾ ਵਿੱਚ ਕਥਨ ਕੀਤਾ ਹੈ ਉਹ ਹਰੇਕ ਪੁਸਤਕ ਵਿੱਚ ਨਹੀਂ। ਅੱਜ ਇਹ ਰਾਤ ਸਤਿਗੁਰੂ ਜੀ ਦੇ ਅਵਤਾਰ ਧਾਰਨ ਦੀ ਹੈ, ਇਸ ਵਾਸਤੇ ਇਹੀ ਕਥਾ ਕਰਨੀ ਦਾਸ ਨੇ ਯੋਗ ਸਮਝੀ ਹੈ। ਨਾਲੇ ਟਕਸਾਲ ਦੀ ਇਹ ਮਰਯਾਦਾ ਹੈ ਕਿ ਜੇ ਅਵਤਾਰ ਗੁਰਪੁਰਬ ਹੈ ਤਾਂ ਗੁਰੂ ਕੇ ਅਵਤਾਰ ਦੇ ਗੁਣ ਗਾਏ ਜਾਣ। ਜੇ ਕਿਤੇ ਸ਼ਹੀਦੀ ਗੁਰਪੁਰਬ ਆ ਰਿਹਾ ਹੈ ਸਤਿਗੁਰੂ ਨਾਵੇਂ ਪਾਤਸ਼ਾਹ ਜੀ ਦਾ, ਤਾਂ ਜਿਵੇਂ ਜਿਵੇਂ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਜਿਵੇਂ ਜਿਵੇਂ ਧਰਮ ਦੀ ਰੱਖਿਆ ਕੀਤੀ, ਉਹਨਾਂ ਦੇ ਪਵਿੱਤਰ ਪ੍ਰਸੰਗ ਉਸ ਮੌਕੇ ਤੇ ਗਾਏ ਜਾਣ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ, ਗੁਰੂ ਗ੍ਰੰਥ ਸਾਹਿਬ ਉਦਧ, ਬੰਦੋਂ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬਿਤ ਕੂ ਕਵ ਉਪਮਾ ਸੋ ਦੇਤ ਪਾਰ ਜਾਤ ਪਗ, ਕੂ ਕਹੇ ਗੁਰੂ ਪਗ ਕਮਲ ਅਮਲ ਹੈ। ਕੂ ਕਵ ਉਪਮਾ ਸੋ ਦੇਤ ਪਾਰ ਜਾਤ ਪਗ, ਕੂ ਕਹੇ ਗੁਰੂ ਪਗ ਕਮਲ ਅਮਲ ਹੈ। ਜੋ ਪਾਰ ਜਾਤ ਨਾਚ ਤਨ ਗਤ ਦਾਨ ਨਾਹੀ, ਅਮਲ ਕਮਲ ਰੈਨ ਵਿਖੇ ਮੁਖ ਮਿਲ ਹੈ। ਵੈ ਤੋ ਸਹਿਚੇਤ ਦੇਤ ਕਾਮਨਾ ਭਗਤ ਨਿਜ, बासुर और रजनी में एक से असतुल है। लखे पद आदर न पार जात कमल को, तांते पग पग पार जात न कमल है। लखे पद आदर न पार जात कमल को, तांते पग पग पार जात न कमल है। वाहिगुरु जी का खालसा, वाहिगुरु जी की फतेह। सतगुरु गरीब नवाज पतित पावन भगत वत्सल कृपा के खजाने सतगुरु नानक साहब जी की साजी नवाजी हुई गुरु रूप खालसा साध संगत जीओ, आपां मट भागी हाँ जो सच्चे पातशाह महाराज साहब जी का पवित्र अवतार गुरपुरब सरदा भावना सहित मना रहे हैं। गुरमुख प्यारियां ढाडियां प्रचारकां कवियां रागियां ਸਿੰਘਾਂ ਦੇ ਪਾਸੋਂ महाराज साहब ਦਾ पवित्र जस ਸਰਵਣ ਕੀਤਾ है। ਹੁਣ सच्चे पातशाह महाराज साहब जी का अज रात अवतार प्रगट करने का समा है। इस वास्ते जो भाई साहब भाई संतोख सिंह जी ने लिखा है, श्री नानक प्रकाश। सो जिवें सतगुरु सच्चे पातशाह महाराज साहब का स्वरूप प्रगट होया, जो सतगुरु जी का स्वरूप प्रगट होने तो पहला संसार की हालत सी, जिवें उन्होंने अपने पवित्र ग्रंथ दे विच वो गुंथन की है, वो आपां सरवण करिए। एक ऐसा ग्रंथ है जिस दे विच भाई साहब जी ने बड़ी सरधा भावना दे नाल, बड़े पूर्ण दृढ़ विश्वास ते भरोसे दे नाल सतगुरु सच्चे पातशाह जी दे कौतक अंकित कीते हन। पंथ दे विच जे कथा दा विशा बन सकिया है तो इको एक ये ग्रंथ है, श्री नानक प्रकाश गुरप्रताप सूरज ग्रंथ। पंथ प्रकाश दे विच भी बहुत सारी उपमा सतगुरु जी की है जरूर, पर जो आनंद, जो रस
ਭਾਈ ਸਾਹਿਬ ਜੀ ਨੇ ਆਪਣੀ ਕਵਿਤਾ ਵਿੱਚ ਕਥਨ ਕੀਤਾ ਹੈ, ਉਹ ਹਰੇਕ ਪੁਸਤਕ ਵਿੱਚ ਨਹੀਂ। ਸੋ ਅੱਜ ਹੋਰ ਵੀ ਭਾਵੇਂ ਕਥਾ ਹੋ ਸਕਦੀ ਸੀ, ਲੈਕਚਰ ਪ੍ਰਚਾਰ ਵੀ ਹੋ ਸਕਦੇ ਸੀ, ਪਰ ਕਿਉਂਕਿ ਜਿਹੋ ਜਿਹਾ ਸਮਾਂ ਹੋਵੇ ਉਸ ਸਮੇਂ ਅਨੁਸਾਰ ਸਮੇਂ ਦਾ ਰਾਗ ਜੇ ਰਾਗੀ ਨਾ ਗਾਵੇ ਤਾਂ ਉਹਨੂੰ ਚੰਗਾ ਨਹੀਂ ਸਮਝਿਆ ਜਾਂਦਾ। ਅੱਜ ਇਹ ਰਾਤ ਸਤਿਗੁਰੂ ਜੀ ਦੇ ਅਵਤਾਰ ਧਾਰਨ ਦੀ ਹੈ, ਇਸ ਵਾਸਤੇ ਇਹੀ ਕਥਾ ਕਰਨੀ ਦਾਸ ਨੇ ਯੋਗ ਸਮਝੀ ਹੈ। ਨਾਲੇ ਟਕਸਾਲ ਦੀ ਇਹ ਮਰਯਾਦਾ ਹੈ ਕਿ ਜੇ ਅਵਤਾਰ ਗੁਰਪੁਰਬ ਹੈ ਤਾਂ ਗੁਰੂ ਕੇ ਅਵਤਾਰ ਦੇ ਗੁਣ ਗਾਏ ਜਾਣ। ਜੇ ਕਿਤੇ ਸ਼ਹੀਦੀ ਗੁਰਪੁਰਬ ਆ ਰਿਹਾ ਹੈ ਸਤਿਗੁਰੂ ਨਾਵੇਂ ਪਾਤਸ਼ਾਹ ਜੀ ਦਾ, ਤਾਂ ਜਿਵੇਂ ਜਿਵੇਂ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਜਿਵੇਂ ਜਿਵੇਂ ਧਰਮ ਦੀ ਰੱਖਿਆ ਕੀਤੀ, ਉਹਨਾਂ ਦੇ ਪਵਿੱਤਰ ਪ੍ਰਸੰਗ ਉਸ ਮੌਕੇ 'ਤੇ ਗਾਏ ਜਾਣ। ਭਾਵੇਂ ਦੁਪਹਿਰ ਦੇ ਦੀਵਾਨ ਦੇ ਵਿੱਚ ਜੋ ਹੁਣ ਕਥਾ ਆ ਰਹੀ ਹੈ ਉਹ ਜ਼ਬਾਨੀ ਸੂਖਮ ਰੂਪ ਦੇ ਵਿੱਚ ਬੇਨਤੀ ਕਰਨ ਦਾ ਯਤਨ ਕੀਤਾ ਸੀ। ਹੁਣ ਜਿਵੇਂ ਭਾਈ ਸਾਹਿਬ ਜੀ ਨੇ ਆਪਣੀ ਕਵਿਤਾ ਦੇ ਵਿੱਚ ਸ੍ਰੀ ਨਾਨਕ ਪ੍ਰਕਾਸ਼ ਦੇ ਵਿੱਚ ਇਹ ਸਾਰੀ ਕਥਾ ਉਚਾਰੀ ਹੈ, ਸੋ ਉਹ ਆਪ ਕਿਰਪਾ ਕਰਕੇ ਧਿਆਨ ਦੇ ਕੇ ਸਰਵਣ ਕਰਨਾ। ਦੁਪਹਿਰੇ ਕੁਛ ਰੌਲਾ ਗਾਲਾ ਵੀ ਬੜਾ ਕਾਫੀ ਸੀ, ਸੋ ਰੌਲੇ ਵਾਲੇ ਆਪਣਾ ਯਤਨ ਕਰੀ ਜਾਂਦੇ ਸਨ ਤੇ ਆਪਾਂ ਆਪਣਾ ਯਤਨ ਕਰੀ ਜਾਂਦੇ ਸੀ ਕਿ ਆਪਾਂ ਗੁਰੂ ਕੇ ਗੁਣ ਗਾਉਣੋਂ ਨਹੀਂ ਹਟਣਾ। ਸਰਦਾਵਾਨ ਗੁਰੂ ਕੇ ਸਿੰਘ ਸੁਣਨ ਵਾਲੇ ਵੀ ਬੜੇ ਨਿਸ਼ਚੇ ਦੇ ਨਾਲ ਸੁਣ ਰਹੇ ਸਨ। ਹੁਣ ਰੌਲਾ ਘੱਟ ਹੈ, ਬੜਾ ਟਿਕਾਅ ਹੈ। ਸੋ ਸੱਚੇ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਨ। ਜੋ ਜੋ ਸਮਾਂ ਉਸ ਮੌਕੇ 'ਤੇ ਸੀ, ਜਿਵੇਂ ਜਿਵੇਂ ਸਤਿਗੁਰੂ ਜੀ ਨੇ ਕਿਰਪਾ ਕਰਕੇ ਉਸ ਨੂੰ ਅਨੁਭਵ ਕੀਤਾ, ਦੁਬਾਰਾ ਉਹ ਕਾਲੀਆਂ ਕਰਤੂਤਾਂ ਤੇ ਭੈੜਾ ਸਮਾਂ ਸੱਚੇ ਪਾਤਸ਼ਾਹ ਸਾਡੇ 'ਤੇ ਨਾ ਲਿਆਉਣ। ਉਸ ਕੁਚਾਲੀ ਕੁਰੀਤੀ ਬਦਫੈਲੀਆਂ ਨੂੰ ਰੋਕਣ ਵਾਸਤੇ ਹਜ਼ੂਰ ਦਾ ਪਵਿੱਤਰ ਅਵਤਾਰ ਹੋਇਆ ਹੈ। ਉਹਨਾਂ ਵਿੱਚੋਂ ਜੇ ਕੋਈ ਕੁਰੀਤੀ ਸਾਡੇ ਵਿੱਚ ਆ ਗਈ ਹੈ ਤਾਂ ਅੱਜ ਅਸੀਂ ਦਸਵੀਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਪੜ੍ਹਨ ਕਰਕੇ ਉਹਨਾਂ ਦਾ ਤਿਆਗ ਕਰ ਜਾਣਾ ਹੈ, ਕਿਉਂਕਿ ਇਹ ਗੁਰੂ ਨਾਨਕ ਸਾਹਿਬ ਦਾ ਐਸਾ ਪਵਿੱਤਰ ਹੱਟ ਹੈ ਜਿੱਥੇ ਆਮ ਹੱਟਾਂ ਨਾਲੋਂ ਬੜੀ ਵਿਲੱਖਣ ਗੱਲ ਹੈ। ਬਾਹਰਲੀਆਂ ਹੱਟਾਂ 'ਤੇ ਅਸੀਂ ਸੌਦਾ ਲੈਣ ਵਾਸਤੇ ਜਾਈਏ ਤਾਂ ਮੁਕਾਬਲੇ ਦੀ ਚੀਜ਼ ਦੇ ਕੇ ਮੁਕਾਬਲੇ ਦੀ ਚੀਜ਼ ਮਿਲਦੀ ਹੈ। ਜੇ ਪੈਸੇ ਦੇਈਏ ਤਾਂ ਉਸ 'ਤੇ ਵੱਟੇ ਬਰਾਬਰ ਦੀ ਚੀਜ਼, ਕੱਪੜਾ, ਖੰਡ, ਹੋਰ ਹਰੇਕ ਚੀਜ਼ਾਂ ਮਿਲਦੀਆਂ ਹਨ। ਬਲਕਿ ਕਈ ਵਾਰੀ ਕਿਹਾ ਜਾਂਦਾ ਹੈ ਕਿ ਅਸੀਂ ਪੈਸੇ ਤਾਂ ਖਰੇ ਦਿੱਤੇ ਸੀ, ਪਰ ਚੀਜ਼ ਇੱਥੇ ਮਿਲਾਵਟ ਵਾਲੀ ਮਿਲੀ ਹੈ, ਚੰਗੀ ਚੀਜ਼ ਨਹੀਂ ਮਿਲੀ, ਖੋਟੀ ਚੀਜ਼ ਮਿਲੀ ਹੈ, ਘੱਟ ਮਿਲੀ ਹੈ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਐਸਾ ਦਰ ਹੈ, ਉਲਟਾ ਦੁਨੀਆ ਨਾਲੋਂ ਸਤਿਗੁਰੂ ਜੀ ਕਹਿੰਦੇ ਨੇ ਜਿੰਨੀਆਂ ਖੋਟੀਆਂ ਚੀਜ਼ਾਂ ਨੇ ਇਹ ਗੁਰੂ ਕੇ ਸਿੱਖ ਮਾਈ ਭਾਈ ਸਾਨੂੰ ਦੇ ਜਾ, ਅਸੀਂ ਉਹਨਾਂ ਦੇ ਵੱਟੇ ਤੈਨੂੰ ਸਾਰੀਆਂ ਹੀ ਖਰੀਆਂ ਚੀਜ਼ਾਂ ਦੇਵਾਂਗੇ, ਖਰੀਆਂ ਚੀਜ਼ਾਂ। ਹਜ਼ੂਰ ਕਹਿੰਦੇ ਨੇ, ਗੁਰਸਿੱਖ ਝੂਠ ਬੜਾ ਪਾਪ ਹੈ, ਝੂਠ ਬੋਲਣਾ ਅਤਿਅੰਤ ਮਨਾ ਹੈ। ਜੇ ਤੂੰ ਝੂਠ ਸਾਡੇ ਚਰਨਾਂ ਵਿੱਚ ਇੱਥੇ ਛੱਡ ਜਾਵੇਂਗਾ ਤਾਂ ਅਸੀਂ ਤੈਨੂੰ ਅਮੋਲ ਕੇ ਇੱਥੋਂ ਸੱਚ ਦੇ ਦੇਵਾਂਗੇ। ਜੇ ਤੂੰ ਇੱਥੇ ਕ੍ਰੋਧ ਛੱਡ ਜਾਵੇਂ ਤਾਂ ਤੈਨੂੰ ਅਸੀਂ ਸ਼ਾਂਤੀ ਦੇ ਦੇਵਾਂਗੇ। ਜੇ ਇੱਥੇ ਲੋਭ ਸਾਡੇ ਚਰਨਾਂ ਵਿੱਚ ਤੂੰ ਹਾਜ਼ਰ ਕਰ ਜਾਵੇਂ, ਦੇ ਜਾਵੇਂ, ਤਾਂ ਅਸੀਂ ਤੈਨੂੰ ਸੰਤੋਖ ਦੇ ਦੇਵਾਂਗੇ। ਜੇ ਮੋਹ ਇੱਥੇ ਹਾਜ਼ਰ ਕਰ ਦੇਵੇਂ ਤਾਂ ਤੈਨੂੰ ਵਿਵੇਕ ਤੇ ਗਿਆਨ ਦੀ ਦਾਤ ਦੇਵਾਂਗੇ। ਜੇ ਕਾਮ ਦਾ ਫੁਰਨਾ ਇੱਥੇ ਆ ਕੇ ਛੱਡ ਜਾਵੇਂ ਨਾ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣ, ਇਹ ਅਸੂਲ ਤੂੰ ਗ੍ਰਹਿਣ ਕਰਨਾ ਚਾਹੇ ਤਾਂ ਤੈਨੂੰ ਅਸੀਂ ਜੱਤ ਪਹਾਰਾ ਦੇ ਦੇਵਾਂਗੇ। ਸੋ ਇੱਥੇ ਜੇ ਛਾਲ ਕਪਟ ਧੋਖਾ ਫੇਬ ਛੱਡ ਜਾਵੇਂ ਤਾਂ ਸਰਲਤਾ, ਨਿਸ਼ਕਪਟਤਾ, ਸੂਦਾ ਸੁਭਾਅ, ਭਾਵ ਭਗਤੀ, ਇਹ ਚੀਜ਼ਾਂ ਤੈਨੂੰ ਮਿਲ ਜਾਣਗੀਆਂ। ਜੇ ਤੂੰ ਇੱਥੇ ਭੈੜੀ ਸ਼ਰਾਬ ਛੱਡ ਜਾਵੇਂ ਨਾ ਤਾਂ ਇੱਥੋਂ ਤੈਨੂੰ ਅਸੀਂ ਖੰਡੇ ਦਾ ਅੰਮ੍ਰਿਤ ਦੇ ਦੇਵਾਂਗੇ। ਜੇ ਗੰਦੇ ਗਾਣੇ, ਭੈੜੀਆਂ ਕੁਰੀਤੀਆਂ ਤੂੰ ਛੱਡ ਦੇਵੇਂ ਤਾਂ ਇੱਥੇ ਤੈਨੂੰ ਸੱਚੀ ਬਾਣੀ ਅਸੀਂ ਦੇਵਾਂਗੇ। ਜੇ ਇੱਥੇ ਆ ਕੇ ਤੂੰ ਕੇਸਾਂ ਦੀ ਬੇਅਦਬੀ ਕਰਨੀ ਛੱਡ ਦੇਵੇਂ, ਦਾੜੇ ਦੀ ਬੇਅਦਬੀ ਕਰਨੀ ਛੱਡ ਦੇਵੇਂ ਤਾਂ ਅਸੀਂ ਤੈਨੂੰ ਸਿੱਖੀ ਸਰਦਾਰੀ ਬਖਸ਼ ਦੇਵਾਂਗੇ। ਲੋਕੀ ਤੈਨੂੰ ਸਰਦਾਰ ਜੀ ਕਹਿ ਕੇ ਬੁਲਾਇਆ ਕਰਨਗੇ, ਤੇਰਾ ਆਦਰ ਵੱਧ ਜਾਵੇਗਾ। ਇਹ ਐਸਾ ਹੱਟ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਖਾਲਸਾ ਜੀ, ਜਿਸ ਹੱਟ ਤੇ ਬਹਿ ਕੇ ਤੇਰਾ ਤੇਰਾ ਕਹਿ ਕੇ
सतगुरु सच्चे पातशाह जी ने गरीबां दीयां झोलियां सदा वास्ते भर दित्तियां। ये हट सदा वास्ते खुला है। इस हट ते सानू सरदा रूपी झोली लैके आउणा चाहीदा है। सतगुरु सदा दयाल है भाई, विण भागां क्या पाईऐ, एक नदर कर वेखै सब ऊपर, जिहा भाव तिहा फल पाईऐ। जिहो जी भावना होवेगी फल भावना अनुसार मिलना है। सतगुरु जी दे विच कोई कसूर नहीं। सतगुरु जी सारिਆਂ ते दयालु ते कृपालु ने। सतगुरु जी का ऐसा सुभाव नहीं कि किसी को चंगा समझन किसी को माड़ा समझन, फिर गुरुता ना होए, फिर तो आम जीवां वर्गे होए, किसी नाल मोह कर लिया, किसी नाल वैर कर लिया, किसी को चंगा समझ लिया, किसी को माड़ा समझ लिया। नहीं नहीं, सतगुरु जी सदा ही दयालु ने ते सारिਆਂ ते इक्को जी कृपा करते हैं। पर अगे बख्शिश प्राप्त वो करते हैं जिन्हां दे मन दे विच सरदा है, जिन्हां दे मन दे विच भावना है। जिहो जी किसी की भावना जिन्नी क बहुती वध, उन्नी उन्नी कृपा ते बख्शिश उस प्राणी ते होवेगी। सो जे सरदा नहीं तो पृथ्वी चंद वर्गे विचारे खाली रह गए, दासू ते दातू खाली रह गए। श्री चंद ते लक्ष्मी दास भी पूरी दात ना लै सके। इस वास्ते गुरसिੱਖੀ का मुढ़ सरदा तो शुरू होंदा है, भावना तो शुरू होंदा है, निश्चय तो ते सिदक तो इहदी परिपक्वता हुंदी है। इस वास्ते सब तो पहला असीं सरदा नाल गुरु के चरणों दे विच बैठीए, फिर मन विच सिदक रखीए, भरोसा रखीए। सच्चे पातशाह बहुतियां दातां सानूं किरपा करके आपे देणगे। सूरज इक्को ही हुंदा है, ਉਹਦਾ अक्स ते साया कंध ते होर तरह का पैंदा है, पानी ते होर तरह का हुंदा है, ते आरशी शीशा होवे तां उत्थे होर तरह का हुंदा है। कंध ते केवल वो धुप्प ही पैंदी है, धुप्प। सूरज इक्को ही है, सूरज दे रोशनी विच किरणां विच कोई फर्क नहीं। पर अगे जिहो जिहियां चीज़ां ने असर उसे तरह का इक्को ही सूरज का हो रहा है। अकली कंध है, ਉਹਦੇ ਉੱਪਰ केवल धुप रूप हो के ही सूरज ने सानू प्रतीत होना है, केवल धुप। जे पानी होवे उत्थे धुप भी पैनी है ते नाल सूरज का अक्स भी, सूरज का फोटो भी सानू उस दे विच दिस पैना है। इत्थे दो सत्ता सूरज दियां सानू प्रतीत होईयां ने, एक तो सूरज के दर्शन ते दूसरा सूरज की धुप। आदशी शीशा जिहड़ा है उत्थे धुप भी पैंदी है, उत्थे वो सूरज का अक्स भी दिसता है, पर उस दे विच दी नाल अग पैदा होके वो चीज़ां नूं साड़न का कारण भी बनती है। इत्थे तीन सत्ता सूरज दीयां वरतियां ने। सूरज इक्को ही है, सूरज दे विच कोई फर्क नहीं। अगे जिहो जिहियां चीज़ां ने असर उसे तरह का होया। इस तरह खालसा जी कई लोग केवल ऐसे जिहड़े इह चित्त विच कहिंदे ने कि हे रब्बा साडे शरीर विच सुख होवे, साडे कारो विहार विच वाधा होवे। वो समझते ने कि गुरु नानक साहब सच्चे पातशाह गुरु ने ते ये दातां देण वाले ने, उन्होंने इन्नियां क दातां ही मिलदियां ने। एक जग्यासू है, वो गुरु के चरणों विच आया है, वो कहंदा सच्चे पातशाह शरीर की अरोगता तो तुसीं कृपा करके दे ही देनी है, मेरे अंदरों पाप ते विकार ते अवगुण ते कुरीतियां बदफैलियां कृपा करके कुट कुट के कढ़ देवो, और शुभ गुण कृपा करके मेरे हिरदे विच तुसीं वसा दिओ। ਉਹਦੇ मन में ये निश्चय है कि सतगुरु जी मैनू शरीर की अरोगता ते पदार्थ भी देणगे, नाल मेरे हिरदे दे विचों अवगुण कढ़ के ते शुभ गुणां दी दात भी देणगे। वो पानी वर्गे गुरमुख हन, पहला कंध वर्गा सी, तीसरा गुरमुख प्यारा सेवा दा पुंज निमरता गरीबी वाला, वो गुरु के चरणों में आया है। सच्चे पातशाह तेरे पासों मान मांगो तान मांगो, तान लक्ष्मी सुत दिओ। ये सारियां दातां तुहाडे कोल लैणियां ने, शुभ गुण भी तुहाडे पासों लैणे ने, पर होर भी बख्शिश करो। ब्रह्म अभ्यास की ऐसी अग्नि साडे हिरदे विच बालो जिस दे नाल जिन्ना कूड़ा कचरा है अज्ञान दा, ये सारा साड़ दिओ। ज्ञान का प्रकाश मेरे हिरदे विच कर दिओ ते अज्ञान का हनेरा सदा वास्ते दूर कर दिओ। ज्ञान अंजन गुर दिया, अज्ञान अंधेर विनाश,
हर किरपा ते संत भेटिया नानक मन प्रगास। उन्हां गुरमुख प्यारिਆਂ ਦੇ ਹਿਰਦੇ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਤਿੰਨੇ ਹੀ ਦਾਤਾਂ ਦੇ ਦਿੰਦੇ ਹਨ। ਸੋ ਜਿਵੇਂ ਸੂਰਜ ਇੱਕੋ ਸੀ, ਇਹੋ ਜਿਹੇ ਗੁਰੂ ਵੀ ਸਤਿਗੁਰੂ ਸੱਚੇ ਪਾਤਸ਼ਾਹ ਵੀ ਇੱਕੋ ਹਨ। ਪਰ ਜਿਹੋ ਜੀ ਭਾਵਨਾ ਤੇ ਨਿਸ਼ਚਾ ਤੇ ਭਰੋਸਾ ਹੈ, ਦਾਤਾਂ ਉਸ ਪ੍ਰਕਾਰ ਦੀਆਂ ਗੁਰੂ ਕੇ ਪਿਆਰਿਓ ਇੱਥੋਂ ਮਿਲਣੀਆਂ ਹਨ। ਇਸ ਵਾਸਤੇ ਸਾਡੀ ਸਰਧਾ, ਸਾਡੀ ਭਾਵਨਾ, ਸਾਡਾ ਨਿਸ਼ਚਾ, ਸਾਡਾ ਸਿਦਕ, ਸਾਡਾ ਭਰੋਸਾ ਦ੍ਰਿੜ ਤੇ ਪਰਪੱਕ ਹੋਣਾ ਚਾਹੀਦਾ ਹੈ। ਇਹ ਬੇਨਤੀ ਦੁਪਹਿਰੇ ਕੀਤੀ ਸੀ। ਸੋ ਗੁਰੂ ਕੇ ਪਿਆਰਿਓ, ਆਪਾਂ ਸਰਧਾ ਭਾਵਨਾ ਨਾਲ ਗੁਰੂ ਕੇ ਚਰਨਾਂ ਵਿੱਚ ਜੁੜੇ ਹਾਂ। ਹੁਣ ਸੁਣੋ ਕਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਆਉਣ ਤੋਂ ਪਹਿਲਾਂ ਸਮਾਂ ਭਿਆਨਕ ਸੀ। ਪਹਿਲਾਂ ਭਾਈ ਕਵੀ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਨੇ ਕਿ ਕੋਈ ਗੁਰੂ ਕੇ ਚਰਨਾਂ ਦੀ ਉਪਮਾ ਦੇ ਦਿੰਦਾ ਹੈ ਕਿ ਗੁਰੂ ਕੇ ਚਰਨ ਕਲਪ ਬਿਰਸ਼ ਵਰਗੇ ਨੇ। ਕਲਪ ਬਿਰਸ਼ ਕਾਮਨਾ ਪੂਰੀਆਂ ਕਰਦਾ ਜਿਹੜਾ ਉਹਦੇ ਥੱਲੇ ਜਾ ਬੈਠੇ। ਕੋਈ ਇਹ ਕਹਿੰਦਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨ ਕਮਲਾਂ ਵਰਗੇ ਨੇ। ਕਹਿੰਦੇ ਜਿਹੜਾ ਪਾਰਜਾਤ ਬਿਰਸ਼ ਹੈ ਉਹ ਮੁਕਤੀ ਨਹੀਂ ਦੇ ਸਕਦਾ। ਪਾਰਜਾਤ ਬਿਰਸ਼ ਦੇ ਕੋਲ ਕੋਈ ਚਲਾ ਜਾਵੇ ਨਾ, ਕਲਪ ਬਿਰਸ਼ ਦੇ ਕੋਲ, ਤਾਂ ਉਹ ਕਲਿਆਣ ਨਹੀਂ ਦੇ ਸਕਦਾ। ਤੇ ਨਾਲੇ ਉਹ ਜੜ ਹੈ, ਬਿਰਸ਼ ਹੈ, ਅਖੀਰ ਨਾਸਵੰਤ ਹੈ, ਇੱਕ ਥਾਂ ਤੇ ਖੜਾ ਰਹਿਣ ਵਾਲਾ ਹੈ। ਤੇ ਗੁਰੂ ਕੇ ਚਰਨ ਜਿਹੜੇ ਨੇ ਇਹ ਕਲਿਆਣ ਦੇ ਦੇਣ ਵਾਲੇ ਨੇ ਤੇ ਚੇਤਨ ਸਰੂਪ ਨੇ। ਇਸ ਵਾਸਤੇ ਕਲਪ ਬਿਰਸ਼ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਬਰਾਬਰ ਨਹੀਂ ਹੋ ਸਕਦਾ। ਕਈ ਕਹਿੰਦੇ ਨੇ ਕਿ ਗੁਰੂ ਕੇ ਚਰਨ ਕਮਲਾਂ ਵਰਗੇ ਨੇ। ਕਹਿੰਦੇ ਨਹੀਂ, ਜਿਹੜੇ ਇਹ ਕਬਲ ਨੇ, ਰਾਤ ਪਈ ਤੋਂ ਕਬਲ ਮਿਚ ਜਾਂਦਾ, ਇੱਕ ਰਸ ਨਹੀਂ ਰਹਿੰਦਾ। ਸੂਰਜ ਚੜ੍ਹੇ ਤੋਂ ਫਿਰ ਖਿੜਦਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨ ਐਸੇ ਨਹੀਂ ਕਿ ਰਾਤ ਨੂੰ ਸਿੱਖ ਦੀ ਸਹਾਇਤਾ ਨਾ ਕਰਨ ਤੇ ਦਿਨੇ ਦਿਨੇ ਕੇਵਲ ਕਿਰਪਾ ਕਰਨ। ਇਹ ਬਿਲਕੁਲ ਨਹੀਂ। ਸਤਿਗੁਰੂ ਦਸਮ ਸਰੂਪ ਦੇ ਵਿੱਚ ਆ ਕੇ ਭਾਈ ਜੋ ਜੋਗਾ ਸਿੰਘ ਸੀ, ਉਹਦੀ ਰੱਖਿਆ ਆਪ ਰਾਤ ਰਾਤ ਆ ਕੇ ਕੀਤੀ ਹੈ। ਇਸੇ ਤਰ੍ਹਾਂ ਹੋਰ ਗੁਰਸਿੱਖਾਂ ਦੀ ਰਾਤ ਤੇ ਦਿਨੇ ਇੱਕ ਰਾਤ ਸਹਾਇਤਾ ਕਰਨ ਵਾਲੇ ਨੇ, ਵਿਪਤਾ ਤੋਂ ਬਚਾਉਣ ਵਾਲੇ ਨੇ। ਇਸ ਵਾਸਤੇ ਗੁਰੂ ਕੇ ਚਰਨ ਚਰਨੀ ਨੇ। ਨਾਮ ਚਾਰਾ ਕਲਪ ਬਿਰਸ਼ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਬਰਾਬਰ ਪੁੱਜ ਸਕਦਾ ਹੈ ਤੇ ਨਾਮ ਚਾਰੇ ਕਬਲ ਹੀ ਪੁੱਜ ਸਕਦੇ ਨੇ। ਇਹ ਤੁੱਛ ਚੀਜ਼ਾਂ ਨੇ, ਨਾਸਵੰਤ ਚੀਜ਼ਾਂ ਨੇ, ਜੜ ਚੀਜ਼ਾਂ ਨੇ। ਗੁਰੂ ਨਾਨਕ ਸਾਹਿਬ ਦੇ ਚਰਨ ਜਿੱਥੇ ਜਿੱਥੇ ਵੀ ਟਿਕੇ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਣ ਸੋਆ, ਸਾ ਧਰਤ ਪਾਈ ਹਰਿਆਵਲੀ। ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਪਾਇਆ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਤਰਨ ਸੁਆਨੀ ਖੜ ਰਤਨ ਜੜਾਵੀ, ਹਰ ਪ੍ਰੇਮ ਪੁਰਖ ਮਨ ਉੱਠਾ। ਸਭੇ ਕਾਜ ਸੁਹੇਲੜੇ ਥੀਏ, ਗੁਰੂ ਨਾਨਕ ਸਤਿਗੁਰ ਤੁਠਾ। ਸੋ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਣ ਸੋਆ। ਇਸ ਵਾਸਤੇ ਗੁਰੂ ਕੇ ਚਰਨ ਚਰਨੀ ਨੇ। ਨਾਮ ਚਾਰਾ ਕਲਪ ਬਿਰਸ਼ ਤੇ ਨਾਮ ਚਾਰਾ ਚੰਦਰਮਾ ਤੇ ਨਾਮ ਚਾਰਾ ਇਹ ਕਬਲ ਜਿਹੜਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਮੁਕਾਬਲਾ ਕਦੇ ਵੀ ਨਹੀਂ ਕਰ ਸਕਦਾ। ਇਹ ਇਸ ਕਵਿਤ ਦਾ ਅਰਥ ਹੈ ਜੋ ਆਪਾਂ ਨੂੰ ਭਾਈ ਸਾਹਿਬ ਜੀ ਨੇ ਪੜ੍ਹ ਕੇ ਸੁਣਾਇਆ ਹੈ। ਹੁਣ ਅੱਗੇ ਸੁਣੋ, ਭਾਈ ਬਾਲਾ ਜੀ ਸੁਣਾਉਣ ਲੱਗੇ ਨੇ ਕਿ ਸਤਿਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਧਾਰਨ ਦੇ ਸਮੇਂ, ਸੋ ਉਸ ਮੌਕੇ ਦੁਨੀਆ ਦੀ ਕੀ ਹਾਲਤ ਸੀ, ਉਹ ਸਾਨੂੰ ਹੁਣ ਇਹ ਪਤਾ ਲੱਗਣਾ ਚਾਹੀਦਾ ਹੈ। ਉਸ ਮੌਕੇ ਤੇ ਕਿਹੋ ਜਿਹਾ ਸਮਾਂ ਸੀ। ਕਲਯੁਗ ਪਾਏ ਅਕਾਲ ਪ੍ਰਜੋਰਾ। ਕਲਯੁਗ ਹਾਲੇ ਥੋੜਾ ਸਮਾਂ ਗੁਜ਼ਰਿਆ ਸੀ, ਬਹੁਤਾ ਸਮਾਂ ਨਹੀਂ ਸੀ ਇਸ ਦਾ ਆਇਆ। ਹਾਲੇ ਇਹਦੀ ਉਮਰ ਜਵਾਨੀ ਵਿੱਚ ਨਹੀਂ ਸੀ ਆਈ, ਪਰ ਇਹਨੇ ਬਿਨਾਂ ਹੀ ਸਮੇਂ ਤੋਂ ਬੜਾ ਭਾਰੀ ਜ਼ੋਰ ਸੰਸਾਰ ਦੇ ਵਿੱਚ ਆਪਣਾ ਪਾ ਲਿਆ। ਪ੍ਰਗਟ ਭਏ ਅਗ ਓਗ ਪਰਘੋਰਾ। ਉਹ ਕਿਹੋ ਜਿਹਾ ਅਸਰ ਹੋਇਆ, ਕਹਿੰਦੇ ਬੜੇ ਭਾਰੀ, ਪਰ ਵਿਸ਼ੇਸ਼ ਕਰਕੇ ਘੋਰ ਭਿਆਨਕ ਅਗ ਪਾਪ ਬਹੁਤੇ ਪ੍ਰਗਟ ਹੋ ਗਏ। ਸਭ ਥਾਵਾਂ ਤੇ ਲੋਕੀ ਪਾਪ ਹੀ ਪਾਪ ਕਰਨ ਲੱਗ ਪਏ। ਵਰਤਿਆ ਪਾਪ ਸਭ ਜਗ ਮਾਹੀ। ਸਾਰੀ ਦੁਨੀਆ ਦੇ ਵਿੱਚ ਪਾਪ ਪਰਪੱਕ ਹੋ ਗਏ। ਆਦ ਦੁਕਾਲ ਹੋਤ ਉਤਪਾਤਾ। ਬੜੇ ਭਾਰੀ ਉਪਦਰਵ ਹੋਣ ਲੱਗ ਪਏ। ਦੁਨੀਆ ਦੇ ਵਿੱਚ, ਸੰਸਾਰ ਦੇ ਵਿੱਚ ਕਾਲ ਪੈਣ ਲੱਗ ਪਿਆ। ਖੇਤੀ ਨਾ ਪੈਦਾ ਹੋਵੇ, ਲੋਕੀ ਭੁੱਖੇ ਮਰਨ ਲੱਗ ਪਏ। ਭਇਓ ਮਲੇਸ਼ ਰਾਜ ਬਖਿਆਤਾ। ਉਸ ਮੌਕੇ ਤੇ ਤੁਰਕਾਂ ਦਾ ਰਾਜ ਬੜਾ ਭਾਰੀ ਪ੍ਰਗਟੀ ਹੋ ਗਿਆ। ਪੰਥ ਮੁਹੰਮਦ ਬੜਤ ਅਪਾਰਾ। ਪਾਰਾਵਾਰ ਤ੍ਰੈਤ ਮੁਹੰਮਦ ਸਾਹਿਬ ਦਾ ਜਿਹੜਾ ਪੰਥ ਸੀ ਇਹ ਬੜਾ ਭਾਰੀ ਵੱਧ ਰਿਹਾ ਸੀ। ਕਲਮਲ ਮੈਂ ਮਤਹੀਨ ਵਿਚਾਰਾ। ਪਰ ਉਹ ਪਾਪ ਰੂਪ ਸੀ ਸਾਰਾ। ਮਤ ਤੋਂ ਹੀਨੇ ਸਨ ਉਹ ਰਾਜੇ, ਬੜੇ ਬੇਅਦਲੀ, ਬੜੇ ਨਿਆਈ ਕਰਦੇ, ਬੇਨਿਆਈ ਕਰਦੇ ਸਨ। ਸੋ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ। ਔਰ ਰਾਜੇ
ਬੇਅਦਲੀ ਹੋ ਚੁੱਕੇ ਸਨ, ਅਦਲ ਨਿਆਂ ਨਹੀਂ ਸਨ ਕਰਦੇ। ਗੋ ਗਰੀਬ ਕੋ ਹਤ ਹੈ ਕੁਸਾਲੀ। ਗਊਆਂ ਨੂੰ ਮਾਰ ਮਾਰ ਕੇ ਖਾਂਦੇ ਸਨ, ਗਰੀਬਾਂ ਨੂੰ ਮਾਰਦੇ ਸਨ, ਬੜੇ ਖੋਟੇ ਤਰੀਕੇ ਨਾਲ ਅਨਿਆਂ ਕਰਦੇ ਸਨ। ਕਲ ਕੀ ਕਲ ਹੈ ਕੀਨ ਕੁਚਾਲੀ। ਇਹ ਕਲਯੁਗ ਦੇ ਕਾਲ ਸਮੇਂ ਦੇ ਵਿੱਚ ਇਹ ਖੋਟੀ ਚਾਲ ਰੀਤੀ ਮਰਿਆਦਾ ਉਸ ਮੌਕੇ ਤੇ ਚਲਾ ਦਿੱਤੀ ਸੀ। ਨਿਰਪਤ ਭਏ ਮਤ ਮੰਦ ਮਲੀਨਾ। ਰਾਜੇ ਜਿਹੜੇ ਸਨ ਉਹਨਾਂ ਦੇ ਅਧੀਨ ਰਹਿਣ ਵਾਲੇ ਉਹ ਮੰਦੀ ਮਤ ਵਾਲੇ, ਮੈਲੇ ਮਨ ਵਾਲੇ ਸਾਰੇ ਬਣ ਗਏ। ਜਾਨੀ ਸ਼ੁਭ ਕਰਮ ਖੋਸ ਕਿਸ ਲੀਨਾ। ਉਹਨਾਂ ਦਾ ਇਹੋ ਜਿਹਾ ਸੁਭਾਅ ਸੀ ਜਦੋਂ ਚੰਗੇ ਕਰਮ ਤਾਂ ਕਿਸੇ ਨੂੰ ਉਹਨਾਂ ਕੋਲੋਂ ਖੋਹ ਹੀ ਲੈਣ। ਚੰਗਾ ਕੰਮ ਉਹਨਾਂ ਦੇ ਪਾਸ ਕੋਈ ਰਹਿ ਹੀ ਨਹੀਂ ਸੀ ਗਿਆ। ਜਿਸ ਨੂੰ ਆਪ ਖੁਆਏ ਕਰਤਾ ਖੁਸ ਲਾਏ ਚੰਗਿਆਈ। ਜਿਹਨੂੰ ਖਰਾਬ ਖੁਆਰ ਕਰਨਾ ਹੋਵੇ ਨਾ, ਰੱਬ ਨੇ ਪਹਿਲਾਂ ਉਹਦੇ ਕੋਲ ਚੰਗਿਆਈ ਤੇ ਨੇਕੀ ਤੇ ਭਲਾਈ ਖੋਹ ਲੈਂਦਾ, ਔਗਣ ਤੇ ਪਾਪ ਉਹਨੂੰ ਦੇ ਦਿੰਦਾ ਹੈ। ਇਹੋ ਜਿਹੀ ਹਾਲਤ ਉਸ ਮੌਕੇ ਤੇ ਰਾਜਿਆਂ ਦੀ ਹੋ ਗਈ। ਮੰਤਰੀ ਲੋਲਪ ਬੇਸਿਆਗਾਮੀ। ਜਿਹੜੇ ਵਜ਼ੀਰ ਸਨ ਬੜੇ ਚੰਚਲ ਸੁਭਾਵਾਂ ਵਾਲੇ ਤੇ ਪਰਾਏ ਘਰਾਂ ਨੂੰ ਜਾ ਕੇ ਤੱਕਦੇ ਤੇ ਵੇਸਵਾ ਦੇ ਨਾਲ ਜਾ ਕੇ ਮੂੰਹ ਕਾਲੇ ਕਰਵਾਉਂਦੇ। ਦੁਰਾਚਾਰ ਕਰਹੀ ਮਨ ਬਾਮੀ। ਟੇਢੇ ਮਨ ਵਾਲੇ ਬੜੇ ਖੋਟਾ ਆਚਾਰ ਕਰਿਆ ਕਰਦੇ। ਦੋਹਰਾ ਦੁਰਮਤ ਦੁਸ਼ਟ ਦਰੋਦਰੀ। ਇੱਥੋਂ ਤੱਕ ਸੀ ਖਾਲਸਾ ਜੀ ਬੜੀ ਭਾਰੀ ਬੁਰੀ ਹਾਲਤ ਜਿਹੜੀ ਦੀਵਾਨ ਵਿੱਚ ਦੱਸਣ ਲੱਗਿਆ ਵੀ ਸ਼ਰਮ ਆਉਂਦੀ ਹੈ। ਜਦੋਂ ਕੋਈ ਹਿੰਦੂ ਵਿਆਹ ਕੇ ਲਿਆਉਂਦਾ ਸੀ ਤਾਂ ਨਵਾਬ ਸੂਬੇ ਉਹਨਾਂ ਦਾ ਹੁਕਮ ਸੀ ਕਿ ਪਹਿਲਾਂ ਹਿੰਦੂਆਂ ਦੇ ਘਰ ਵਾਲੀਆਂ ਜਿਹੜੀਆਂ ਨੇ 2 ਰਾਤਾਂ 2-4 ਦਿਨ ਸਾਡੇ ਘਰ ਪਹਿਲਾਂ ਰਹਿਣ ਤੇ ਫਿਰ ਉਹ ਆਪਣੇ ਘਰ ਦੇ ਵਿੱਚ ਆਪਣੀਆਂ ਇਸਤਰੀਆਂ ਨੂੰ ਲਿਜਾ ਸਕਦੇ ਸਨ। ਐਡਾ ਵੱਡਾ ਭਾਰੀ ਦੁਰਾਚਾਰ ਤੇ ਕੁਕਰਮ ਹੋ ਰਿਹਾ ਸੀ ਉਸ ਮੌਕੇ ਤੇ। ਦੁਕ੍ਰਿਤ ਦੁਖਤ ਕਲੇਸ਼। ਇਸ ਪ੍ਰਕਾਰ ਦੁਰਮਤ ਖੋਟੀ ਮਤ ਸੀ, ਸਾਰਿਆਂ ਦੀ ਬਣ ਚੁੱਕੀ ਸੀ। ਦੁਰਮਤ ਕੀ ਉਹਨਾਂ ਦਾ ਨਾਮ ਹੈ, ਦੁਰਮਤ ਮਰ ਜੋ ਪੀਵ ਤੇ ਬਖਲੀਪਤ ਕਮਲੀ। ਜਿਹੜੇ ਸ਼ਰਾਬ ਪੀਂਦੇ ਨੇ ਤੇ ਵਿਸ਼ਿਆਂ ਵਿੱਚ ਲਿਬੜੀ ਹੋਈ ਜਿਨ੍ਹਾਂ ਦੀ ਖੋਟੀ ਮਤ ਉਹਨੂੰ ਦੁਰਮਤੀਏ ਸਤਿਗੁਰੂ ਜੀ ਨੇ ਕਿਹਾ ਹੈ। ਇਹ ਦੁਰਮਤੀਏ ਸਨ, ਖੋਟੀ ਮਤ ਵਾਲੇ ਦੁਸ਼ਟ ਸਨ, ਬੜੇ ਭਾਰੀ ਦਰੋਦਰੀ। ਉਹ ਜੂਆ ਖੇਲਦੇ ਸਨ, ਇਸੇ ਪ੍ਰਕਾਰ ਜਾਂ ਵਕੀਲੀ ਪਾਪ ਕਰਦੇ ਸਨ ਜਾਂ ਘਰਾਂ ਘਰਾਂ ਦੇ ਵਿੱਚ ਕੁਰੀਤੀਆਂ ਵੱਧ ਫੈਲੀਆਂ ਕਰਨ ਵਾਸਤੇ ਜਾਂਦੇ ਸਨ। ਦੁਕ੍ਰਿਤ ਦੁਖਤ ਕਲੇਸ਼। ਖੋਟੀ ਕਿਰਤ ਪਾਪਾਂ ਵਾਲੀ ਕਿਰਤ ਕਰਦੇ, ਦੁਖਾਉਂਦੇ ਦੂਸਰਿਆਂ ਦਾ ਚਿੱਤ, ਬੜਾ ਕਲੇਸ਼ ਦਿੰਦੇ। ਖੂਨ ਸਿੰਘ ਕਾ ਸਰਸ ਸੋ ਇਸ ਪ੍ਰਕਾਰ ਇਹ ਸਾਰੇ ਜਿਹੜੇ ਸਨ ਤੁਰਕ, ਇਉਂ ਜਿਵੇਂ ਸਿੰਘ ਕਾ ਰਾਖਸ਼ਣੀ ਹੋਈ ਹੈ ਨਾ, ਉਹਦਾ ਪੁੱਤਰ ਜਿਹੜਾ ਹੋਇਆ ਇਹ ਚੰਬੜਨ ਵਾਲਾ ਆਪਣੇ ਨੂੰ ਚੰਦਰਮਾ ਨੂੰ ਰਾਹੂ ਤੇ ਕੇਤੂ ਜੀ ਨੂੰ ਕਹਿੰਦੇ ਨੇ। ਸੋ ਇਹ ਇੱਕੋ ਹੀ ਇੱਕ ਦੈਂਤ ਸੀ। ਜਦੋਂ 14 ਰਤਨ ਕੱਢੇ ਨੇ ਸਮੁੰਦਰ ਦੇ ਵਿੱਚੋਂ, ਉਸ ਮੌਕੇ ਤੇ ਵੰਡਣ ਲੱਗਿਆ ਝਗੜਾ ਪੈ ਗਿਆ ਸੀ। ਦੈਂਤ ਕਹਿੰਦੇ ਅਸੀਂ ਚੰਗੀਆਂ ਚੀਜ਼ਾਂ ਲੈਣੀਆਂ, ਦੇਵਤੇ ਕਹਿੰਦੇ ਅਸੀਂ ਲੈਣੀਆਂ। ਵਿਸ਼ਨੂੰ ਭਗਵਾਨ ਮੋਹਣੀ ਅਵਤਾਰ ਧਾਰ ਕੇ ਤੇ ਉਸ ਮੌਕੇ ਤੇ ਇੱਕ ਭਾਂਡਾ ਲੈ ਲਿਆ, ਪਰ ਉਹਦੇ 'ਚ 2 ਖਾਨੇ ਬਣਾ ਲਏ। ਅੰਮ੍ਰਿਤ ਤਾਂ ਪਿਆਈ ਗਿਆ ਦੇਵਤਿਆਂ ਨੂੰ ਤੇ ਸ਼ਰਾਬ ਪਿਆਈ ਗਿਆ ਦੈਂਤਾਂ ਨੂੰ। ਇੱਕ ਦੈਂਤ ਭੱਜ ਕੇ ਦੇਵਤਿਆਂ ਦੀ ਕਤਾਰ ਵਿੱਚ ਕਹਿੰਦੇ ਬਹਿ ਗਿਆ, ਉਹਨੇ ਅੰਮ੍ਰਿਤ ਪੀ ਲਿਆ। ਅੰਮ੍ਰਿਤ ਪੀ ਕੇ ਅਮਰ ਹੋ ਜਾਣਾ ਸੀ ਤੇ ਦੇਵਤਿਆਂ ਨੇ ਸ਼ਿਕਾਇਤ ਕੀਤੀ ਦੈਂਤ ਸਾਡੇ ਵਿੱਚ ਆ ਬੈਠਾ ਹੈ। ਫਿਰ ਕਹਿੰਦੇ ਤਰਸੂਲ ਮਾਰ ਕੇ ਵੜ ਦਿੱਤਾ, ਉਹਦੇ ਹੋ ਗਏ 2 ਟੁੱਟੇ। ਇੱਕ ਬਣ ਗਿਆ ਕਹਿੰਦੇ ਰਾਹੂ ਤੇ ਦੂਜਾ ਬਣ ਗਿਆ ਕੇਤੂ। ਰਾਹੂ ਜਿਹੜਾ ਉਹ ਸੂਰਜ ਨੂੰ ਚੰਬੜਦਾ ਤੇ ਕੇਤੂ ਜਿਹੜਾ ਉਹ ਚੰਦਰਮਾ ਨੂੰ ਚੰਬੜਦਾ ਹੈ। ਇਹ ਸੋ ਪੁਰਾਣਕ ਕਥਾ ਹੈ, ਰਹੋ ਵਿਚਾਰ। ਸੋ ਖਾਲਸਾ ਜੀ ਇਸ ਪ੍ਰਕਾਰ ਇਹ ਤਾਂ ਸਿੰਘ ਕਾ ਰਾਖਸ਼ਣੀ ਦੇ ਪੁੱਤਰ ਵਰਗਾ ਹੋ ਗਏ ਜਿਹੜੇ ਇਹ ਖੋਟੀ ਮਤ ਸੀ। ਧਰਮ ਭਇਓ ਰਾਕੇਸ਼। ਧਰਮ ਪੂਰਨਮਾਸ਼ੀ ਦੇ ਚੰਦਰਮਾ ਦੀ ਨਿਆਈ ਹੋ ਗਿਆ ਤੇ ਖੋਟੇ ਪਾਪ ਤੇ ਜਿਹੜੀ ਖੋਟੀ ਅਕਲ ਮਤ ਸੀ ਇਹ ਸਾਰੀ ਗ੍ਰਹਿਣ ਦੀ ਨਿਆਈ ਹੋ ਕੇ ਧਰਮ ਨੂੰ ਲੱਗ ਗਈ, ਧਰਮ ਨੂੰ ਭ੍ਰਿਸ਼ਟ ਕਰ ਦਿੱਤਾ। ਜੋ ਪਈ ਨਿਰਪਤ ਪੁਕਾਰ ਨਾ ਸੁਣ ਹੈ ਕਾਈ। ਜੇ ਕੋਈ ਜਾ ਕੇ ਪੁਕਾਰ ਫਰਿਆਦ ਕਰਦਾ ਤਾਂ ਰਾਜੇ ਸੁਣਦੇ ਹੀ ਨਹੀਂ ਸਨ। ਕਾਜੀ ਰਿਸ਼ਵਤ ਬਸ ਅਧਿਕਾਈ। ਕਾਜੀ ਉਸ ਮੌਕੇ ਤੇ ਮੈਜਿਸਟ੍ਰੇਟਾਂ ਦਾ ਕੰਮ ਕਰਦੇ ਸਨ। ਸੋ ਅਦਾਲਤੀ ਸਨ, ਜੱਜ ਸਨ, ਨਿਆਂ ਕਰਿਆ ਕਰਦੇ ਸਨ। ਪਰ ਉਹ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ। ਉਹ ਵੱਡੀ ਲੈ ਕੇ ਕਿਸੇ ਦਾ ਹੱਕ ਗਵਾ ਕੇ ਦੂਜੇ ਦੇ ਹੱਕ ਵਿੱਚ ਕਰਦਿਆ ਕਰਦੇ। ਕੱਲ ਹੋਈ ਕੁੱਤੇ ਮੂੰਹੀ ਖਾਜ ਹੋਆ ਮੁਰਦਾਰ ਗੁਸਾਈ। ਰਾਜੇ ਪਾਪ ਕਮਾਉਂਦੇ ਉਲਟੀ ਵਾੜ ਖੇਤ ਕੋ ਖਾਈ। ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ। ਚੇਲੇ ਬੈਠਣ ਘਰਾਂ ਵਿੱਚ ਗੁਰੂ ਉੱਠ ਕਰੀਂ ਤੇ ਨਾੜੇ ਜਾਈ। ਇਸਤਰੀ ਪੁਰਖੈ ਦਾਮ ਹਿਤ ਭਾਵੇਂ ਆਏ ਕਿ ਥਾਉ ਜਾਈ। ਪਰਜਾ ਅੰਧੀ ਗਿਆਨ ਬਿਨ ਕੂੜ ਕੋ ਸਤ ਮੁਖੋਂ ਆਲਾਈ। ਵਰਤਿਆ ਪਾਪ ਸਭ ਜਗ ਮਾਹੀ।
ਉਸ ਮੌਕੇ ਦੀ ਹਾਲਤ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀਆਂ ਵਾਰਾਂ ਵਿੱਚ ਇਉਂ ਫਰਮਾਈ ਹੈ, ਝੂਠੇ ਕੋ ਸਾਚਾ ਕਰ ਦੇਈ, ਉਹ ਵੱਡੀ ਲੈ ਕਰਕੇ ਝੂਠੇ ਨੂੰ ਸੱਚਾ ਕਰ ਦਿਆ ਕਰਦੇ। ਸਤ ਨਿਆਉ ਕੋ ਨਾਉ ਨਾ ਲਈ, ਸੱਚਾ ਨਿਆਂ ਕਰਨ ਦਾ ਤਾਂ ਨਾਂ ਹੀ ਨਾ ਲੈਂਦੇ। ਜਹ ਤੈ ਚਲੀ ਮਲੇਸ਼ਨ ਭਾਖਾ, ਜਿੱਥੇ ਕਿੱਥੇ ਮਲੇਸ਼ੀਆ ਦੀ ਬੋਲੀ ਫਾਰਸੀ ਚੱਲ ਪਈ। ਨਿਜ ਨਿਜ ਧਰਮ ਨਰਨ ਸਭ ਨਾ ਖਾ, ਆਪੋ ਆਪਣਾ ਧਰਮ ਸਾਰੇ ਆਦਮੀ ਉਸ ਮੌਕੇ ਤੇ ਲੰਘ ਗਏ, ਟੱਪ ਗਏ, ਛੱਡ ਗਏ, ਤਿਆਗ ਦਿੱਤਾ। ਅੱਜ ਵੀ ਖਾਲਸਾ ਜੀ ਅਸੀਂ ਵਿਚਾਰ ਕੇ ਵੇਖਣਾ ਹੈ ਕਿ ਗੁਰੂ ਨਾਨਕ ਸਾਹਿਬ ਦਾ ਸਿੱਖ ਕਿਤੇ ਆਪਣਾ ਧਰਮ ਛੱਡ ਕੇ ਅੱਧਾ ਮੁਸਲਮਾਨ ਤਾਂ ਨਹੀਂ ਬਣ ਗਿਆ, ਕਿਤੇ ਫੇਰ ਸ਼ਰਾਬਾਂ ਤਾਂ ਨਹੀਂ ਪੀਣ ਲੱਗ ਪਿਆ, ਕਿਤੇ ਜੂਏਬਾਜ਼ ਤਾਂ ਨਹੀਂ ਬਣ ਗਿਆ, ਕਿਤੇ ਬਗਾਨੇ ਘਰਾਂ ਨੂੰ ਤਾਂ ਨਹੀਂ ਤੱਕਣ ਲੱਗ ਪਿਆ, ਕਿਤੇ ਮੂੰਹ ਸਿਰ ਤਾਂ ਨਹੀਂ ਮਨਾਉਣ ਲੱਗ ਪਿਆ, ਕਿਤੇ ਚੋਰੀ ਯਾਰੀ ਠੱਗੀ ਤਾਂ ਨਹੀਂ ਕਰਨ ਲੱਗ ਪਿਆ। ਜੇ ਇਉਂ ਕਰਨ ਲੱਗ ਪਿਆ ਤਾਂ ਫਿਰ ਸਮਝ ਲਵੇ ਕਿ ਮੈਂ ਗੁਰੂ ਨਾਨਕ ਸਾਹਿਬ ਦੀ ਕਿਰਪਾ ਤੋਂ ਹੀਣਾ ਹਾਂ, ਮੇਰੇ ਤੇ ਗੁਰੂ ਕੀ ਬਖਸ਼ਿਸ਼ ਨਹੀਂ ਹੈ। ਪੁੰਨਹੀਨ ਤਨ ਪਾਪਨ ਪੀਨਾ, ਸੋ ਉਹ ਪੁੰਨ ਤੋਂ ਹੀਣੇ ਹੋ ਗਏ ਲੋਕ, ਤੇ ਪਾਪਾਂ ਕਰਕੇ ਬੜੇ ਭਾਰੀ ਮੋਟੇ ਸਨ, ਪਾਪ ਵੱਡੇ ਵੱਡੇ ਕਰਦੇ ਤੇ ਪੁੰਨ ਦਾਨ ਕਦੇ ਨਹੀਂ ਸਨ ਕਰਦੇ। ਦਰਬਖ ਛੋਟ ਹੈ ਦੇਖਤ ਦੀਨਾ, ਕਿਸੇ ਨੂੰ ਗਰੀਬ ਵੇਖ ਕਰਕੇ ਝਾਟੀ ਉਹਦੇ ਪਾਸੋਂ ਧਨ ਖੋਹ ਲਿਆ ਕਰਦੇ, ਡਾਕੇ ਮਾਰਦੇ। ਪਰ ਕਾਰਜ ਕੀ ਕਰਤਾ ਹਾਨੀ, ਜੇ ਕੋਈ ਕਿਸੇ ਦਾ ਕੰਮ ਹੁੰਦਾ ਤਾਂ ਉਹਦਾ ਕੰਮ ਵਿਗਾੜ ਦੇਣਾ, ਜ਼ਰੂਰ ਲੱਤ ਮਾਰ ਦੇਣੀ ਉਸ ਤੇ ਕੰਮ ਦੇ ਵਿੱਚ। ਸੋ ਪਰਾਏ ਦਾ ਕਾਰਜ ਸਵਾਰਨਾ ਨਹੀਂ, ਉਲਟਾ ਸਗੋਂ ਵਿਗਾੜ ਦੇਣਾ, ਨਾਸ ਕਰ ਦੇਣਾ। ਸਨ ਜਿਉ ਤਨ ਖੋਵੇ ਦੁਖ ਦਾਨੀ, ਸਣ ਵਰਗਾ ਸੁਭਾਅ ਸੀ, ਸਣ ਵਰਗਾ ਸਣ ਹੁੰਦੀ ਹੈ ਨਾ, ਜਾਣਦੇ ਨੇ ਪਿੰਡਾਂ ਵਾਲੇ ਗੁਰਮੁਖ। ਸਣ ਪਹਿਲਾਂ ਬੀਜੀ ਦੀ ਹੈ, ਵੱਡੀ ਹੁੰਦੀ ਹੈ, ਫਿਰ ਉਹਨੂੰ ਵੱਢ ਲਈਦਾ, ਵੱਢ ਕੇ ਉਹਦੇ ਬੀਜ ਅਲੱਗਾ ਕਰ ਦਿੰਦੇ ਨੇ ਤੇ ਬਾਕੀ ਉਹ ਸਾਰੀ ਪਾਣੀ ਵਿੱਚ ਡੋਬ ਦੇਈਦੀ ਹੈ। ਆਮ ਛੱਪੜਾਂ ਵਿੱਚ ਦਬਾ ਦਿੰਦੇ ਨੇ, ਉਹਦੇ ਉੱਤੇ ਮਿੱਟੀ ਪਾ ਦਿੰਦੇ ਨੇ। ਉਹ ਆਪਣੇ ਆਪ ਨੂੰ ਵਢਾ ਕੇ ਤੇ ਜਦੋਂ ਪਾਣੀ ਦੇ ਵਿੱਚ ਗਲਦੀ ਉਹਦੇ ਉੱਤੇ ਮਿੱਟੀ ਪਾਈ ਦੀ ਹੈ, ਫਿਰ ਉਹ ਗਲ ਜਾਂਦੀ ਹੈ। ਫਿਰ ਵੇਖਦੇ ਨੇ 10-15 ਦਿਨ ਤੋਂ ਬਾਅਦ ਚੰਗੀ ਤਰ੍ਹਾਂ ਜਦੋਂ ਗਲ ਗਈ ਹੈ ਬਾਹਰ ਕੱਢਦੇ ਨੇ, ਬਾਹਰ ਕੱਢ ਕੇ ਤੇ ਉਹਨੂੰ ਸੁਕਾਉਂਦੇ ਨੇ, ਸੁਕਾ ਕੇ ਫਿਰ ਉਹਦੀ ਛਿੱਲ ਲਾਉਂਦੇ ਨੇ, ਭਾਵ ਉਹਦੇ ਉੱਪਰੋਂ ਸਣ ਲਾਉਂਦੇ ਨੇ, ਲਾ ਕੇ ਸਣ ਤੇ ਫਿਰ ਉਹਦਾ ਰੱਸਾ ਵੱਟਦੇ ਨੇ। ਉਹ ਰੱਸਾ ਵੱਟਿਆ ਹੋਇਆ ਵੀ ਦੂਸਰਾਂ ਦੇ ਦੁੱਖ ਦੇਣ ਦਾ ਕਾਰਨ ਬਣਦੀ ਹੈ। ਇਉਂ ਪਹਿਲਾਂ ਤਾਂ ਆਪ ਮਿੱਟੀ ਵਿੱਚ ਰੁਲੀ, ਪਾਣੀ ਵਿੱਚ ਡੁੱਬੀ, ਆਪਣੀ ਛਿੱਲ ਲਵਾਈ ਤੇ ਛਿੱਲ ਲਵਾ ਕੇ ਆਪ ਵੀ ਇੰਨੀਆਂ ਤਕਲੀਫਾਂ ਸਹਾਰੀਆਂ ਤੇ ਦੂਸਰੇ ਨੂੰ ਵੀ ਬੰਨਣ ਦਾ ਕਾਰਨ ਬਣੀ। ਇਹੋ ਜਿਹਾ ਸੁਭਾਅ ਉਸ ਮੌਕੇ ਤੇ ਲੋਕਾਂ ਦਾ ਸੀ, ਆਪਣੀ ਵੀ ਇੱਜ਼ਤ ਬਰਬਾਦ ਕਰਨੀ, ਦੁਖੀ ਹੋਣਾ ਤੇ ਨਾਲ ਦੂਸਰੇ ਨੂੰ ਵੀ ਤੰਗ ਕਰਨਾ। ਇਹ ਸਣ ਵਾਲਾ ਸੁਭਾਅ ਲੋਕਾਂ ਦਾ ਬਣ ਚੁੱਕਾ ਸੀ। ਪਰ ਧਨ ਪਰ ਨਿੰਦਿਆ ਪਰਦਾਰਾ, ਪਰਾਇਆ ਧਨ ਚੁਰਾਉਂਦੇ, ਬਗਾਨਿਆਂ ਦੀ ਨਿੰਦਿਆ ਕਰਦੇ। ਇਸੇ ਤਰ੍ਹਾਂ ਤੇ ਬਗਾਨਿਆਂ ਦੀਆਂ ਇਸਤਰੀਆਂ ਨਾਲ ਇਸ ਦਿਨ ਤਨ ਮਨ ਸੋਹਿਤ ਧਾਰਾ, ਦਿਨ ਰਾਤ ਤਨ ਮਨ ਦੇ ਨਾਲ ਬਹੁਤਾ ਪਿਆਰ ਇਹਨਾਂ ਕੁਰੀਤੀਆਂ ਵੱਲ ਉਸ ਮੌਕੇ ਤੇ ਲੋਕਾਂ ਨੇ ਧਾਰਿਆ ਹੋਇਆ ਸੀ। ਦੋਹਰਾ ਜੰਗਮ ਬਹੁਤ ਸਰੇਵਰੇ, ਕਹਿੰਦੇ ਜੀ ਜਿਹੜੇ ਧਾਰਮਿਕ ਬੰਦੇ ਨੇ ਉਹਨਾਂ ਦੀ ਗੱਲ ਕੋਈ ਦੱਸ ਦਿਓ ਮਤਾਂ ਮਤਾਂਤਰਾਂ ਦੀ। ਕਹਿੰਦੇ ਜਿਹੜੇ ਜੰਗਮ ਸਨ, ਇਹ ਵਿਆਹ ਗਾਉਣ ਵਾਲੇ ਸ਼ਿਵ ਜੀ ਦਾ ਜਿਹੜੇ ਹੁੰਦੇ ਨਾ, ਜਿਹਨਾਂ ਦੇ ਸਿਰ ਦੇ ਉੱਪਰ ਸੋ ਮੋਰ ਦਾ ਖੰਭ ਜਿਹਾ ਟੰਗਿਆ ਹੁੰਦਾ ਤੇ ਹੱਥ ਵਿੱਚ ਟੱਲੀਆਂ ਪਗੜੀਆਂ ਹੁੰਦੀਆਂ ਨੇ, ਉਹ ਵਜਾਉਂਦੇ ਫਿਰਦੇ ਨੇ। ਉਹ ਜੰਗਮ ਸ਼ਿਵ ਜੀ ਦਾ ਤੇ ਪਾਰਵਤੀ ਦਾ ਵਿਆਹ ਗਾਉਂਦੇ ਨੇ। ਜਨਮ ਜਨਮ ਕੀ ਰਗ ਹਮਾਰੀ, ਵਰੋਂ ਸ਼ੰਭ ਨਤ ਰਹੋ ਕੁਮਾਰੀ। ਇਹ ਉਹਨਾਂ ਨੂੰ ਜੰਗਮ ਕਹੀਦਾ। ਇੱਕ ਭੇਖ ਹੈ ਜੋਗੀ ਜੰਗਮ ਸਰੇਵੜੇ ਸੰਨਿਆਸੀ ਤੇ ਦਰਵੇਸ਼, ਛੇਵਾਂ ਜਾਮਾਂ ਵਿਪਰਕਾ ਜਾਮ ਮੈਂ ਮੀਨ ਨਾ ਮੇਖ। ਇਹ 6 ਜਿਹੜੇ ਨਾ ਇਸ ਪ੍ਰਕਾਰ ਦੇ ਪਹਿਲਾਂ ਜੰਗਮ ਜਿਹੜੇ ਸਨ ਤੇ ਸਰੇਵੜੇ ਮੂੰਹ ਅੱਗੇ ਪੱਟੀਆਂ ਬੰਨ੍ਹ ਕੇ ਜਿਹੜੇ ਤੁਰਦੇ ਨੇ। ਸੋ ਕਹਿੰਦੇ ਪਾਣੀ ਵਿੱਚ ਹੱਥ ਨਹੀਂ ਪਾਉਣਾ, ਜੰਤ ਮਰ ਜਾਣਗੇ, ਜਲ ਜੰਤੂ ਜਿਹੜੇ ਹਨ। ਐਸੇ ਜਿਹੜੇ ਸਰੇਵੜੇ ਸਨ। ਕਰਤ ਦਿਗੰਬਰ ਰਾਰ, ਤੇ ਤੀਸਰੇ ਦਿਗੰਬਰ ਜਿਹੜੇ ਅਲਫ ਨੰਗੇ ਰਹਿਣ ਵਾਲੇ, ਪਰ ਆਪਸ ਵਿੱਚ ਝਗੜਾ ਬੜਾ ਸੀ ਇਹਨਾਂ ਦਾ। ਇੱਕ ਪਾਸੇ ਲੀੜੇ ਨਹੀਂ ਪਾਉਣੇ, ਇੱਕ ਪਾਸੇ ਕਿਸੇ ਨੇ ਪਾਣੀ ਵਿੱਚ ਨਹੀਂ ਨਹਾਉਣਾ, ਦੂਸਰੇ ਜੰਗਮ ਬਣੇ ਫਿਰਦੇ ਨੇ, ਤੁਰਦੇ ਫਿਰਦੇ ਰਹਿਣ ਵਾਲੇ, ਪਰ ਆਪਸ ਵਿੱਚ ਝਗੜਾ ਬੜਾ ਭਾਰੀ ਕਰਦੇ ਸਨ। ਭਾਈ ਗੁਰਦਾਸ ਸਾਹਿਬ ਜੀ ਨੇ ਵੀ ਕਿਹਾ, ਖਹਿ ਮਰਦੇ ਬਾਹਮਣ ਮੌਲਾਣੇ। ਬਾਹਮਣ ਤੇ ਮੁੱਲਾਂ ਬੜੇ ਖਹਿ ਖਹਿ ਕੇ ਮਰਦੇ ਸਨ, ਧਰਮੀ ਲੋਕ ਜਿਹੜੇ ਸਨ। ਹਰ ਦਰਸ਼ਨ ਹਰ ਨਾਮ ਬਿਨ, ਇਸੇ ਤਰ੍ਹਾਂ ਜਿਹੜੇ 6 ਦਰਸ਼ਨ ਸਨ ਨਾ ਸਾਰੇ, ਇਹ ਗੁਰੂ ਕੇ ਨਾਮ ਜਪਣ ਤੋਂ ਬਿਨਾ ਬਹੁਤ ਬਾਦ ਮੈਂ ਖੁਆਰ, ਸਾਰੇ ਐਵੇਂ ਝਗੜਿਆਂ ਦੇ ਵਿੱਚ ਖੁਆਰ ਖਰਾਬ ਹੋ ਰਹੇ ਸਨ। ਪਰਮੇਸ਼ਰ ਦਾ ਨਾਮ ਨਹੀਂ ਸੀ ਕੋਈ ਜਪਦਾ ਉਹਨਾਂ ਵਿੱਚੋਂ। ਕਿਉਂ ਪਈ ਕੀਨੇ ਦਵਾਦਸ਼ ਮਾਰਗ ਜੋਗੀ, ਇਹ ਗੋਰਖਮਤੀਏ ਜਿਹੜੇ ਜੋਗੀ ਨੇ, ਇਹਨਾਂ ਨੇ 12 ਰਾਹ ਆਪਣੇ ਬਣਾਉਣਾ ਕੀਤੇ, 12 ਫਿਰਕੇ ਇਹਨਾਂ ਦੇ ਅੱਗੇ ਚੱਲੇ। ਭਾਉ ਭਗਤ ਬਿਨ ਭਏ ਬਿਯੋਗੀ, ਪਰ ਪਰਮੇਸ਼ਰ ਦੀ ਪ੍ਰੇਮਾ ਭਗਤੀ ਤੋਂ ਬਿਨਾ ਇਹਨਾਂ ਦੇ ਚਿੱਤ ਵਿੱਚ ਵੀ ਵਿਛੋੜਾ ਰਹਿ ਗਿਆ।
ਇਹ ਵੀ ਕਹਿੰਦੇ ਸੀ ਕੇਵਲ ਕੰਨ ਪਾੜ ਲਓ, ਗਲ ਵਿੱਚ ਖਫਣੀਆਂ ਪਾ ਲਓ, ਹੱਥ ਵਿੱਚ ਝੋਲੀ ਪਕੜ ਲਓ, ਮੰਗਦੇ ਫਿਰੋ। ਪਰ ਅਸਲ ਵਿੱਚ ਕੀ ਸੀ? ਡੰਡ ਕਮੰਡਲ ਮੋਢੇ ਭਾਰ, ਜੋਗ ਨਹੀਂ ਕਰਮਾਂ ਦੀ ਮਾਰ। ਉਹਨਾਂ ਵਿਚਾਰਾਂ ਨੂੰ ਕਰਮਾਂ ਦੀ ਮਾਰ ਮਾਰੀ ਸੀ ਰੱਬ ਨੇ, ਸੋ ਉਹ ਪਰਮੇਸ਼ਰ ਨੂੰ ਨਹੀਂ ਸੀ ਪ੍ਰਾਪਤ ਕਰ ਸਕਦੇ। ਗੁਰੂ ਨਾਨਕ ਸਾਹਿਬ ਨਾਲ ਬੜੀ ਚਰਚਾ ਹੋਈ। ਹੁਣ ਇਹ ਸ਼ਬਦ ਪੜ੍ਹ ਰਹੇ ਸਨ, ਮੁੰਦਾ ਸੰਤੋਖ ਸਰਮਪਦ ਝੋਲੀ, ਧਿਆਨ ਕੀ ਕਰਾਂ ਵਿਭੂਤ, ਭੁਗਤ ਗਿਆਨ ਦਇਆ ਭੰਡਾਰਨ, ਏਕਾ ਮਾਈ ਜੁਗਤ ਵਿਆਈ, ਆਸਣ ਲੋਏ ਲੋਏ ਭੰਡਾਰ। ਇਹ ਸ਼ਬਦ ਉਚਾਰ ਕੇ ਉਹਨਾਂ ਨੂੰ ਨਿਹਾਲ ਕੀਤਾ। ਗੁਰੂ ਨਾਨਕ ਸਾਹਿਬ ਨੇ ਪਹਿਲਾਂ ਸਭ ਪਰਮੇਸ਼ਰ ਦੀ ਪ੍ਰੇਮਾ ਭਗਤੀ ਤੋਂ ਬਿਨਾਂ ਖਾਲੀ ਸਨ, ਵਿਛੜੇ ਹੋਏ ਪਰਮੇਸ਼ਰ ਤੋਂ। ਸ਼ਾਸਤਰਨ ਵਿਪਰ ਕੋ ਬਾਦਾ, ਬ੍ਰਾਹਮਣ ਲੋਕ ਜਿਹੜੇ ਸਨ ਸ਼ਾਸਤਰ ਤਾਂ ਬੜੇ ਪੜ੍ਹੇ ਹੋਏ ਸਨ, ਪਰ ਖੋਟਾ ਝਗੜਾ ਕਰਦੇ ਸਨ, ਹੇਤ ਚਰਚਾ ਨਹੀਂ ਸਨ ਕਰਦੇ, ਪਿਆਰ ਦੀ ਚਰਚਾ ਨਹੀਂ ਸਨ ਕਰਦੇ, ਇੱਕ ਦੂਜੇ ਨੂੰ ਢਾਉਣ ਦਾ ਯਤਨ ਕਰਦੇ ਸਨ। ਮੈਂ ਬਹੁਤਾ ਵਿਦਵਾਨ ਹੈ, ਦੂਸਰਾ ਕਹਿੰਦਾ ਸੀ ਮੈਂ ਬਹੁਤਾ ਵਿਦਵਾਨ ਹੈ। ਆਪਸ ਵਿੱਚ ਖੋਟੇ ਝਗੜੇ ਕਰਕੇ ਇੱਕ ਦੂਜੇ ਨੂੰ ਹਰਾਉਣ ਦਾ ਯਤਨ ਕਰਦੇ ਸਨ, ਵਿੱਚੋਂ ਸਿਧਾਂਤ ਨਹੀਂ ਸਨ ਗ੍ਰਹਿਣ ਕਰਦੇ। ਬਹੁਤ ਪਰਸਪਰ ਵਰਤ ਵਿਖਾਦਾ, ਇਸ ਵਾਸਤੇ ਆਪਸ ਵਿੱਚ ਬੜਾ ਭਾਰੀ ਝਗੜਾ ਵੱਧਦਾ ਸੀ। ਮੂੰਡ ਮੁੰਡਾਵੇ ਹੋਏ ਸੰਨਿਆਸੀ, ਇੱਕ ਕਹਿੰਦੇ ਕਿ ਮੂੰਹ ਸਿਰ ਮਨਾ ਕੇ ਜਿਹੜੇ ਐਨ ਟਿੰਡ ਵਰਗਾ ਸਿਰ ਕੱਢ ਲੈਂਦੇ, ਉਹ ਕਹਿੰਦੇ ਅਸੀਂ ਸੰਨਿਆਸੀ ਬਣ ਗਏ ਹਾਂ। ਸੰਨਿਆਸੀ ਨਾਮ ਵੱਡੇ ਤਿਆਗੀ ਦਾ, ਜਿਹੜਾ ਬਹੁਤਾ ਹੀ ਤਿਆਗੀ ਹੋਵੇ, ਕਿਸੇ ਚੀਜ਼ ਨੂੰ ਵੀ ਗ੍ਰਹਿਣ ਕਰੇ ਹੀ ਨਾ, ਉਹ ਸੰਨਿਆਸੀ ਬਣ ਗਏ ਜਿਹੜੇ ਮੂੰਹ ਸਿਰ ਮਨਾ ਕੇ। ਦਰਬ ਨਾਰ ਮਹਿਰ ਦਾ ਦੁਰਾਸੀ, ਪਰ ਅਸਲ ਦੇ ਵਿੱਚ ਪਰਾਈਆਂ ਇਸਤਰੀਆਂ ਤੇ ਬਹੁਤਾ ਧਨ ਇਕੱਠਾ ਕਰਨ ਦੇ ਵਿੱਚ ਖੋਟੀ ਆਸ ਉਹਨਾਂ ਦੇ ਮਨ ਵਿੱਚ ਵੀ ਲੱਗ ਗਈ। ਕਹਿੰਦੇ ਸੀ ਸੰਨਿਆਸੀ ਹੈ, ਪਰ ਸੰਨਿਆਸੀਆਂ ਦਾ ਨਾਮ ਬਰਬਾਦ ਕਰ ਰਹੇ ਸਨ। ਸੰਨਿਆਸੀ ਆਸਾ ਸੁੰਨ ਹੋ ਜਾਣੀ, ਕੋਈ ਆਸਾ ਦੁਨੀਆ ਦੀ ਰਹਿ ਨਾ ਜਾਣੀ, ਪਰ ਪਰਾਈ ਇਸਤਰੀਆਂ ਤੇ ਬਹੁਤੀ ਮਾਇਆ ਦੀ ਖੋਟੀ ਇੱਛਾ ਇਹਨਾਂ ਦੇ ਮਨ ਵਿੱਚ ਲੱਗ ਪਈ। ਭਈ ਅਤੀਤ ਕਹਾਏ ਬੈਰਾਗੀ, ਇੱਕ ਲੋਕੀ ਅਤੀਤ ਕਹਾਉਂਦੇ ਸਨ ਕਿ ਅਸੀਂ ਵੈਰਾਗਵਾਨ ਹਾਂ, ਗ੍ਰਸਤੀ ਤੇ ਵਦ ਮਨ ਦੌ ਲਾਗੀ, ਪਰ ਉਹਨਾਂ ਦੇ ਮਨ ਦੇ ਵਿੱਚ ਦੌ ਅਗਨੀ ਤ੍ਰਿਸ਼ਨਾ ਦੀ ਗ੍ਰਸਤੀਆਂ ਨਾਲ ਵੀ ਵੱਧ ਲੱਗੀ ਹੋਈ ਸੀ। ਮਾਇਆ ਬਹੁਤੀ ਇਕੱਠੀ ਕਰਨੀ, ਆਪਣੇ ਆਪ ਨੂੰ ਅਤੀਤ ਕਹਾਉਂਦੇ ਸਨ, ਵੈਰਾਗੀ ਕਹਾਉਂਦੇ ਸਨ, ਸੰਨਿਆਸੀ ਕਹਾਉਂਦੇ ਸਨ ਕਿ ਪਰਮ ਤਿਆਗੀਆਂ ਅਸੀਂ ਦੁਨੀਆ ਨੂੰ ਤਿਆਗ ਦਿੱਤਾ ਹੈ। ਪਰ ਗ੍ਰਸਤੀ ਆਦਮੀ ਦੇ ਚਿੱਤ ਵਿੱਚ ਜਿਵੇਂ ਲਾਲਚ ਹੁੰਦਾ ਹੈ, ਬਹੁਤਾ ਧਨ ਪਦਾਰਥ ਹੋਵੇ, ਇਹਨਾਂ ਨਾਲ ਵੀ ਵੱਧ ਤ੍ਰਿਸ਼ਨਾ ਦੀ ਅੱਗ ਉਹਨਾਂ ਦੇ ਮਨ ਵਿੱਚ ਲੱਗ ਚੁੱਕੀ ਸੀ। ਬਨੌਟੀ ਨਾਮ ਕੇਵਲ ਰਹਿ ਗਿਆ, ਜੀਵਨ ਨਹੀਂ ਸੀ ਉਹ ਜਿਹਾ ਰਹਿ ਗਿਆ। ਪੰਡਤ ਪਹਿਰੂਆ ਕਰਹਿ ਸਤੇਈ, ਪੰਡਤ ਲੋਕਾਂ ਦਾ ਫਰਜ਼ ਸੀ ਕਿ ਉਹ ਪਹਿਰੇਦਾਰ ਬਣ ਕੇ ਸੋ ਕੌਮ ਨੂੰ ਸੋਹਣਾ ਪ੍ਰਚਾਰ ਦੇ ਕੇ, ਵਿਦਵਾਨ ਲੋਕ ਜਿਹੜੇ ਸਨ ਉਹ ਕੌਮ ਦੀ ਰਾਖੀ ਕਰਦੇ, ਉਹ ਪਹਿਰੇਦਾਰ ਸਨ ਕੌਮ ਦੇ, ਪਰ ਉਹ ਤਾਂ ਉਲਟਾ ਉਹੀ ਚੋਰੀ ਕਰਨ ਲੱਗ ਪਏ। ਸੋ ਜਿਸ ਪ੍ਰਕਾਰ ਖੇਤੀ ਨੂੰ ਵਾੜ ਹੀ ਉੱਠ ਕੇ ਖਾਣ ਲੱਗ ਪਵੇ, ਉਲਟੀ ਵਾੜ ਖੇਤ ਕੋ ਖਾਈ, ਇਹੋ ਜਿਹਾ ਸੁਭਾਅ ਬਣ ਗਿਆ ਸੀ ਉਸ ਮੌਕੇ ਦੇ ਵਿਦਵਾਨਾਂ ਦਾ। ਰਖਵਾਰੀ ਕੋ ਸਦਨ ਕਰੇ, ਦੱਸੋ ਭਾਈ ਫਿਰ ਇਸ ਘਰ ਦੀ ਰਾਖੀ ਕੌਣ ਕਰਦਾ? ਰਾਖੀ ਕਰਨ ਵਾਲਾ ਕੋਈ ਨਹੀਂ ਸੀ ਰਹਿ ਗਿਆ। ਅੱਜ ਤਾਈਏ ਬੇਨਤੀ ਦੁਪਹਿਰੇ ਵੀ ਕੀਤੀ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ 300 ਸਾਲਾ ਸ਼ਹੀਦੀ ਗੁਰਪੁਰਬ ਮਨਾਉਣ ਦੇ ਸੰਬੰਧ ਵਿੱਚ ਥਾਵਾਂ ਥਾਵਾਂ ਤੇ ਜੋ ਜਥੇ ਵੱਲੋਂ ਇਸ ਟਕਸਾਲ ਵੱਲੋਂ ਪ੍ਰੋਗਰਾਮ ਬਣੇ ਹੋਏ ਨੇ, ਸਾਰੇ ਹਿੰਦੁਸਤਾਨ ਭਰ ਦੇ ਹਰੇਕ ਥਾਵਾਂ ਤੇ ਜਲੂਸ ਜ਼ਰੂਰ ਕੱਢਦੇ ਹਾਂ। ਨਾਲ ਇਹ ਪਲਣ ਕੀਤਾ ਹੈ ਕਿ ਜਿੱਥੋਂ ਕੌਮ ਟਹਿੰਦੀਆਂ ਕਲਾਂ ਨੂੰ ਗਈ ਹੈ, ਪੰਥ ਟਹਿੰਦੀਆਂ ਕਲਾਂ ਨੂੰ ਗਿਆ ਹੈ, ਉਹ ਬਿਮਾਰੀ ਲੱਭ ਕੇ ਉਹਦਾ ਇਲਾਜ ਜਾਇਜ਼ ਤੇ ਅਸਲ ਉਸ ਚੀਜ਼ ਦਾ ਇਲਾਜ ਕਰਨਾ ਚਾਹੀਦਾ। ਉਹ ਪਤਾ ਲੱਗਾ ਸਾਨੂੰ ਕਿ ਅਸੀਂ ਲੋਕ ਜਿਹੜੇ ਹਨ, ਪ੍ਰਚਾਰਕ ਲੋਕ, ਮਹਾਤਮਾ ਕਹਾਉਣ ਵਾਲੇ, ਸੰਤ ਕਹਾਉਣ ਵਾਲੇ, ਰਾਗੀ ਢਾਡੀ ਕਵੀ ਤੇ ਪ੍ਰਚਾਰਕ ਕਹਾਉਣ ਵਾਲੇ, ਅਸੀਂ ਵਿਗੜੇ ਹਾਂ, ਅਸੀਂ ਕੌਮ ਨਹੀਂ ਵਿਗੜੀ। ਬਿਲਕੁਲ ਇਹ ਗਲਤ ਹੈ। ਇਹ ਕਹਿਣਾ ਗਲਤ ਹੈ ਕਿ ਸਿੱਖੀ ਸਮਾਪਤ ਹੋ ਗਈ ਹੈ ਜਾਂ ਹੋ ਜਾਵੇਗੀ, ਝੂਠ ਹੈ। ਨਹੀਂ, ਸਿੱਖੀ ਦਾ ਪ੍ਰਚਾਰ ਘਟ ਗਿਆ, ਸਿੱਖੀ ਨਹੀਂ ਘਟੀ। ਸਿੱਖੀ ਦਾ ਪ੍ਰਚਾਰ ਕਰਨ ਵਾਲੇ ਲੋਕ ਅੱਜ ਪਖੰਡੀ ਬਣ ਗਏ ਨੇ। ਮਾਇਆ ਦੀ ਤ੍ਰਿਸ਼ਨਾ ਹੈ, ਜੇ ਤਾਂ ਵਾਜੇ ਤੇ ਪੈਸੇ ਚੰਗੇ ਆ ਗਏ ਫਿਰ ਤਾਂ 5 ਮਿੰਟ ਮੁੱਲ ਜੋਰੀ ਵੱਧ ਲਾਈ ਜਾਣੇ ਆ, ਤੇ ਜੇ ਸੰਗਤ ਨਹੀਂ ਕੁਛ ਦਿੰਦੀ ਤਾਂ ਮੁੜ ਮੁੜ ਕੇ ਘੜੀ ਵੇਖਣੀ ਹੈ ਕਦੋਂ ਟਾਈਮ ਲੰਘੇ ਤੇ ਇੱਥੋਂ ਅਸੀਂ ਉੱਠ ਕੇ ਪਰੇ ਜਾਈਏ। ਇਹ ਹਾਲਤ ਬਣ ਗਈ ਸਾਡੀ। ਮੱਥੇ ਟਿਕਾਉਣ ਦੇ ਵਿੱਚ ਅਸੀਂ ਸੰਤ ਲੋਕ ਲੱਗੇ, ਸਾਨੂੰ ਬਹੁਤੇ ਮੱਥੇ ਟੇਕੋ, ਸਾਡੀ ਪੂਜਾ ਪ੍ਰਤਿਸ਼ਠਾ ਕਰੋ। ਸਾਡੇ ਜੀਵਨ ਤੜਕੇ ਅੰਮ੍ਰਿਤ ਵੇਲੇ ਉੱਠਣ ਵਾਲੇ, ਸਵਾਸ ਸਵਾਸ ਨਾਮ ਜਪਣ ਵਾਲੇ, ਪਰਉਪਕਾਰ ਵਾਲੇ, ਆਪਣੇ ਸਰੀਰ ਤੇ ਕਸ਼ਟ ਸਹਾਰ ਕੇ ਦੂਸਰਿਆਂ ਨੂੰ ਸੁਖ ਦੇਣ ਵਾਲੇ ਨਹੀਂ ਰਹਿ ਗਏ। ਇਸ ਵਾਸਤੇ ਯਤਨ ਕੀਤਾ ਹੈ ਕਿ ਜਿੰਨੇ ਸਾਡਾ ਭਾਈਚਾਰਾ ਹੈ,
ਕਵੀ ਸਿੰਘ, ਢਾਡੀ ਸਿੰਘ, ਪ੍ਰਚਾਰਕ ਸਿੰਘ ਤੇ ਗ੍ਰੰਥੀ ਸਿੰਘ, ਜਿਹੜਾ ਵੀ ਕੋਈ ਸ਼ਰਾਬ ਤੇ ਮਾਸ ਵਰਤਦਾ ਉਹਨੂੰ ਸਟੇਜ ਤੇ ਕਦੇ ਨਹੀਂ ਬਹਿਣ ਦੇਣਾ। ਨਹੀਂ ਭਾਈ ਤੂੰ ਸਟੇਜ ਤੇ ਖਲੋ ਕੇ ਤੂੰ ਪ੍ਰਚਾਰ ਕਰਨ ਦਾ ਕੀ ਲੱਗਦਾ ਹੈ, ਅਸੀਂ ਕੀ ਤੇਰੇ ਕੋਲੋਂ ਸੁਣੀਏ। ਹੁਣ ਤੂੰ ਇੱਥੇ ਸੰਗ ਪਾੜ ਪਾੜ ਕੇ ਇਹ ਗੱਲਾਂ ਕਹਿ ਰਿਹਾ, ਅੰਦਰ ਜਾ ਕੇ ਤੂੰ ਬੋਤਲ ਖੋਲ ਲੈਣੀ ਹੈ ਤੇ ਹੱਡੀਆਂ ਚੱਬਣੀਆਂ ਨੇ। ਸਾਨੂੰ ਨਹੀਂ ਤੇਰੇ ਪ੍ਰਚਾਰ ਦਾ ਅਸਰ, ਕੋਈ ਵੀ ਸਾਡਾ ਕੁਛ ਨਹੀਂ ਸਵਾਰਦਾ। ਅਸੀਂ ਨਹੀਂ ਤੇਰੇ ਕੋਲ ਇਹ ਗੱਲਾਂ ਸੁਣਨੀਆਂ। ਜੇ ਸਾਨੂੰ ਸੁਣਾਉਣਾ ਹੀ ਤਾਂ ਸਾਡੇ ਕੋਲ ਰੋਲ ਧਾਰਮਿਕ ਬਣ ਕੇ ਆ, ਅੰਦਰੋਂ ਜੀਵਨ ਜਿਹੋ ਜਿਹਾ ਤੇਰਾ ਨਾ ਉਹੋ ਜਿਹੀ ਗੱਲ ਸਾਡੇ ਨਾਲ ਕਰ। ਬਨਾਉਟੀ ਤੇ ਪਖੰਡ ਵਾਲੀ ਗੱਲ ਅਸੀਂ ਨਹੀਂ ਕਰਨ ਦੇਣੀ। ਗੁਰੂ ਕੀ ਕਿਰਪਾ ਹੋਈ ਹੈ, 20 ਜਥਿਆਂ ਨੂੰ ਅੰਮ੍ਰਿਤ ਛਕਾਇਆ, 20 ਜਥਿਆਂ ਨੂੰ ਆਹ 2 ਪ੍ਰੋਗਰਾਮਾਂ ਤੇ, ਔਰ ਉਹਨਾਂ ਦਾ ਸਤਿਕਾਰ ਕੀਤਾ ਹੈ, ਸਿਰੋਂ ਭਾਵ ਦਿੱਤੇ ਨੇ, ਔਰ ਉਹਨਾਂ ਨੂੰ ਕਿਹਾ ਕਿ ਹਰੇਕ ਸਟੇਜ ਤੇ ਤੁਹਾਡਾ ਆਦਰ ਸਤਿਕਾਰ ਕਰਿਆ ਕਰਾਂਗੇ। ਸੋ ਗੁਰੂ ਕੇ ਪਿਆਰਿਓ, ਜੇ ਪੰਥ ਦੀ ਚੜ੍ਹਦੀ ਕਲਾ ਚਾਹੁੰਦੇ ਹੋ ਤਾਂ ਤੁਸੀਂ ਵੀ ਇਹਨਾਂ ਸਟੇਜਾਂ ਤੇ ਪੜ੍ਹਨ ਕਰੋ ਕਿ ਜੇ ਸਿੰਘ ਨਾਮ ਵਾਲਾ ਤੇ ਦਾੜਾ ਰੰਗਿਆ ਨਾ ਹੋਵੇ, ਦਾੜਾ ਬੱਧਾ ਨਾ ਹੋਵੇ, ਦਾੜਾ ਮੁੰਨਿਆ ਨਾ ਹੋਵੇ, ਸ਼ਰਾਬ ਤੇ ਮਾਸ ਨਾ ਵਰਤਦਾ ਹੋਵੇ, ਅੰਮ੍ਰਿਤ ਧਾਰੀ ਹੋਵੇ, ਨਿਤਨੇਮੀ ਹੋਵੇ, ਫਿਰ ਆ ਕੇ ਜੇ ਸਾਨੂੰ ਕੋਈ ਸੁਣਾਵੇਗਾ ਤਾਂ ਸਾਡੇ ਮਨਾਂ ਤੇ ਅਸਰ ਪੈਣਾ, ਐਵੇਂ ਨਹੀਂ ਪੈਣਾ। ਇਹੋ ਜਿਹੇ ਪੜ੍ਹਨ ਗੁਰਪੁਰਬਾਂ ਤੇ ਇਹਨਾਂ ਸਟੇਜਾਂ ਤੋਂ ਵੀ ਸਾਰਿਆਂ ਥਾਵਾਂ ਤੋਂ ਹੋਣੇ ਚਾਹੀਦੇ ਨੇ। ਸੋ ਨਹੀਂ ਤਾਂ ਜਿਹੋ ਜਿਹੀ ਹਾਲਤ ਸੀ ਕਲਯੁਗ ਦੀ, ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਕਿਤੇ ਦੁਬਾਰਾ ਨਾ ਉਹ ਹਾਲਤ ਹੋ ਜਾਂਦੀ ਹੋਵੇ। ਰਖਵਾਰੀ ਕੋ ਸਦਨ ਕਰੇ, ਘਰ ਦੀ ਰਾਖੀ ਕੌਣ ਕਰਦਾ? ਉਹਦੀ ਬਾਰ ਰਖਵਾਰ ਨਿਰਪਾਲਾ। ਸੋ ਵਾੜ ਸੀ ਰਾਜੇ ਆਪਣੇ ਪ੍ਰਜਾ ਦੀ ਰਾਖੀ ਕਰਨ ਵਾਲੇ, ਪ੍ਰਜਾ ਖੀਦ ਕੋ ਖਾਦ ਘੋਟਾਲਾ। ਉਹ ਸਗੋਂ ਖੋਟੇ ਤਰੀਕੇ ਨਾਲ ਟੈਕਸ ਲਾ ਕੇ, ਮਸੂਲ ਲਾ ਕੇ ਪ੍ਰਜਾ ਨੂੰ ਖੋਟੇ ਤਰੀਕੇ ਨਾਲ ਉਹ ਵੀ ਲੁੱਟਣ ਲੱਗ ਪਏ ਸਨ। ਕਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉੱਡਰਿਆ, ਊੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀਂ ਕਹਿ ਚੜਿਆ। ਹਜੂਰ ਨੇ ਤਾਈਏ ਬਚਨ ਕੀਤੇ ਨੇ ਸੱਚੇ ਪਾਤਸ਼ਾਹ ਜੀ ਨੇ, ਰਾਜੇ ਸੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਕਾਓ, ਰਤ ਪਿਤ ਕੁੱਤਿਓ ਚੱਟ ਜਾਓ। ਸੱਚੇ ਪਾਤਸ਼ਾਹ ਜੀ ਨੇ ਇੱਕ ਦ੍ਰਿਸ਼ਟਾਂਤ ਦਿੱਤਾ, ਅਲੰਕਾਰ ਫਰਮਾਇਆ ਹੈ, ਔਰ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਕੋਈ ਨਹੀਂ ਕਹਿ ਸਕਦਾ। ਜਦੋਂ ਤੁਰਕਾਂ ਦਾ ਰਾਜ ਹੋਵੇ, ਇਕੱਲੇ ਇਕੱਲੇ ਆਦਮੀ ਦਾ ਉਸ ਮੌਕੇ ਤੇ ਉਹਨਾਂ ਦੇ ਮੂੰਹ ਤੇ ਕਹਿਣਾ, ਉਹ ਪਾਤਸ਼ਾਹ ਤੁਸੀਂ ਸ਼ੇਰਾਂ ਵਰਗੇ ਬਣੇ ਹੋਏ ਜੀ। ਸ਼ੇਰ ਜਦੋਂ ਰੱਜ ਪੁੱਜ ਕੇ ਸੁੱਤਾ ਹੋਵੇ ਨਾ, ਫਿਰ ਜੇ ਕੋਈ ਪਸ਼ੂ ਜਾਂ ਹੋਰ ਕੋਈ ਚੀਜ਼ ਨੇੜੇ ਆਵੇ ਤੇ ਜਿਹੜੇ ਕੁੱਤੇ ਹੁੰਦੇ ਨੇ ਨਾ ਕੋਲ, ਉਹ ਜਾ ਜਾ ਕੇ ਉਸ ਸ਼ੇਰ ਦੇ ਕੋਲ ਭੌਂਕਦੇ ਨੇ, ਉਹਨੂੰ ਜਾ ਕੇ ਜਗਾਉਂਦੇ ਨੇ। ਉਹ ਸ਼ੇਰ ਜਾ ਕੇ ਤੇ ਪੰਜਾ ਮਾਰਦਾ ਹੈ, ਉਹ ਮਾਰ ਕੇ ਤਰਦਾ ਤਰਦਾ ਮਾਸ ਉਹ ਖਾ ਜਾਂਦਾ ਹੈ, ਤੇ ਬਾਕੀ ਦਾ ਪਿੱਤਾ ਤੇ ਖੂਨ ਆਦਿ ਮਗਰੋਂ ਕੁੱਤੇ ਚੱਟ ਜਾਂਦੇ ਨੇ। ਮਹਾਰਾਜ ਕਹਿਣ ਲੱਗੇ ਤੁਸੀਂ ਸ਼ੇਰਾਂ ਵਰਗੇ ਜੇ, ਲੋਕਾਂ ਨੂੰ ਲੁੱਟ ਕੇ ਸੁੱਟ ਕੇ, ਖਾ ਪੀ ਕੇ, ਸ਼ਰਾਬਾਂ ਪੀ ਕੇ, ਕੁਰੀਤੀਆਂ ਕਰਕੇ ਮਹਿਲਾਂ ਵਿੱਚ ਸੁੱਤੇ ਪਏ ਜੇ। ਜਦੋਂ ਕੋਈ ਮੁਕੱਦਮਾ ਆਉਂਦਾ ਹੈ, ਕੋਈ ਢੱਗ ਆਉਂਦੀ ਹੈ, ਤਾਂ ਜਿਹੜੇ ਤੁਹਾਡੇ ਨੇ ਨਾ ਮੁਕੱਦਮੇ ਦਾਇਰ ਕਰਨ ਵਾਲੇ ਥਾਣੇਦਾਰ ਤੇ ਹੋਰ ਲੋਕ, ਉਹ ਕੁੱਤਿਆਂ ਵਰਗੇ ਤੁਹਾਡੇ ਕੋਲ ਭੱਜ ਕੇ ਆਉਂਦੇ ਨੇ ਕਿ ਚੰਗੀ ਗੱਲ ਬਣੀ ਹੈ, ਤੁਸੀਂ ਉੱਠੋ ਜਾਗੋ। ਫਿਰ ਤੁਸੀਂ ਪੰਜਾ ਮਾਰ ਦਿਓ, ਕਿਹੜਾ ਚਾਕਰ ਨਹਿੰਦਾ ਪਾਇਨ ਕਹੋ। ਜਿਹੜੇ ਤੁਹਾਡੇ ਅੱਗੇ ਨੌਕਰ ਨੇ ਜਾਂ ਤੁਹਾਡੀਆਂ ਪੁਲਿਸਾਂ ਨੇ, ਉਹਨਾਂ ਨੂੰ ਭੇਜ ਦਿਓ, ਉਹ ਜਾ ਕੇ ਦੁੱਖ ਦਿੰਦੇ ਨੇ ਉਹਨਾਂ ਲੋਕਾਂ ਨੂੰ, ਤੇ ਉਹ ਵੱਡੀਆਂ ਮੋਟੀਆਂ ਮੋਟੀਆਂ ਲੈ ਕੇ ਤੁਹਾਨੂੰ ਪਹੁੰਚਾਉਂਦੇ ਨੇ, ਤੇ 2 4 10 ਰੁਪਏ ਉਹ ਜਿਹੜੇ ਆ ਕੇ ਮੁਖਬਰੀਆਂ ਕਰਨ ਵਾਲੇ ਤੇ ਤੁਹਾਨੂੰ ਦੱਸਾਂ ਪਾਉਣ ਵਾਲੇ ਨੇ ਨਾ, ਕੁੱਤਿਆਂ ਵਰਗੇ, ਉਹ ਮਗਰੋਂ ਚੱਟ ਜਾਂਦੇ ਨੇ। ਉਹ ਵੀ ਖਾਲੀ ਨਹੀਂ ਉਹਨਾਂ ਨੂੰ ਜਾਣ ਦਿੰਦੇ, ਉਹ ਤੁਹਾਡਾ ਸੁਭਾਅ ਕੁੱਤਿਆਂ ਵਰਗਾ ਬਣ ਗਿਆ। ਧੰਨ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਹੋਰ ਵੀ ਕੋਈ ਹੈ ਜਿਹੜਾ ਮੌਕੇ ਤੇ ਕਹਿ ਦੇਵੇ ਪਾਤਸ਼ਾਹ ਦੇ ਮੂੰਹ ਤੇ? ਭਲਾ ਅੱਜ ਕੱਲ੍ਹ ਬੜੇ ਬਨੌਟੀ ਗੁਰੂ ਬਣੇ ਫਿਰਦੇ ਨੇ, ਇੱਕ ਸ਼ਹਿਰ ਦੇ ਵਿੱਚ, ਕਈ ਪਿੰਡਾਂ ਵਿੱਚ, ਇਲਾਕਿਆਂ ਵਿੱਚ ਬੜੇ ਗੁਰੂ ਅੱਜ ਹੇੜਾਂ ਦੀਆਂ ਹੇੜਾਂ ਤੁਰੀਆਂ ਫਿਰਦੀਆਂ ਨੇ, ਵੱਗਾਂ ਦੇ ਵੱਗ ਗੁਰੂਆਂ ਦੇ। ਪਰ ਜੇ ਵੇਖੀਏ ਗੁਰੂ ਕੇ ਪਿਆਰਿਓ, ਕੋਈ ਐਸਾ ਹੈ ਜਿਹੜਾ ਕਿਸੇ ਵਜ਼ੀਰ ਦੇ ਸਾਹਮਣੇ ਕਹਿ ਦੇਵੇ, ਜਿਹੜਾ ਕੁਰੀਤੀ ਕਰਨ ਵਾਲਾ ਵਜ਼ੀਰ ਹੈ, ਕਿ ਤੇਰਾ ਇਹੋ ਜਿਹਾ ਸੁਭਾਅ ਹੈ? ਵੇਖੀਏ ਭਲਾ ਕਿਸੇ ਨੂੰ ਕੋਈ ਗੱਲ ਕਹਿੰਦੇ ਨੂੰ, ਕਦੇ ਵੀ ਨਹੀਂ ਕਹਿ ਸਕੇਗਾ। ਧੰਨ ਗੁਰੂ ਨਾਨਕ ਸਾਹਿਬ ਹੀ ਕਹਿ ਸਕਦੇ ਨੇ, ਓਏ ਬਾਬਰ, ਤੂੰ ਬਾਬਰ ਨਹੀਂ, ਤੂੰ ਜਾਬਰ ਹੈ, ਤੇਰੇ ਬੰਦਿਆਂ ਵਾਲੇ ਕੰਮ ਨਹੀਂ, ਤੂੰ ਦਰਿੰਦਾ ਹੈ, ਖਿਆਲ ਕਰ ਕੁਛ, ਕਿਉਂ ਇੰਨਾ ਪਾਪ ਕਰਨ ਲੱਗਾ ਹੈ? ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿ ਸਕਦੇ ਆ। ਝੂਠਿਆਂ ਲੋਕਾਂ ਵਿਚਾਰਿਆਂ ਨੇ, ਜਿਨ੍ਹਾਂ ਨੇ ਉਹਨਾਂ ਦੇ ਤਰਸ ਤੇ ਜਿਉਣਾ ਹੈ, ਉਹਨਾਂ ਦੇ ਤਰਸ ਤੇ ਲੋਕਾਂ ਨੂੰ ਠੱਗਣਾ ਹੈ, ਉਹ ਨਹੀਂ ਕਦੇ ਵੀ ਉਹਨਾਂ ਨੂੰ ਉਲਟ ਕੇ ਕਹਿ ਸਕਣਗੇ। ਇਹ ਹਾਲਤ ਉਸ ਮੌਕੇ ਤੇ ਹੋ ਰਹੀ ਸੀ।
ਭਇਓ ਭਾਰ ਧਰ ਪਰ ਅਧਿਕ। ਸੋ ਇਸ ਪ੍ਰਕਾਰ ਧਰਤੀ ਦੇ ਉੱਪਰ ਬੜਾ ਭਾਰੀ ਭਾਰ ਪਾਪਾਂ ਦਾ ਹੋ ਗਿਆ। ਧਰਮ ਧਰਤ ਨਹਿ ਧੀਰ। ਧਰਮ ਧੀਰਜ ਨਹੀਂ ਸੀ ਧਾਰਦਾ। ਜਿਹੜਾ ਧਰਮ ਸੀ ਬੜਾ ਭਾਰੀ ਕਮਜ਼ੋਰਾ ਹੋ ਚੁੱਕਾ ਸੀ ਉਸ ਮੌਕੇ, ਭਾਉ ਭਗਤ ਨਹਿ ਜਗਤ ਮੇ। ਕਿਉਂਕਿ ਸੰਸਾਰ ਦੇ ਵਿੱਚ ਪ੍ਰੇਮਾ ਭਗਤੀ ਰਹੀ ਨਹੀਂ ਸੀ। ਭਈ ਭੈ ਭੀ ਬਿਗਲ ਭਈ ਭੈ ਭੀਰ। ਵਿਆਕੁਲ ਹੋ ਕਰਕੇ ਧਰਤੀ ਜਿਹੜੀ ਸੀ ਬੜੀ ਭਾਰੀ ਡਰ ਦੇ ਸਹਿਤ ਹੋ ਗਈ। ਅੱਜ ਫਿਰ ਕਿਤੇ ਪ੍ਰੇਮਾ ਭਗਤੀ ਖੰਭ ਲਾ ਕੇ ਤਾਂ ਨਹੀਂ ਉੱਡ ਰਹੀ। ਗੁਰੂ ਨਾਨਕ ਸਾਹਿਬ ਦੇ ਸਿੱਖਿਆ ਜੇ ਤੈਨੂੰ ਪੁੱਛ ਲੈਣ ਅੱਜ ਗੁਰੂ ਨਾਨਕ ਸਾਹਿਬ, ਤੂੰ ਤੜਕੇ ਅੰਮ੍ਰਿਤ ਵੇਲੇ ਉੱਠਦਾ, ਇਸ਼ਨਾਨ ਕਰਦਾ ਹੁੰਦਾ, 5 ਬਾਣੀਆਂ ਜ਼ਰੂਰ ਪੜ੍ਹਦਾ ਹੋਵੇਗਾ, ਵਾਹਿਗੁਰੂ ਮੰਤਰ ਦੇ ਸਿਮਰਨ ਦੇ ਵਿੱਚ ਕਿੰਨਾ ਚਿਰ ਚਿੱਤ ਜੋੜਦਾ ਹੈ, ਮੂਲ ਮੰਤਰ ਦਾ ਕਿੰਨਾ ਕਰਾਸ ਲੈਂਦਾ ਹੈ, ਧਰਮ ਦੀ ਕਿਰਤ ਕਰਦਾ ਹੁੰਦਾ, ਝੂਠ ਤਾਂ ਨਹੀਂ ਬੋਲਦਾ, ਫਿਰ ਤੂੰ ਦਸਵੰਧ ਵਿੱਚੋਂ ਕੱਢਦਾ, ਸ਼ਾਮ ਦੇ ਮੌਕੇ ਰਹਿ ਰਾਸ ਤੇ ਰਾਤ ਨੂੰ ਕੀਰਤਨ ਸੋਹਿਲਾ ਪੜ੍ਹ ਕੇ ਹੀ ਸੌਂਦਾ ਹੋਵੇਗਾ। ਜੇ ਕਿਤੇ ਗੁਰੂ ਨਾਨਕ ਸਾਹਿਬ ਜੀ ਇਉਂ ਪੁੱਛ ਲੈਣ ਤਾਂ ਆਪਣੀ ਕੀ ਹਾਲਤ ਹੋਵੇ, ਕਿਵੇਂ ਸ਼ਰਮਿੰਦੇ ਹੋਵਾਂਗੇ। ਤੇ ਕੀ ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ ਗੁਰੂ ਗ੍ਰੰਥ ਸਾਹਿਬ ਜੀ ਨਹੀਂ, ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਡੇ ਪਾਸੋਂ ਰੋਜ਼ ਪੁੱਛ ਰਿਹਾ। ਖਿਆਲ ਕਰਨਾ ਚਾਹੀਦਾ ਹੈ। ਅੱਜ ਫਿਰ ਕਿਤੇ ਗੁਰਸਿੱਖ ਕਹਾਉਂਦਾ ਹੋਇਆ ਵੀ ਪ੍ਰੇਮਾ ਭਗਤੀ ਤੋਂ ਵਾਂਝਾ ਨਾ ਹੋ ਜਾਂਦਾ ਹੋਵੇ। ਉਸ ਮੌਕੇ ਤੇ ਇਹੋ ਜਿਹੇ ਲੋਕ ਬਣ ਚੁੱਕੇ ਸਨ। ਏਕ ਓੰਕਾਰ ਆਰਾਧਨ ਕੀਨਾ। ਧਰਤੀ ਨੇ ਇੱਕ ਓੰਕਾਰ ਵਾਹਿਗੁਰੂ ਨੂੰ ਚੇਤੇ ਕੀਤਾ। ਅੰਤ ਬੇਨਤੀ ਭਈ ਅਧੀਨਾ। ਬਹੁਤ ਅਧੀਨ ਹੋ ਕਰਕੇ ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਏ। ਲਿਵ ਲਾ ਕੇ ਧਿਆਨ ਜੋੜ ਕੇ ਅਰਦਾਸ ਕੀਤੀ ਸੀ। ਉਸ ਮੌਕੇ ਤੇ ਧਰਤੀ ਨੇ ਪਰਮੇਸ਼ਰ ਪਰ ਪੁਰਖ ਪੁਰਾਤਨ। हे ਪਰਮੇਸ਼ਰ ਤੂੰ ਬੜਾ ਭਾਰੀ ਜੋ ਐਸਾ ਹੈ। ਪਰਮ ਪੁਰਾਵਰ ਨਾਥ ਸਨਾਤਨ। ਇਹ ਸਾਰੇ ਪਰਮੇਸ਼ਰ ਦੇ ਗੁਣ ਕਹਿ ਕਰਕੇ ਬੇਨਤੀ ਕੀਤੀ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਕਿ ਕਲਮਲ ਕਲ ਕੇ ਕਾਲ ਬਿਥਾਰਾ। ਕਲ ਯੁਗ ਦੇ ਸਮੇਂ ਨੇ ਬੜੇ ਭਾਰੀ ਆਪਣੇ ਪਾਪ ਹੀ ਫੈਲਾ ਦਿੱਤੇ ਹਨ। ਮੈਂ ਭਾਰ ਨਾ ਜਾਏ ਸੰਭਾਰਾ। ਹੁਣ ਨਹੀਂ ਮੇਰੇ ਪਾਸੋਂ ਭਾਰ ਚੱਕਿਆ ਜਾਂਦਾ। ਪਾਪਾਂ ਦਾ ਭਾਰ ਬਹੁਤਾ ਹੋ ਗਿਆ। ਮੈਂ ਤਾਂ ਨਿਗਰਦੀ ਹੋਈ ਨਰਕਾਂ ਨੂੰ ਜਾ ਰਹੀ ਹਾਂ। ਅਤ ਦੁਸ਼ਟਰੇ ਦੁਖ ਵੇਲਾ ਭਇਓ। ਮੇਰੇ ਤੇ ਬੜਾ ਭਾਰੀ ਉਖਿਆਈ ਵਾਲਾ ਵੇਲਾ ਆ ਗਿਆ ਹੈ। ਪਰਮੇਸ਼ਰ ਮੇਰੇ ਤੇ ਤਰਸ ਕਰ। ਬਿਨ ਅਵਲੰਬ ਜਾਤ ਨਹਿ ਰਹਿਓ। ਹੁਣ ਬਿਨਾਂ ਨਾਮ ਦੇ ਆਸਰੇ ਤੋਂ, ਧਰਮ ਦੇ ਆਸਰੇ ਤੋਂ ਬਿਨਾਂ ਮੇਰੇ ਪਾਸੋਂ ਰਿਹਾ ਨਹੀਂ ਜਾ ਸਕਦਾ। ਥੰਮੈ ਕੋਇ ਨਾ ਸਾਧ ਬਿਨ, ਸਾਧ ਨਾ ਦਿਸੈ ਜਗ ਵਿੱਚ ਕੋਆ। ਦੋਹਰਾ ਸਤਜੁਗ ਮੈਂ ਚਾਰੋਂ ਚਰਨ। ਸਤਜੁਗ ਦੇ ਵਿੱਚ ਧਰਮ ਦੇ 4 ਚਰਨ ਸਨ, 4 ਪੈਰ ਸਨ, 7 ਤਪ ਸੌਚ ਤੇ ਦਾਨ। ਰੇਤੇ 3 ਰਹਾਏ। ਰੇਤੇ ਦੇ ਵਿੱਚ 3 ਰਹਿ ਗਏ। ਸੋ ਜਿਹੜਾ ਇਸ ਪ੍ਰਕਾਰ ਸੱਚ ਸੀ ਉਹ ਲੋਕੀ ਬੋਲਣੋਂ ਹਟ ਗਏ। ਦੁਆਪਰ ਮੈਂ 2 ਰਹੇ। ਦੁਆਪਰ ਦੇ ਵਿੱਚ 2 ਪੈਰ ਕੇਵਲ ਰਹਿ ਗਏ। ਕਲ 1 ਚਰਨ ਟਿਕਾਏ। ਕਲ ਯੁਗ ਦੇ ਵਿੱਚ ਇੱਕੋ ਇੱਕ ਚਰਨ ਹੈ ਕੇਵਲ ਦਾਨ ਦਾ, ਇੱਕੋ ਇੱਕ ਰਹਿ ਗਿਆ। ਬਾਕੀ ਲੋਕਾਂ ਨੇ ਪਵਿੱਤਰਤਾ ਵੀ ਛੱਡ ਦਿੱਤੀ। ਲੋਕੀ ਅੱਗੇ ਪਸ਼ੂਆਂ ਨੂੰ ਇੱਕ ਖੁਰਲੀ ਵਿੱਚ ਪੱਠੇ ਪਾਉਂਦੇ ਸੀ ਤੇ ਪਸ਼ੂ ਖਲੋ ਕੇ ਖਾਂਦੇ ਸੀ। ਅੱਜ ਮਨੁੱਖ ਵੀ ਤਕਰੀਬਨ ਬਹੁਤ ਹੀ ਤਰੱਕੀ ਕਰਕੇ ਤੇ ਉਹੋ ਜਿਹਾ ਬਣਨ ਲੱਗਾ ਹੈ। ਨਹੀਂ ਪੈਰਾਂ ਤੋਂ ਜੁੱਤੀ ਲਾਉਣੀ, ਨਹੀਂ ਬੂਟ ਲਾਉਣੇ, ਇੱਕੇ ਥਾਂ ਤੇ ਖਲੋ ਕੇ ਇੱਕੇ ਥਾਂ ਹੀ ਸਭ ਕੁਝ ਰੱਖ ਲਿਆ, ਮੂੰਹ 'ਚ ਪਾ ਕੇ ਖੜੇ ਖੜੋਤੀ ਉਸੇ ਤਰ੍ਹਾਂ ਖਾਈ ਗਏ ਇੱਕੇ ਥਾਂ ਤੋਂ। ਸਿਗਟਾਂ ਵਾਲਾ ਵੀ ਉੱਥੇ, ਦੂਜਾ ਵੀ ਉੱਥੇ, ਤੀਜਾ ਵੀ ਉੱਥੇ। ਬੜੀ ਤਰੱਕੀ ਕਰ ਗਿਆ ਸਿੱਖ ਅੱਜ ਕੱਲ੍ਹ ਦਾ। ਲੋਕੀ ਚਲੇ ਗਏ ਨੇ ਚੰਦਰਮਾ ਤੋਂ ਵੀ ਉਤਾਂ ਨੂੰ, ਤੇ ਸਿੱਖ ਅਸਲੋਂ ਠਾਹ ਨੂੰ ਚਲਾ ਗਿਆ। ਵਿਚਾਰ ਲਵੇ ਮੈਂ ਮਨੁੱਖ ਤੋਂ ਕੀ ਬਣ ਗਿਆ ਹਾਂ। ਇਹ ਜਿਹੜਾ ਗੁਣ ਸੀ ਬੜਾ ਭਾਰੀ ਪਵਿੱਤਰਤਾ ਵਾਲਾ, ਸੌਚ ਵਾਲਾ, ਇਹ ਅੱਜ ਛੱਡ ਦਿੱਤਾ ਹੈ। ਕਿਉ ਪਈ ਕਲਮਲ ਮੈਂ ਆਇਓ ਕਲ ਕਾਲਾ। ਕਲ ਯੁਗ ਦਾ ਬੜਾ ਭਾਰੀ ਇਹ ਪਾਪ ਰੂਪ ਸਮਾਂ ਆ ਗਿਆ। ਭਇਓ ਦੁਜਾਂ ਤੇ ਭਾਰ ਬਿਸਾਲਾ। ਇਸ ਵਾਸਤੇ ਭਾਰੀ ਭਾਰ ਹੋ ਗਿਆ। ਧਰਤੀ ਕਹਿਣ ਲੱਗੀ ਇੱਕ ਚਰਨ ਤੇ ਟਿਕਾ ਨਾ ਜਾਏ। ਇੱਕ ਚਰਨ ਦੇ ਭਾਰ ਮੈਥੋਂ ਨਹੀਂ ਟਿਕਿਆ ਜਾ ਸਕਦਾ। ਬਿਨ ਅਵਲੰਬ ਨਾ ਥਿਰਤਾ ਪਾਈ। ਬਿਨਾਂ ਆਸਰੇ ਤੋਂ ਮੈਂ ਟਿਕਾ ਕਿਵੇਂ ਪਾ ਲਵਾਂ। ਏਕ ਓੰਕਾਰ ਬਿਨੈ ਸੁਨ ਲੀਜੈ। ਇੱਕ ਓੰਕਾਰ ਵਾਹਿਗੁਰੂ ਮੇਰੀ ਬੇਨਤੀ ਸੁਣ ਲੈ। ਫਿਰ ਹੋਵੋ ਕੋ ਅਵਲੰਬ ਦੀਜੈ। ਮੈਨੂੰ ਕੋਈ ਆਸਰਾ ਦੇ ਜਿਸ ਕਰਕੇ ਮੈਂ ਇਸ ਤੋਂ ਮੈਂ ਟਿਕ ਸਕਾਂ। ਜੋਤੀ ਰੂਪੇ ਆਤਰੀ ਬਾਣੀ। ਜੋਤੀ ਸਰੂਪ ਵਾਹਿਗੁਰੂ ਪਰਮੇਸ਼ਰ ਨੇ ਬੜੀ ਭਾਰੀ ਅਸਤੀ ਦੁਖਦਾਇਕ ਜਿਹੜੀ ਬੇਨਤੀ ਸੀ। ਸੁਨਤ ਵਿਚਾਰ ਕੀਨ ਸੁਖਦਾਨੀ। ਸੁਣ ਕਰਕੇ ਸੁਖਾਂ ਦੇ ਦਾਤੇ ਵਾਹਿਗੁਰੂ ਨੇ ਮਨ ਵਿੱਚ ਇਹ ਵਿਚਾਰ ਕੀਤੇ। ਇਸ ਕਾਰਜ ਕੋ ਬਹੁਤ ਪਠਾਏ। ਇਸ ਕਾਰਜ ਨੂੰ ਕਰਨ ਵਾਸਤੇ ਅਸੀਂ ਬੜੇ ਭੇਜੇ ਨੇ। 23 ਅਵਤਾਰ ਵਿਸ਼ਨੂੰ ਦੇ, 11 ਅਵਤਾਰ ਸ਼ਿਵ ਜੀ ਦੇ ਤੇ 7 ਅਵਤਾਰ ਬ੍ਰਹਮਾ ਦੇ। ਪਰ ਸਭ ਆਪਣੀ ਆਪਣੀ ਉਰਜਾਨਾ ਪਾਰ ਬ੍ਰਹਮ ਕਾਹੂ ਨਾ ਪਛਾਨਾ। ਆਪਣੀ ਆਪਣੀ ਪਰਤ ਸੋਭ ਭੀ ਤਾਂ ਕਿ ਬਾਤ ਬਿਸਰ ਜਾਤੀ ਭੀ। ਅਕਾਲ ਪੁਰਖ ਦੀ ਗੱਲ ਹੀ ਭੁੱਲ ਗਈ। ਆਪੋ ਆਪਣੀ ਪੂਜਾ ਵਿੱਚ ਸਾਰਿਆਂ ਨੇ ਲਾ ਲਿਆ।
ਪਰਮੇਸ਼ਰ ਤੱਕ ਕਿਸੇ ਨੇ ਵੀ ਨਾ ਪਹੁੰਚਾਇਆ। ਜਾਏ ਤਹਾਂ ਨਿਜ ਪੰਥ ਚਲਾਏ, ਜਾ ਕੇ ਆਪੋ ਆਪਣੇ ਪੰਥ ਚਲਾ ਲਏ ਲੋਕਾਂ ਨੇ। ਵਿਸਰੇ ਜਾਂ ਕਾਰਜ ਤਹਿ ਗਏ, ਜਿਸ ਕਾਰਜ ਵਾਸਤੇ ਇੱਥੇ ਆਏ ਸੀ ਉਸ ਨੂੰ ਭੁੱਲ ਹੀ ਗਏ। ਆਪਣੇ ਆਪਣੇ ਮਤ ਠਹਿਰਾਏ, ਆਪੋ ਆਪਣੇ ਮਤ ਸਾਰਿਆਂ ਨੇ ਬਣਾ ਲਏ। ਕਿਨਹੋ ਨਾ ਮਹਿਮਾ ਨਾਮ ਬਿਥਾਰੀ, ਨਾਮ ਦੀ ਮਹਿਮਾ ਕਿਸੇ ਨੇ ਵੀ ਨਹੀਂ ਫਲਾਉਣਾ ਕੀਤੀ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਹੈ ਕਿ ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਅਨਰੂਤ ਨਾਹੀ ਮਤ ਭਰਮ ਭੂਲੋ ਭੂਲੋ। ਇਹ ਬਚਨ ਕੇਵਲ ਗੁਰੂ ਨਾਨਕ ਸਾਹਿਬ ਜੀ ਨੇ ਕਹੇ ਨੇ, ਬਾਕੀ ਹੋਰ ਕੋਈ ਨਹੀਂ ਕਹਿ ਸਕਿਆ। ਭਾਉ ਭਗਤ ਕੀ ਰੀਤ ਨਾ ਡਾਰੀ, ਪਰਮੇਸ਼ਰ ਦੀ ਪ੍ਰੇਮਾ ਭਗਤੀ ਦੀ ਮਰਿਆਦਾ ਕਿਸੇ ਨੇ ਚਲਾਈ ਨਹੀਂ ਦੁਨੀਆ ਵਿੱਚ। ਜਿਉ ਹੋਵਤ ਅਵਲੰਬਤ ਸ਼ੋਨੀ, ਜਿਵੇਂ ਧਰਤੀ ਆਸਰੇ ਸਹਿਤ ਹੋ ਜਾਂਦੀ, ਇਉਂ ਵਿਚਾਰ ਬੋਲੇ ਜਗ ਜੋਨੀ। ਇਹ ਗੱਲ ਮਨ ਵਿੱਚ ਵਿਚਾਰ ਕੇ ਜਗ ਦੇ ਕਾਰਨ ਰੂਪ ਪਰਮੇਸ਼ਰ ਇਉਂ ਬੋਲਿਆ, ਧਰਤੀ ਨੂੰ ਕਹਿਣ ਲੱਗਾ ਵਾਹਿਗੁਰੂ। ਨਾਮ ਕੀਰਤਨ ਬਿਥਰਾਓ ਜਬ ਹੀ, ਜਦੋਂ ਮੈਂ ਜਾ ਕਰਕੇ ਨਾਮ ਤੇ ਗੁਰੂ ਕੀ ਬਾਣੀ ਦਾ ਕੀਰਤਨ ਫੈਲਾਵਾਂਗਾ ਨਾ ਦੁਨੀਆ ਵਿੱਚ, ਕੁਝ ਅਵਲੰਬ ਹੋਏ ਹੈ ਤਬ ਹੀ, ਧਰਤੀ ਤਾਂ ਤੈਨੂੰ ਆਸਰਾ ਮਿਲੇਗਾ। ਕੀਰਤਨ ਤੇ ਗੁਰੂ ਕੇ ਨਾਮ ਬਾਣੀ ਤੋਂ ਬਿਨਾਂ ਤੈਨੂੰ ਆਸਰਾ ਨਹੀਂ ਮਿਲਣਾ। ਅੱਜ ਮੁੜ ਕਿਹਾ ਜਾ ਰਿਹਾ ਹੈ ਨਰਕਧਾਰੀਆਂ ਵੱਲੋਂ, ਕਹਿੰਦੇ ਉਹ ਗੁਰਦੁਆਰੇ ਨਾ ਜਾਇਓ, ਹਰ ਰੋਜ਼ ਉਹੀ ਆਸਾ ਦੀ ਵਾਰ ਦਾ ਕੀਰਤਨ, ਹਰ ਰੋਜ਼ ਉਹੀ ਵਾਹਿਗੁਰੂ ਵਾਹਿਗੁਰੂ ਕਹੀ ਜਾਣਾ, ਹਰ ਰੋਜ਼ ਉਹੀ ਸੁਖਮਨੀ ਸਾਹਿਬ ਦਾ ਪਾਠ ਤੇ ਉਹੀ ਪੰਜੇ ਬਾਣੀਆਂ ਦੇ ਨਿਤਨੇਮ। ਇਉਂ ਨਾ ਕਰਿਓ। ਉਹਨਾਂ ਨੂੰ ਪੁੱਛ ਕੇ ਵੇਖਿਓ ਭਲਿਓ ਮਾਨਸੋ, ਸਰੀਰ ਨੂੰ ਕਾਇਮ ਰੱਖਣ ਵਾਸਤੇ ਦੁਨਿਆਵੀ ਖੁਰਾਕ ਹੈ ਤੇ ਆਤਮਿਕ ਖੁਰਾਕ ਹੈ ਪਰਮੇਸ਼ਰ ਦਾ ਨਾਮ। ਤੁਸੀਂ ਜਿਉਂ ਜੰਮੇ ਜੇ ਉਹੀ ਪਾਣੀ ਪੀਤੀ ਜਾਂਦੇ ਜੇ, ਜਿਉਂ ਜੰਮੇ ਜੇ ਉਹੀ ਰੋਟੀ ਖਾਈ ਜਾਂਦੇ ਜੇ, ਉਸੇ ਹੀ ਹਵਾ ਵਿੱਚ ਸਵਾਸ ਲਈ ਜਾਂਦੇ ਜੇ। ਤੁਸੀਂ ਕੋਈ ਸ਼ਕਲ ਕਰੋ, ਪਾਣੀ ਨਾ ਪੀਆ ਕਰੋ, ਰੋਟੀ ਨਾ ਖਾਇਆ ਕਰੋ, ਸਾਹ ਨਾ ਲਿਆ ਕਰੋ, ਭਾਵ ਮਰ ਮੁੱਕ ਜਾਓ, ਤਾਂ ਕਹਿ ਸਕਦੇ ਜੇ ਕਿ ਉਹੀ ਨਾਮ ਹਰ ਰੋਜ਼ ਨਹੀਂ ਜਪਣਾ, ਉਹੀ ਬਾਣੀ ਹਰ ਰੋਜ਼ ਨਹੀਂ ਪੜ੍ਹਨੀ। ਸੋ ਇਹ ਕਿੰਨਾ ਗੁਰੂ ਨਾਨਕ ਸਾਹਿਬ ਦੇ ਮਤ ਤੋਂ ਉਲਟ ਪ੍ਰਚਾਰ। ਗੁਰੂ ਕੇ ਸਿੱਖੋ ਕੁਝ ਧਿਆਨ ਕਰਨਾ ਪਵੇਗਾ, ਖਿਆਲ ਕਰਨਾ ਪਵੇਗਾ। ਉਹ ਲੋਕ ਖੰਡੇ ਦੇ ਅੰਮ੍ਰਿਤ ਨੂੰ ਮਿੱਠਾ ਪਾਣੀ ਕਹਿ ਰਹੇ ਨੇ ਔਰ ਤੁਹਾਡੇ ਸਰੋਵਰਾਂ ਨੂੰ ਛੱਪੜ ਦੱਸ ਕੇ ਕਹਿੰਦੇ ਨੇ ਪੂਰ ਦੇਣੇ ਚਾਹੀਦੇ ਨੇ। ਮੱਤ ਮਾਰੇਗੀ ਉਹਨਾਂ ਲੋਕਾਂ ਦੀ। ਉਹਨਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਸੱਚੇ ਪਾਤਸ਼ਾਹ ਜੀ ਨੇ ਨਾਮ ਦੀ, ਕੀਰਤਨ ਦੀ ਤੇ ਭਾਵ ਭਗਤੀ ਦੀ ਰੀਤੀ ਜਿਹੜੀ ਚਲਾਈ ਸੀ, ਉਹਨੂੰ ਉਹ ਲੋਕ ਬੰਦ ਕਰਨਾ ਚਾਹੁੰਦੇ ਹਨ। ਫਿਰ ਪਾਪੀ ਕੁਝ ਅਵਲੰਬ ਹੋਏ ਹੈ ਤਬ ਹੀ, ਤਾਂ ਧਰਤੀ ਤੈਨੂੰ ਆਸਰਾ ਪ੍ਰਾਪਤ ਹੋਵੇਗਾ। ਜਾਂ ਤੇ ਪ੍ਰਗਟਾਵੋਂ ਜਗ ਆਏ, ਇਸ ਵਾਸਤੇ ਮੈਂ ਸੰਸਾਰ ਵਿੱਚ ਆ ਕੇ ਨਾਮ ਤੇ ਕੀਰਤਨ ਦੀ ਮਹਿਮਾ ਪ੍ਰਗਟ ਕਰਾਂਗਾ। ਉਹ ਬਿਨ ਹੋਤ ਨਾ ਆਨ ਉਪਾਏ, ਮੇਰੇ ਆਪ ਆਪਣੇ ਆਏ ਤੋਂ ਬਿਨਾਂ ਇਹ ਯਤਨ ਨਹੀਂ ਹੋ ਸਕਣਾ। ਇਹ ਪਰਮੇਸ਼ਰ ਨੇ ਆਪਣੇ ਮਨ ਵਿੱਚ ਅਨੁਭਵ ਕੀਤਾ ਕਿ ਜਦੋਂ ਤੱਕ ਮੈਂ ਆਪ ਨਹੀਂ ਨਾ ਜਾਵਾਂਗਾ ਤਦੋਂ ਤੱਕ ਇਹ ਕਾਰਜ ਨਹੀਂ ਹੋਣਾ। ਧਰਮ ਧਾਮ ਧਰ ਧੀਰਜ ਦੀਨੋ, ਇਉਂ ਧਰਤੀ ਧਰਮ ਦੇ ਘਰ ਰੂਪ ਨੇ ਪਰਮੇਸ਼ਰ ਨੇ ਧਰਤੀ ਨੂੰ ਧੀਰਜ ਦਿੱਤੀ। ਪਾਏ ਅਲੰਬ ਹੋਏ ਦੁਖ ਛੀਨੋ, ਆਸਰਾ ਪ੍ਰਾਪਤ ਕਰਕੇ ਜਿਵੇਂ ਉਸ ਦਾ ਦੁੱਖ ਸਾਰਾ ਨਾਸ ਹੋ ਜਾਵੇ। ਸੁਣ ਕਰ ਗਿਰਾ ਗਗਨ ਕੀ ਸ਼ੋਨੀ, ਆਕਾਸ਼ ਬਾਣੀ ਇਹ ਸੁਣ ਕਰਕੇ ਜਿਹੜੀ ਧਰਤੀ ਸੀ, ਪੁਰ ਕਰ ਪਰਮ ਹਰਖ ਮੁਖ ਮੋਨੀ। ਸੋ ਆਪਣੇ ਚਿੱਤ ਵਿੱਚ ਬੜੀ ਭਾਰੀ ਖੁਸ਼ੀ ਕਰਕੇ ਚਿੱਤ ਵਿੱਚ ਚੁੱਪ ਹੋ ਗਈ ਸੀ ਜਿਹੜੀ ਸਾਰੀ ਧਰਤੀ ਸੀ। ਦੋਹਰਾ ਕਾਰਨ ਗੁਰ ਅਵਤਾਰ ਕੋ, ਭਾਈ ਸਤਿਗੁਰੂ ਜੀ ਦੇ ਅਵਤਾਰ ਧਾਰਨ ਦਾ ਜਿਹੜਾ ਕਾਰਨ ਸੀ, ਮੈਂ ਬਰਨਿਓ ਚਿਤ ਲਾਏ। ਭਾਈ ਸਾਹਿਬ ਜੀ ਕਹਿੰਦੇ ਬੜਾ ਚਿੱਤ ਲਾ ਕੇ ਅਸੀਂ ਤੁਹਾਨੂੰ ਦੱਸਿਆ ਗੁਰੂ ਕੇ ਸਿੱਖੋ। ਜਨਮ ਕੀ ਅਬ ਕਥਾ, ਮਹਾਰਾਜ ਸਾਹਿਬ ਦੇ ਜਨਮ ਦੀ ਕਥਾ ਹੁਣ ਥੋੜਾ ਸਮਾਂ ਸੁਣ ਲਓ। ਸ੍ਰੀ ਅੰਗਦ ਸੁਖਦਾਏ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸਾਹਿਬ ਸੁਖਦਾਤੇ ਜੀ ਨੂੰ ਦੱਸ ਰਹੇ ਨੇ। 97 ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੱਸਣ ਲੱਗੇ ਹਨ ਆਪ ਕਿ ਸਾਰਿਆਂ ਦੇਸ਼ਾਂ ਦਾ ਰਾਜਾ ਰੂਪ ਬਾਰ ਦੇਸ਼ ਸੀ। ਸੋ ਜਿਸ ਦੇ ਵਿੱਚ ਸਾਰੇ ਜਿਹੜੇ ਪ੍ਰਜਾ ਦੇ ਲੋਕ ਸਨ ਬੜੇ ਸੁਖ ਸਹਿਤ ਰਹਿ ਰਹੇ ਸਨ। ਸੋ ਜਿਹੜੀ ਰਾਵੀ ਨਦੀ ਹੈ ਇੱਕ ਪਾਸੇ ਇਹ ਸੀ, ਸੋਹਣੀਆਂ ਇਹਦੀਆਂ ਲਹਿਰਾਂ ਉਛਲ ਰਹੀਆਂ ਸਨ। ਇਹ ਮਾਨੋ ਸੋਹਣਾ ਇੱਕ ਇਹ ਆਪਣੇ ਵੱਲੋਂ ਪੱਖਾ ਕਰ ਰਹੀ ਸੀ ਬਾਰ ਦੇਸ਼ ਰੂਪੀ ਰਾਜੇ ਦੇ ਉੱਪਰ, ਤੇ ਦੂਸਰੇ ਪਾਸੇ ਸੀ ਖਾਲਸਾ ਜੀ ਜਿਹੜੀ ਨਦੀ, ਸੋ ਸੋਮਨੀਕ ਚੰਦਰਭਗਾ ਚਨਾਬ ਜਿਸ ਨੂੰ ਕਹਿੰਦੇ ਹਨ, ਇਹ ਦਰਿਆ ਸੀ। ਦੂਸਰੇ ਪਾਸੇ ਇਹਦੀਆਂ ਸੋਹਣੀਆਂ ਲਹਿਰਾਂ ਜਿਹੜੀਆਂ ਸਨ ਮਾਨੋ ਇਹ ਚੌਰ ਕਰ ਰਹੀ ਹੈ। ਇਹ ਦੋਵੇਂ ਨਦੀਆਂ ਦੋ ਪਾਸਿਆਂ ਤੋਂ ਬਾਰ ਦੇਸ਼ ਰੂਪੀ ਰਾਜੇ ਦੇ ਉੱਪਰ ਚੌਰ ਕਰ ਰਹੀਆਂ ਨੇ। ਉੱਥੇ ਰਹਿਣ ਵਾਲੇ ਜਿਹੜੇ ਲੋਕ ਸਨ ਉਹ ਬੜੇ ਭਾਰੀ ਪਰਉਪਕਾਰੀ ਤੇ ਦੂਸਰੇ ਨਾਲ ਪਿਆਰ ਕਰਨ ਵਾਲੇ ਸਨ। ਜਿਹੜੇ 7 ਪ੍ਰਕਾਰ ਦਾ ਬਿਮਾਰੀ ਪੈਂਦੀ ਹੈ ਖੇਤੀਆਂ ਨੂੰ, ਉਹ ਬਿਲਕੁਲ ਜਿੱਥੇ ਨਹੀਂ ਸੀ। ਰਾਈ ਜਾਂਦਿਆਂ ਨੇ ਚਿੱਤ ਪਰਚ ਜਾਂਦਾ ਸੀ। ਸੋਹਣੇ ਬਿਰਛ ਖੜੇ ਸਨ ਜਿਨ੍ਹਾਂ ਨੂੰ ਫਲ ਫੁੱਲ ਬੜੇ ਸੋਹਣੇ ਲੱਗੇ ਹੋਏ ਸਨ।
ਉੱਥੋਂ ਦੇ ਰਹਿਣ ਵਾਲੇ ਲੋਕ ਬੜੇ ਭਾਰੇ ਸੋਹਣੀ ਮਰਿਆਦਾ ਵਾਲੇ ਸਨ, ਗੁਣਾਂ ਨੂੰ ਗ੍ਰਹਿਣ ਕਰਨ ਵਾਲੇ ਤੇ ਸਾਰੇ ਵਿਦਿਆ ਪੜ੍ਹੇ ਹੋਏ ਸਨ। ਇਸ ਪ੍ਰਕਾਰ ਐਸੇ ਸੁੰਦਰ ਦੇਸ਼ ਦੇ ਵਿੱਚ, ਭਾਰਤ ਖੰਡ ਦੇ ਵਿੱਚ ਇਹ ਸੋਹਣਾ ਦੇਸ਼ ਸੀ। ਉਸ ਦੇਸ਼ ਦੇ ਵਿੱਚ ਸਹਿਮੈ ਤਲਵੰਡੀ ਭਲ ਨਗਰੀ, ਇੱਕ ਰਾਏ ਭੋਏ ਦੀ ਤਲਵੰਡੀ ਨਾਮੇ ਇੱਕ ਨਗਰੀ ਸੀ। ਚਾਰ ਵਰਨ ਕਰ ਪੂਰਤ ਸਗਰੀ, ਇਹ ਚਾਰੇ ਵਰਨ ਉੱਥੇ ਖੱਤਰੀ, ਬ੍ਰਾਹਮਣ ਤੇ ਸੂਦ ਵੈਸ ਉਸ ਨਗਰੀ ਦੇ ਵਿੱਚ ਰਹਿੰਦੇ ਸਨ, ਨਨਕਾਣੇ ਸਾਹਿਬ ਦੇ ਵਿੱਚ। ਇਹ ਕੀ ਚਾਹੁੰਦੇ ਸਬਾਗ ਸੁਹਾਵਾ, ਜਿਸ ਦੇ ਚਾਰ ਚਫੇਰੇ ਬੜਾ ਭਾਰੀ ਬਾਗ ਸੋਭਨੀਕ ਹੋ ਰਿਹਾ ਸੀ। ਕੁਸਮ ਬਾਟਕਾ ਬਹੁ ਸ਼ਬ ਪਾਵਾ, ਬਹੁਤ ਸਾਰੀਆਂ ਫੁੱਲਾਂ ਦੀਆਂ ਬਗੀਚੀਆਂ ਸ਼ੋਭਾ ਪਾ ਰਹੀਆਂ ਸਨ। ਨਗਰ ਕੋਟ ਡੇਢ ਬਨਿਓ ਉਤੰਗ, ਇਸ ਪ੍ਰਕਾਰ ਇਹ ਬੜੇ ਸੋਹਣਾ ਸ਼ਹਿਰ ਬਣਿਆ ਹੋਇਆ ਸੀ, ਮਾਨੋ ਵਿਸ਼ਵਕਰਮਾ ਨੇ ਇਹ ਆਪ ਆ ਕੇ ਬਣਾਇਆ ਸੀ। ਬੜੇ ਉੱਥੇ ਸਾਰੇ ਧਰਮੀ ਲੋਕ ਜਿਹੜੇ ਰਹਿ ਰਹੇ ਸਨ। ਉੱਥੇ ਬੜੀ ਸੋਹਣੀ ਬੇਦੀਆਂ ਦੀ ਬੱਸ ਜਿਹੜੀ ਚੱਲ ਰਹੀ ਸੀ। ਅਸ ਬੇਦੀ ਵਾਸੀ ਤਲਵੰਡੀ ਦੇ ਵਿੱਚ ਇਹ ਸੋਹਣੇ ਜਿਹੜੇ ਬੇਦੀ ਸਨ ਵਸ ਰਹੇ ਸਨ, ਜਿਨ ਕੀ ਬਹੁ ਕੀਰਤ ਜਗ ਮੰਡੀ, ਜਿਨ੍ਹਾਂ ਦੀ ਮਹਿਮਾ ਬੜੀ ਭਾਰੀ ਸੰਸਾਰ ਦੇ ਵਿੱਚ ਸੀ। ਨਿਰੰਕਾਲ ਤਹਿ ਰਹਿਤ ਬਿਤਾਈ, ਉੱਥੇ ਚਿਰਕਾਲ ਤੋਂ ਰਹਿੰਦੇ ਜਦੋਂ ਸਮਾਂ ਗੁਜ਼ਾਰਿਆ। ਆ ਸ਼ਿਵ ਰਾਮ ਤਾਸ ਕੁਲ ਮਾਹੀ, ਉਸ ਕੁਲ ਦੇ ਵਿੱਚ ਬਾਬਾ ਸ਼ਿਵ ਰਾਮ ਜੀ ਹੋਏ, ਬ੍ਰਿਤ ਸ਼ਾਂਤ ਕੀ ਜਿਨ ਮਨ ਕੀਨੀ, ਜਿਨੇ ਆਪਣੀ ਮਨ ਦੀ ਬਿਰਤੀ ਨੂੰ ਬੜੀ ਸ਼ਾਂਤ ਕੀ ਬਣਾਇਆ ਹੋਇਆ ਸੀ, ਟਿਕਾਅ ਵਾਲੀ ਬਣਾਇਆ ਹੋਇਆ ਸੀ। ਜੀਵਾ ਰਾਜ ਤਮ ਕੀ ਤਜ ਦੀਨੀ, ਰਜੋਗੁਣ ਤੇ ਤਮੋਗੁਣ ਦੀ ਉਪਜੀਵਕਾ ਤਿਆਗ ਦਿੱਤੀ ਸੀ ਜਿਸ ਨੇ। ਹੋਏ ਅਹਿੰਸ ਆਯੁਧ ਕਰ ਛੋੜੇ, ਹੱਥ ਵਿੱਚ ਇਹਨੇ ਸ਼ਸਤਰ ਛੱਡੇ ਤੇ ਸਨ ਤੇ ਜੀਵ ਘਾਤ ਨਹੀਂ ਸੀ ਕਰਦਾ ਜੋ। ਸ੍ਰੀ ਪਦ ਕੇ ਪਦ ਪਦਮ ਨਿਹੋਰੇ, ਉਹਨੇ ਪਰਮੇਸ਼ਰ ਦੇ ਚਰਨ ਕਮਲਾਂ ਨੂੰ ਮਨਾਉਣਾ ਕੀਤਾ। ਇਹ ਬਨਾਰਸੀ ਨਾਮ ਸੋਤੀਆ, ਉਸ ਦੇ ਘਰ ਵਾਲੇ ਜਿਹੜੇ ਸਨ ਸਤਿਗੁਰੂ ਜੀ ਦੇ ਦਾਦੀ ਜੀ, ਉਹਨਾਂ ਦਾ ਨਾਮ ਬਨਾਰਸੀ ਸੀ। ਮਾਤਾ ਜੀ ਦਾ ਨਾਮ ਤਿਬਰਤ ਧਰਮ ਜਾਸ ਦਿੜ ਕੀਆ, ਜਿਸ ਨੇ ਪਤੀਵਰਤਾ ਧਰਮ ਬੜਾ ਭਾਰੀ ਪ੍ਰਪੱਕ ਕੀਤਾ ਸੀ। ਇਨ ਤੇ ਸੁਤ ਜੁਗ ਭਏ ਸੋ ਚਾਲੂ, ਉਹਨਾਂ ਤੋਂ ਦੋ ਪੁੱਤਰ ਹੋਏ ਸੋਹਣੀ ਚਾਲ ਮਰਜ਼ਾਦਾ ਵਾਲੇ। ਵੱਡ ਕਾਲੂ ਛੋਟੇ ਸ਼ੁਭ ਲਾਲੂ, ਵੱਡੇ ਦਾ ਨਾਮ ਕਾਲੂ ਜੀ ਸੀ, ਛੋਟਿਆਂ ਦਾ ਨਾਮ ਬਾਬਾ ਲਾਲੂ ਸੀ। ਵੱਡ ਭਾਗੀ ਜੋ ਹੈ ਸ਼ੁਭ ਕਰਮੀ, ਜਿਹੜੇ ਵੱਡਿਆਂ ਭਾਗਾਂ ਵਾਲੇ ਸੋਹਣੇ ਕਰਮ ਕਰਨ ਵਾਲੇ ਸਨ। ਭਗਤ ਪਰਾਇਨ ਨਿਸ਼ਚਲ ਧਰਮੀ, ਇਹ ਭਗਤੀ ਦੇ ਆਸਰੇ ਰਹਿਣ ਵਾਲੇ ਬੜੇ ਅਚਲ ਧਰਮ ਵਿੱਚ ਪ੍ਰਪੱਕ ਸਨ। ਬਾਬਾ ਸ਼ਿਵਰਾਮ ਜੀ ਤੇ ਬਾਬਾ ਕਾਲੂ ਜੀ ਤੇ ਬਾਬਾ ਲਾਲੂ ਜੀ। ਜਪ ਤਪ ਬ੍ਰਤ ਨੇਮ ਸਮੁਦਾਇ, ਹਰ ਸਾਜੀ ਇਹਨਾਂ ਬੜੇ ਜਪ ਕੀਤੇ, ਬੜੇ ਤਰਪ ਕੀਤੇ, ਬੜੇ ਵਰਤ ਰੱਖੇ, ਬੜੇ ਨਿਯਮ ਕੀਤੇ। ਅਰਥ ਬਹੁਤ ਜਿਹ ਜਨਮ ਬਿਤਾਏ, ਬਹੁਤ ਜਨਮ ਇਹਨਾਂ ਨੇ ਗੁਜ਼ਾਰੇ ਸਨ ਜਪ ਤਪ ਸਿਮਰਨ ਭਜਨ ਕਰਦਿਆਂ ਹੋਇਆਂ ਸਤਿਗੁਰੂ ਜੀ ਦੇ ਪਿਤਾ ਜੀ ਨੇ। ਅਨਕ ਜਨਮ ਕੀ ਇੱਛਾ ਜਾਸੂ, ਅਨੇਕਾਂ ਜਨਮਾਂ ਦੀ ਜਿਸ ਦੇ ਮਨ ਵਿੱਚ ਇਹ ਇੱਛਾ ਸੀ, ਵਿਸ਼ਨ ਹੋਏ ਸੁਤ ਗਿਆਨ ਨਿਵਾਸੂ, ਮੇਰੇ ਘਰ ਦੇ ਵਿੱਚ ਗਿਆਨ ਦਾ ਨਿਵਾਸ ਕਰਨ ਵਾਲਾ ਵਾਹਿਗੁਰੂ ਆਪ ਆ ਕੇ ਪ੍ਰਗਟ ਹੋਵੇ। ਹਿਰਦੈ ਕਰਤ ਸੰਕਲਪ ਵਿਕਲਪਾ, ਇਹੋ ਜਿਹੇ ਸੰਕਲਪ ਮਨ ਵਿੱਚ ਕਰ ਰਿਹਾ ਸੀ ਤੇ ਹੋਰ ਕਲਪਨਾ ਤਰਕਾਂ ਵੀ ਮਨ ਵਿੱਚ ਕਰਦਾ ਸੀ। ਕਿਹੋ ਜਿਹੀਆਂ? ਭਗਤ ਅਧੀਨ ਰਜੈ ਗੁਣ ਅਲਪਾ, ਕਿਉਂਕਿ ਪਰਮੇਸ਼ਰ ਭਗਤੀ ਦੇ ਅਧੀਨ ਹੈ। ਥੋੜੇ ਜਿਹੇ ਗੁਣ ਵੇਖ ਕੇ ਵੀ ਰੱਬ ਪ੍ਰਸੰਨ ਹੋ ਜਾਂਦਾ ਹੈ। ਜੇ ਮੁਝ ਲਖੈ ਦੀਨ ਗੁਣ ਨਾਹੀ, ਜੇ ਭਲਾ ਪਰਮੇਸ਼ਰ ਜਾਣੇ ਕਿ ਇਹ ਆਦਮੀ ਜਿਹੜਾ ਕਲਿਆਣ ਚੰਦ ਬਾਬਾ ਕਾਲੂ ਇਹ ਬੜਾ ਗਰੀਬ ਹੈ ਤੇ ਇਹਦੇ ਵਿੱਚ ਗੁਣ ਨਹੀਂ ਕੋਈ, ਗੁਣਾ ਤੁਹੀਨਾਂ ਤੇ ਭਾਵ ਭਗਤੀ ਵਾਲਾ ਨਹੀਂ, ਮੈਂ ਕਿਉਂ ਇਹਦੇ ਘਰ ਵਿੱਚ ਜਾ ਕੇ ਗੁਰੂ ਨਾਨਕ ਨਾਮ ਰੂਪ ਧਾਰ ਕੇ ਪ੍ਰਗਟ ਹੋਵਾਂ। ਜੇ ਭਲਾ ਰੱਬ ਇਹ ਖਿਆਲ ਕਰ ਵੀ ਲਵੇ, ਬਾਬਾ ਕਾਲੂ ਕਹਿੰਦਾ ਹੈ ਭਏ ਸੂਕਰੀ ਸਫਰੀ ਮਾਹੀ, ਪਰ ਇਹ ਸੂਕਰੀ ਕਦੇ ਸੂਰ ਬਰਾਹ ਅਵਤਾਰ ਵੀ ਧਾਰ ਲਿਆ, ਕਦੇ ਮੱਛ ਅਵਤਾਰ ਆ ਕੇ ਵਿਸ਼ਨੂੰ ਨੇ ਧਾਰਿਆ ਸੀ। ਕਮਠੀ ਆਦਿਕ ਬਿਮਤ ਕੋ ਜਾਤੀ, ਇਸੇ ਪ੍ਰਕਾਰ ਕਮਠੀ ਕੱਛ ਅਵਤਾਰ ਵੀ ਕਦੇ ਧਾਰਿਆ ਸੀ। ਖੋਟੀ ਮੱਤ ਵਾਲੇ ਤੇ ਖੋਟੀਆਂ ਜਾਤਾਂ ਦੇ ਵਿੱਚ ਇਨਕੇ ਜਨਮ ਲੀਨ ਜਗ ਖਿਆਤੀ, ਜਗ ਦੇ ਵਿੱਚ ਪ੍ਰਗਟ ਹੈ ਗੱਲ ਕਿ ਵਿਸ਼ਨੂੰ ਜੀ ਨੇ ਉਹਨਾਂ ਦੇ ਘਰ ਆ ਕੇ ਅਵਤਾਰ ਧਾਰਿਆ, ਕਦੇ ਮੱਛ ਅਵਤਾਰ, ਕਦੇ ਕੱਛ ਅਵਤਾਰ, ਕਦੇ ਬਾਰਾਹ ਅਵਤਾਰ ਧਾਰਨਾ ਕੀਤਾ ਸੀ। ਪ੍ਰੇਮ ਡੋਰ ਸੋ ਕਰਹਿ ਅਕਰਨੀ, ਇਸ ਵਾਸਤੇ ਪ੍ਰੇਮ ਦੀ ਡੋਰ ਦੇ ਵਜੋਂ ਨਾ ਕਰਨ ਵਾਲੇ ਕੰਮ ਵੀ ਕਰ ਲੈਂਦੇ ਨੇ। ਭਾਵੇਂ ਮੈਂ ਮਾੜਾ ਹਾਂ, ਭਾਵੇਂ ਮੇਰੇ ਵਿੱਚ ਗੁਣ ਨਹੀਂ, ਪਰ ਮੈਂ ਕੱਛੂ ਨਾਲੋਂ ਮਾੜਾ ਨਹੀਂ, ਮੈਂ ਮੱਛ ਨਾਲੋਂ ਮਾੜਾ ਨਹੀਂ, ਮੈਂ ਸੂਰ ਨਾਲੋਂ ਮਾੜਾ ਨਹੀਂ। ਮੇਰੇ ਘਰ ਵਿੱਚ ਕਿਉਂ ਨਾ ਆ ਕੇ ਵਾਹਿਗੁਰੂ ਪ੍ਰਗਟ ਹੋਵੇਗਾ, ਇਹ ਚਿੱਤ ਵਿੱਚ ਬਾਬਾ ਖਿਆਲ ਕਰ ਰਿਹਾ ਹੈ। ਕੀਰਤ ਬਿਮਲ ਵੇਦ ਇਮ ਬਰਨੀ, ਕਹਿੰਦੇ ਬੜੇ ਭਾਰੀ ਉਜਲ ਰੀਤੀਆਂ ਵੇਦਾਂ ਵਿੱਚ ਕਹੀ ਹੈ। ਅਦਿੱਤੀ ਕਸਿਅਪ ਕੇ ਜਿਮ ਧਾਮਾ, ਜਿਵੇਂ ਅਦਿੱਤੀ ਤੇ ਕਸਪ ਦੇ ਘਰ ਦੇ ਵਿੱਚ ਉਪਜਤ ਭਏ ਉਪੇਂਦਰ ਨਾਮਾ, ਬਾਮਨ ਰੂਪ ਵਾਲੇ ਆ ਕੇ ਪ੍ਰਗਟ ਹੋ ਗਏ ਸਨ ਕਸਪ ਦੇ ਘਰ ਦੇ ਵਿੱਚ ਤੇ ਅਦਿੱਤੀ ਦੇ ਘਰ ਦੇ ਵਿੱਚ। ਆਸਾ ਧਾਰੇ ਅਸਰ ਬਿਨਾਸ਼ੀ, ਇਉਂ ਆਸਾਂ ਧਾਰ ਕਰਕੇ ਦੈਂਤਾਂ ਨੂੰ ਨਾਸ਼ ਕਰਨ ਵਾਲੇ ਪਰਮੇਸ਼ਰ ਦਾ ਭਇਓ ਨਿਰੰਤਰ ਰੂਪ ਉਪਾਸੀ, ਇੱਕ ਰਸ ਵਾਹਿਗੁਰੂ ਦੀ ਉਪਾਸਨਾ ਕਰਨ ਦੇ ਵਿੱਚ ਜੁੜ ਗਿਆ ਬਾਬਾ ਕਲਿਆਣ ਚੰਦ ਕਿ ਮੇਰੇ ਘਰ ਹੈ ਵਾਹਿਗੁਰੂ,
ਤੂੰ ਹੀ ਆਪਣਾ ਸਰੂਪ ਪ੍ਰਗਟ ਕਰ। ਕਾਲੂ ਨਾਮ ਜਨਮ ਜਬ ਧਾਰਾ, ਕਈ ਜਨਮ ਤਪੱਸਿਆ ਕਰਦਿਆਂ ਕਰਦਿਆਂ ਤੋਂ ਜਦੋਂ ਕਾਲੂ ਨਾਮ ਵਾਲਾ ਜਨਮ ਧਾਰਿਆ ਕਿ ਤਲਵੰਡੀ ਵਿੱਚ, ਗੁਰ ਨੇ ਆਸਾ ਕੀਨ ਮੁਰਾਰਾ, ਉਸ ਮੌਕੇ ਤੇ ਮੁਰਾਰ ਪਰਮੇਸ਼ਰ ਨੇ ਇਹਦੀ ਆਸਾ ਪੂਰੀ ਕਰਨੀ ਚਾਹੀ। ਸੁਤ ਕਾਲੂ ਪਿਖ ਪਿਤ ਸ਼ਿਵ ਰਾਮੂ, ਸੋ ਇਸ ਪ੍ਰਕਾਰ ਸ਼ਿਵ ਰਾਮ ਨੇ ਜਦੋਂ ਆਪਣੇ ਪੁੱਤਰ ਕਾਲੂ ਨੂੰ ਵੇਖਿਆ, ਪਾਨ ਗ੍ਰਹਿਣ ਕੀਏ ਕੀਰਤ ਧਾਮੂ, ਸੋ ਸੋਭਾ ਦੇ ਘਰ ਨੇ ਸਤਿਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਦਾ ਵਿਆਹ ਕੀਤਾ। ਇਹ ਪਤੇ ਵਰਤਾ ਗੁਣ ਨੇ ਦੱਸੋ, ਗੁਣਾਂ ਦੇ ਖਜ਼ਾਨਾ ਪਤੀਵਰਤਾ ਧਰਮ ਚ ਕਾਇਮ ਰਹਿਣ ਵਾਲੇ ਮਾਤਾ ਤ੍ਰਿਪਤਾ ਜੀ ਇਹਨਾਂ ਦੇ ਘਰ ਵਾਲੇ, ਸੁਸ਼ੀਲਤਾ ਕਹਿ ਮੁਕ ਕੋ, ਕਹਿ ਸਕ ਕੋ ਉਹਨਾਂ ਦੀ ਜਿਹੜੀ ਸੁਸ਼ੀਲਤਾ ਤੇ ਨਰਮ ਸੁਭਾਅ ਹੈ, ਕੌਣ ਕਹਿ ਸਕਦਾ ਜਿਹੋ ਜਿਹਾ ਸੁਭਾਅ ਧੰਨ ਮਾਤਾ ਤ੍ਰਿਪਤਾ ਦਾ ਸੀ। ਸਾਧਵੀ ਪਾਏ ਕਾਲ ਬਹੁ ਕਾਲੂ, ਬਹੁਤ ਸਾਰਾ ਸਮਾਂ ਪ੍ਰਾਪਤ ਕਰਕੇ ਇਸ ਜੋੜੀ ਨੇ ਇਹ ਵਰਤ ਤਾਪ ਕਠਨ ਬੇਸਾਲੂ, ਬੜੇ ਵਰਤ ਰੱਖੇ, ਬੜੇ ਤਪ ਕੀਤੇ, ਬੜੇ ਭਾਰੀ। ਨਿਰੰਕਾਲ ਇਵ ਦੰਪਤ ਬੀਤਾ, ਇਉਂ ਬੜਾ ਭਾਰੀ ਸਮਾਂ ਜਦੋਂ ਇਸ ਪਤੀ ਸਤੀ ਨੂੰ ਗੁਜ਼ਰ ਗਿਆ, ਹਰ ਪਦ ਪੰਕਜ ਜਿਨ ਮਨ ਪ੍ਰੀਤ, ਜਿਨ੍ਹਾਂ ਦੇ ਮਨ ਦੀ ਪ੍ਰੀਤੀ ਪਰਮੇਸ਼ਰ ਦੇ ਚਰਨ ਕਮਲਾਂ ਵਿੱਚ ਸੀ। ਤਲਵੰਡੀ ਮਹਿਰਾਏ ਬੁਲਾਰ, ਤਲਵੰਡੀ ਦੇ ਵਿੱਚ ਰਾਏ ਬੁਲਾਰ ਜਿਹੜਾ ਰਹਿੰਦਾ ਸੀ, ਸੋਦਰ ਸਮਕਾਲੂ ਸੰਗ ਪਿਆਰੂ, ਸਕੇ ਭਰਾ ਦੀ ਨਿਆਈ ਬਾਬੇ ਕਾਲੂ ਜੀ ਦੇ ਨਾਲ ਜਿਹਦਾ ਪਿਆਰ ਸੀ, ਜਿਤੇ ਗ੍ਰਾਮ ਕੋ ਸੋ ਅਧਿਕਾਰੀ, ਜਿਨਨੇ ਇਹ ਪਿੰਡਾਂ ਦਾ ਮਾਲਕ ਸੀ। ਸਭ ਕੀ ਦਈ ਕਾਰ ਪਟਵਾਰੀ, ਸਾਰੇ ਪਿੰਡਾਂ ਦੀ ਪਟਵਾਰ ਦੀ ਕਾਰ ਬਾਬਾ ਕਾਲੂ ਜੀ ਨੂੰ ਇਹਨੇ ਰਾਏ ਬੁਲਾਰ ਨੇ ਦਿੱਤੀ ਹੋਈ ਸੀ। ਅਸਵਿਦ ਬਿਲਸਤ ਅਨਕ ਬਿਲਾਸ, ਅਨੇਕ ਪ੍ਰਕਾਰ ਦੇ ਇਹ ਆਨੰਦ ਮਾਣਦਿਆਂ ਹੋਇਆਂ ਦੰਪਤ ਉਰ ਤਰਹੀ ਸੁਤ ਆਸਾ, ਆਪਣੇ ਹਿਰਦੇ ਦੇ ਵਿੱਚ ਪਤੀ ਸਤੀ ਪੁੱਤਰ ਦੀ ਆਸਾ ਕਰ ਰਹੇ ਨੇ। ਸਾਧਵੀ ਗਰਭ ਧਰਨ ਪੁਨ ਕੀਨਾ, ਉਸ ਮੌਕੇ ਤੇ ਫਿਰ ਜਨਮੀ ਤਨੀਆਂ ਸਮਤ ਪਰਵੀਨਾ, ਸੋਹਣੇ ਮੱਤ ਵਾਲੇ ਭਗਤੀ ਦਾ ਅਵਤਾਰ, ਪਹਿਲਾਂ ਭਗਤੀ ਆਈ ਹੈ ਤੇ ਮਗਰੋਂ ਗਿਆਨ ਆਇਆ। ਭਗਤੀ ਬੇਬੇ ਨਾਨਕੀ ਜੀ ਤੇ ਗਿਆਨ ਦਾ ਸਰੂਪ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ। ਪਹਿਲਾਂ ਭਗਤੀ ਹਿਰਦੇ 'ਚ ਪ੍ਰਗਟ ਹੁੰਦੀ ਹੈ ਤੇ ਫਿਰ ਗਿਆਨ ਆਉਂਦਾ ਹੈ। ਗਿਆਨ ਤੋਂ ਬਾਅਦ ਭਗਤੀ ਨਹੀਂ ਕਦੇ ਆਈ। ਇਸ ਵਾਸਤੇ ਪਹਿਲਾਂ ਭਗਤੀ ਨੇ ਅਵਤਾਰ ਧਾਰਿਆ, ਆਪਣਾ ਨਾਮ ਬੇਬੇ ਨਾਨਕੀ ਰਖਾ ਲਿਆ ਹੈ। ਸੋ ਸਤਿਗੁਰੂ ਨਾਨਕ ਸਾਹਿਬ ਤੋਂ 5 ਸਾਲ ਪਹਿਲਾਂ ਆਪ ਪ੍ਰਗਟ ਹੋਏ। ਗਿਰ ਮੈਨਾ ਕੇ ਘਰ ਮਾਹੀ, ਹਾਂਜੀ, ਪਾਰਬਤੀ ਜਨਮੀ ਜੇ ਵਿਆਹੀ, ਜਿਵੇਂ ਪਾਰਬਤੀ ਨੇ ਜਨਮ ਧਾਰਿਆ ਸੀ, ਕਹਿੰਦੇ ਭਈ ਸੁਸ਼ੀਲਾ ਸਭ ਗੁਣ ਖਾਨੀ, ਸਾਰੇ ਗੁਣਾਂ ਦੇ ਖਾਨ ਨਰਮ ਸੁਭਾਅ ਵਾਲੇ ਬੇਬੇ ਜੀ ਹੋਏ। ਮਨੋ ਭਗਤ ਦਰ ਦੇਹ ਸੁਹਾਨੀ, ਮਨੋ ਭਗਤੀ ਦੇ ਧਾਰ ਕਰਕੇ ਸੋਭਨੀਕ ਹੋ ਰਹੀ ਹੈ। ਕਾਲ ਬਤੀਤ ਭਇਓ ਪਛਚਾਤਾ, ਜਦੋਂ ਕੋਈ ਸਮਾਂ ਮਗਰੋਂ ਗੁਜ਼ਰ ਗਿਆ, ਕਾਲੂ ਰਤ ਲਖ ਕਰ ਜਗਦਾਤਾ, ਸੋ ਬਾਬਾ ਕਾਲੂ ਜੀ ਦੀ ਪ੍ਰੀਤੀ ਜਾਣ ਕਰਕੇ ਜਗਤ ਦਾਤਾ ਪਰਮੇਸ਼ਰ ਵਾਹਿਗੁਰੂ ਨੇ, ਹੋਵੋ ਪੁੱਤਰ ਤਾਸ ਮੈਂ ਜਾਈ, ਮੈਂ ਜਾ ਕੇ ਬਾਬਾ ਕਲਿਆਣ ਚੰਦ ਜੀ ਦਾ ਪੁੱਤਰ ਜਾ ਕੇ ਬਣਾ। ਅਸ ਵਿਚਾਰਿਆ ਏ ਜਗ ਰਾਈ, ਇਉਂ ਵਿਚਾਰ ਕਰਕੇ ਜਗ ਦੇ ਰਾਜਾ ਰੂਪ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅਕਾਲ ਪੁਰਖ ਆਪ ਸੰਕਲਪ ਕਰ ਲਿਆ ਹੈ ਕਿ ਅਸੀਂ ਹੁਣ ਕਲਯੁਗ ਨੂੰ ਤਾਰਨ ਵਾਸਤੇ ਸੰਸਾਰ ਵਿੱਚ ਜਾਣਾ ਹੈ। ਇਹ ਗਰਭ ਕੋ ਧਾਰਨ ਕੀਨਾ, ਹਾਂਜੀ, ਤੇ ਵਰਤ ਧਰਮ ਜਾਸ ਮਨ ਲੀਨਾ, ਪਤੀਵਰਤਾ ਧਰਮ ਦੇ ਵਿੱਚ ਲੀਨ ਹਨ ਜੋ ਮਾਤਾ ਜੀ। ਜੋ ਦੁਤੀਆ ਕੋ ਬਿਰਦਤ ਚੰਦੂ, ਜਿਵੇਂ ਦੂਜ ਦਾ ਚੰਦ ਵੱਧਦਾ ਹੈ, ਤੇ ਸਮ ਗਰਭ ਰੂਪ ਸੁਖ ਕੰਦੂ, ਇਸ ਪ੍ਰਕਾਰ ਸੋ ਆਪ ਸੱਚੇ ਪਾਤਸ਼ਾਹ ਜੀ ਪ੍ਰਗਟ ਹੋਣਾ ਚਾਹੁੰਦੇ ਹਨ। ਸੋ ਖਾਲਸਾ ਜੀ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਅਵਤਾਰ ਜਿਵੇਂ ਪ੍ਰਗਟ ਹੁੰਦਾ ਹੈ, ਇਹ ਬਚਨ ਸੱਚੇ ਨੇ ਕਿ ਸੋ ਮੁਖ ਜਲੋ ਜਿਤ ਕਹੈ ਠਾਕੁਰ ਜੂਨੀ। ਜਦੋਂ ਪਰਮੇਸ਼ਰ ਨੇ ਅਵਤਾਰ ਧਾਰਨਾ ਹੋਵੇ, ਧਾਰਮਿਕ ਪੁਸਤਕਾਂ ਦੀ ਇਹ ਸੱਚੀ ਰਾਇ ਹੈ। ਉਸ ਮੌਕੇ ਤੇ ਜਿਵੇਂ ਅਸੀਂ ਮਾਤਾ ਦੇ ਗਰਭ ਦੇ ਵਿੱਚ ਪੁੱਠੇ ਲਮਕਦੇ ਆਏ ਹਾਂ, ਇਉਂ ਗੁਰੂ ਨਾਨਕ ਸਾਹਿਬ ਤੇ ਦਸੇ ਪਾਤਸ਼ਾਹੀਆਂ ਤੇ ਬਾਕੀ ਦੇ ਅਵਤਾਰ ਵੀ ਨਹੀਂ ਲਮਕੇ। ਮਾਇਆ ਨੂੰ ਹੁਕਮ ਹੋ ਜਾਂਦਾ ਰਿਹਾ ਕਿ ਤੂੰ ਜਾ ਕੇ ਜਿਸ ਮਾਤਾ ਦੀ ਕੁੱਖ ਨੂੰ ਸਫਲੀ ਕਰਨਾ ਤੇ ਜਿਸ ਤੇ ਪੁੱਤਰ ਕਹਾਉਣਾ, ਉਹਦੇ ਪੇਟ ਵਿੱਚ ਜਾ ਕੇ ਪ੍ਰਵੇਸ਼ ਹੋ। ਜਿਵੇਂ ਆਮ ਮਾਈਆਂ ਗਰਭ ਧਾਰਨ ਕਰਦੀਆਂ ਨੇ ਤੇ ਪੁੱਤਰ ਦੀ ਉਮੀਦ ਹੁੰਦੀ ਹੈ, ਸੋ ਮਨ ਵਿੱਚ ਖੁਸ਼ੀ ਆਉਂਦੀ ਹੈ, ਪ੍ਰਤੀਤ ਹੁੰਦੇ ਨੇ ਸਾਰਿਆਂ ਨੂੰ ਚਿੰਨ੍ਹ ਕਿ ਇਸ ਘਰ ਦੇ ਵਿੱਚ ਰੱਬ ਬਖਸ਼ਿਸ਼ ਕਰਨ ਵਾਲਾ ਹੈ। ਕਿਉਂ ਸਾਰੇ ਚਿੰਨ੍ਹ ਨਿਸ਼ਾਨੀਆਂ ਉਸੇ ਤਰ੍ਹਾਂ ਦੀਆਂ ਹੁੰਦੀਆਂ ਨੇ, ਪਰ ਆਪ ਪਰਮੇਸ਼ਰ ਮਾਤਾ ਦੇ ਗਰਭ ਵਿੱਚ ਨਹੀਂ ਆਉਂਦਾ। ਜਦੋਂ ਸਮਾਂ ਆਉਂਦਾ ਹੈ ਪ੍ਰਗਟ ਹੋਣ ਦਾ, ਉਸ ਮੌਕੇ ਤੇ ਆਪਣਾ ਸਰੂਪ ਪ੍ਰਗਟ ਕਰਕੇ ਜ਼ਰੂਰ ਵਿਖਾ ਦਿੰਦੇ ਨੇ ਬਾਲਕ ਰੂਪ, ਪਰ ਮਾਤਾ ਦੇ ਗਰਭ ਦੇ ਵਿੱਚ ਪੁੱਠੇ ਨਹੀਂ ਲਮਕਦੇ। ਇਹ ਸਾਰੀਆਂ ਹੀ ਧਾਰਮਿਕ ਪੁਸਤਕਾਂ ਦੀ ਸੱਚੀ ਰਾਇ ਹੈ। ਸਤਿਗੁਰੂ ਜੀ ਦੇ ਵੀ ਬਚਨ ਹਨ, ਸੋ ਮੁਖ ਜਲੋਂ ਜਿਤ ਕਹੈ ਠਾਕੁਰ ਜੋਨੀ। ਇਸ ਵਾਸਤੇ ਸੰਕਲਪ ਕੀਤਾ ਹੈ ਅਕਾਲ ਪੁਰਖ ਨੇ ਹੁਣ ਕਿ ਅਸੀਂ ਕਲਯੁਗ ਦੇ ਵਿੱਚ ਪ੍ਰਗਟ ਹੋਣਾ ਹੈ। ਤੇ ਨਿਵਾਸ ਕੀਨੋ ਜੇ ਥਾਈ, ਸੋ ਇਸ ਪ੍ਰਕਾਰ ਉਸ ਮੌਕੇ ਤੇ ਬੜੀ ਭਾਰੀ ਠੰਡੀ ਸੁਗੰਧੀ ਵਾਲੀ ਤੇ ਹੌਲੀ ਹੌਲੀ ਹਵਾ ਚੱਲਦੀ ਹੈ, ਸਾਰਿਆਂ ਦੀ ਪੀੜਾ ਨਾਸ਼ ਕਰਨ ਵਾਲੀ। ਬੱਦਲ ਪਾਣੀ ਭਰ ਭਰ ਕੇ ਆਉਂਦੇ ਨੇ,
ਜਿੰਨੀ ਕੁ ਲੋਕਾਂ ਦੀ ਇੱਛਾ ਹੁੰਦੀ ਹੈ ਉਸ ਅਨੁਸਾਰ ਆ ਕੇ ਵਰਦੇ ਨੇ। ਬਿਰਸ਼ ਬੜੇ ਭਾਰੀ ਫਲਾਂ ਫੁੱਲਾਂ ਸਮੇਤ ਫਲ ਰਹੇ ਹਨ। ਆਨੰਦ ਮਨੋ ਉਹਨਾਂ ਦਾ ਆਨੰਦ ਹਿਰਦੇ ਦਾ ਬਾਹਰ ਪ੍ਰਗਟ ਹੋ ਗਿਆ ਹੈ। ਸੋ ਇਸ ਪ੍ਰਕਾਰ ਆਦਮੀਆਂ ਨੂੰ ਵਿਖਾਉਂਦੇ ਨੇ ਕਿ ਸਾਡੇ ਚਿੱਤ ਵਿੱਚ ਇਹ ਖੁਸ਼ੀ ਹੈ ਕਿ ਅਕਾਲ ਪੁਰਖ ਨੇ ਸਰਗੁਣ ਸਰੂਪ ਧਾਰਨਾ ਹੈ। ਧਰਤੀ ਜਿਸ ਦੇ ਵਿੱਚ ਬੜੀ ਭਾਰੀ ਨਵੀਂ ਹਰਿਆਵਲਤਾ ਹੈ ਉਹ ਸਾਰਿਆਂ ਨੂੰ ਆਪਣੀ ਵਿਖਾ ਰਹੀ ਹੈ। ਜਿੰਨੇ ਵੀ ਜੜ ਜੰਗਮ ਸਨ ਤਲਵੰਡੀ ਦੇ ਵਿੱਚ, ਸੋ ਸਾਰਿਆਂ ਦੇ ਚਿੱਤ ਬੜੇ ਭਾਰੀ ਆਨੰਦ ਸਹਿਤ ਹੋਏ। ਇਸ ਪ੍ਰਕਾਰ ਜਦੋਂ ਸਰਦ ਰੁੱਤ ਆਈ, ਆਕਾਸ਼ ਬੱਦਲਾਂ ਤੋਂ ਜਦੋਂ ਉਜਲ ਹੋਇਆ, ਉਸ ਮੌਕੇ ਤੇ ਇਉਂ ਸੋ ਸਾਰਾ ਆਕਾਸ਼ ਸੋਭਨੀਕ ਹੋ ਰਿਹਾ ਸੀ ਜਿਵੇਂ ਜਗਿਆਸੂ ਦੇ ਹਿਰਦੇ ਦੇ ਵਿੱਚ ਜਿੰਨੇ ਵਿਕਾਰ ਨੇ ਸਾਰੇ ਨਾਸ ਹੋ ਜਾਂਦੇ ਨੇ। ਆਕਾਸ਼ ਦੇ ਵਿੱਚ ਤਾਰੇ ਉਹ ਸੋਭਨੀਕ ਹੋ ਰਹੇ ਸਨ ਅੱਜ ਕੱਲ੍ਹ ਦੀਆਂ ਰਾਤਾਂ ਨੂੰ, ਜਿਵੇਂ ਜਗਿਆਸੂ ਦੇ ਹਿਰਦੇ ਦੇ ਵਿੱਚ ਸ਼ੁਭ ਗੁਣ ਚਮਕਾਰੇ ਮਾਰਦੇ ਨੇ। ਸੋ ਬੱਦਲ ਪਾਣੀ ਤੋਂ ਬਿਨਾਂ ਹੋ ਕੇ ਆਪਣੋ ਆਪਣੇ ਦੇਸ਼ਾਂ ਨੂੰ ਚਲੇ ਗਏ। ਜਿਵੇਂ ਸੰਗਤ ਵਿੱਚ ਮਿਲਣ ਤੋਂ ਸਾਰੇ ਕਲੇਸ਼ ਮਿਟ ਜਾਂਦੇ ਹਨ। ਸੰਗਤ ਵਿੱਚ ਮਿਲਣ ਤੋਂ ਕੋਈ ਕਲੇਸ਼ ਨਹੀਂ ਜਿਵੇਂ ਮਨ ਵਿੱਚ ਰਹਿ ਜਾਂਦਾ। ਇਸੇ ਪ੍ਰਕਾਰ ਅੱਗੇ ਦੱਸਦੇ ਹਨ। ਉਰਜ ਮਾਸ ਕੀ ਪੂਰਨਮਾਸ਼ੀ, ਖਾਲਸਾ ਜੀ ਕੱਤੇ ਦਾ ਮਹੀਨਾ ਸੀ ਤੇ ਪੂਰਨਮਾਸ਼ੀ ਦੀ ਰਾਤ ਸੀ। ਹਰ ਕੀਰਤ ਸੋ ਜੌਨ ਪ੍ਰਕਾਸ਼ੀ, ਪਰਮੇਸ਼ਰ ਦੀ ਮਹਿਮਾ ਇਉਂ ਪ੍ਰਗਟ ਹੋਣ ਲੱਗੀ ਜਿਵੇਂ ਆ ਪੂਰਨਮਾਸ਼ੀ ਦੇ ਚੰਦਰਮਾ ਦੀ ਚਾਨਣੀ ਅੱਜ ਸਾਰੀ ਦੁਨੀਆ ਵਿੱਚ ਪ੍ਰਗਟ ਹੋ ਰਹੀ ਹੈ। ਸੰਬਤ 9 ਖਾਟ ਸਹਿਸ 26 ਸੰਬਤ 9 ਤੇ 6 1526ਵਾਂ ਸਾਲ ਸੀ ਬਿਕਰਮੀ। ਉਹ ਅਵਤਾਰ ਪ੍ਰਗਟ ਜਗਦੀਸ਼ਾ, ਜਦੋਂ ਜਗਦੀਸ਼ਰ ਦਾ ਅਵਤਾਰ ਪ੍ਰਗਟ ਹੋਣ ਲੱਗਾ ਅੱਜ ਦੀ ਸੁਹਾਵਣੀ ਰਾਤ ਵਿੱਚ, ਭਇਓ ਅਚਾਨਕ ਸਭਨ ਉਸ਼ਾਹ, ਸਾਰਿਆਂ ਦੇ ਚਿੱਤ ਦੇ ਵਿੱਚ ਬੜਾ ਭਾਰੀ ਅਚਨਚੇਤ ਉਤਸ਼ਾਹ ਹੋ ਗਿਆ, ਬੜੀਆਂ ਖੁਸ਼ੀਆਂ ਹੋ ਗਈਆਂ। ਬਿਨ ਕਾਰਨ ਮਨ ਲਖ ਨਾ ਸਕਾਹਾ, ਬਿਨਾਂ ਹੀ ਕਾਰਨ ਤੋਂ ਕੋਈ ਮਨ ਵਿੱਚ ਜਾਣ ਨਹੀਂ ਸਕਦਾ ਕਿ ਸਾਡੇ ਚਿੱਤ ਵਿੱਚ ਇੰਨੀ ਖੁਸ਼ੀ ਕਿਉਂ ਹੋ ਗਈ, ਕਾਰਨ ਕੀ ਬਣਿਆ, ਕਿਹੜੀ ਗੱਲ ਦੀ ਸਾਡੇ ਚਿੱਤ ਵਿੱਚ ਖੁਸ਼ੀ ਹੈ, ਪਤਾ ਨਹੀਂ ਲੱਗਦਾ। ਸਾਰਿਆਂ ਦੇ ਟੇਢਿਆਂ ਦੇ ਮਨ ਸਿੱਧੇ ਹੋ ਗਏ ਹਨ। ਨਦੀਆਂ ਉਸ ਮੌਕੇ ਤੇ ਦੁੱਧ ਦੀਆਂ ਭਰ ਭਰ ਵਗਣ ਲੱਗੀਆਂ। ਖਾਲਸਾ ਜੀ ਦੇਵਤੇ ਜਿਹੜੇ ਹਨ ਚਿੱਤ ਵਿੱਚ ਖੁਸ਼ੀਆਂ ਮਨਾਉਣ ਲੱਗੇ, ਬਲਕਿ ਜਿੰਨੇ ਦੇਵਤੇ ਸਨ ਉਹਨਾਂ ਨੇ ਜਦੋਂ ਵੇਖਿਆ ਅਕਾਲ ਪੁਰਖ ਆਪ ਚੱਲਿਆ ਧਰਤੀ ਤੇ, ਉਸ ਮੌਕੇ ਤੇ ਸ਼ਾਹੂਕਾਰਾਂ ਦੇ ਘਰਾਂ ਵਿੱਚ ਬਾਲਕ ਰੂਪ ਬਣ ਕੇ ਉਹ ਵੀ ਜਨਮ ਪਏ ਨੇ। ਜਿੰਨੇ ਦੇਵਤੇ ਸਨ ਉਹ ਵੀ ਅਵਤਾਰ ਧਾਰ ਕੇ ਨਾਲ ਆਏ। ਅਸੀਂ ਗੁਰੂ ਨਾਨਕ ਸਾਹਿਬ ਦੇ ਨਾਲ ਨਾਲ ਚਰਨਾਂ ਵਿੱਚ ਰਹਿ ਕੇ ਉਹਨਾਂ ਨਾਲ ਖੇਲਿਆ ਕਰਾਂਗੇ। ਉਹ ਭਾਗਾਂ ਵਾਲੇ ਜਿਹੜੇ ਵੱਡੇ ਵੱਡੇ ਤਪੀਸਰ ਸਨ, ਵੱਡੇ ਵੱਡੇ ਰਿਸ਼ੀ ਮੁਨੀ ਸਨ, ਜਿਹੜੇ ਭਗਤ ਲੋਕ ਸਨ, ਸਲੋਕ ਸਰੂਪ ਸਮੀਪ ਸਯੁਜ ਮੁਕਤੀ ਵਾਲੇ, ਉਹ ਵੀ ਨਾਲ ਹੀ ਦੁਨੀਆ ਵਿੱਚ ਆ ਕੇ ਪ੍ਰਗਟੇ ਹਨ ਕਿ ਆਪਣੇ ਮਾਲਕ ਦੇ ਨਾਲ ਅਸੀਂ ਵੀ ਜਾਈਏ। ਆਕਾਸ਼ ਵਿਖੈ ਜੇ ਬਾਸੀ, ਸੋ ਧਰਤੀ ਤੇ ਆਕਾਸ਼ ਵਿੱਚ ਜਿੰਨੇ ਵਸਣ ਵਾਲੇ ਸਨ, ਮੰਗਲ ਕਰੈ ਸਿਮਰ ਅਬਿਨਾਸ਼ੀ, ਸਤਿਗੁਰੂ ਪਰਮੇਸ਼ਰ ਨੂੰ ਚੇਤੇ ਕਰਕੇ ਬੜੀਆਂ ਖੁਸ਼ੀਆਂ ਮਨਾ ਰਹੇ ਹਨ। ਜੀ ਨਿਜ ਹੱਥਨ ਸੰਖ ਬਜਾਏ, ਆਪਣੇ ਹੱਥ ਵਿੱਚ ਲੈ ਕੇ ਸਾਰਿਆਂ ਨੇ ਸੰਖ ਵਜਾਉਣਾ ਕੀਤੇ। ਜੈ 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 ਮੁਖ ਬਚਨ ਸੁਨਾਏ, ਜੈ ਪਰਮੇਸ਼ਰ ਤੇਰੀ, ਜੈ ਜੈਕਾਰ ਵਾਹਿਗੁਰੂ ਤੇਰੀ, ਇਉਂ ਮੁਖੋਂ ਸਾਰੇ ਕਹਿ ਰਹੇ ਹਨ। ਅੱਜ ਦੀ ਰਾਤ ਅਮਰਨ ਮਿਲ ਕਰ ਮਾਲਕ ਸਾਈ, ਸਾਰਿਆਂ ਦੇਵਤਿਆਂ ਨੇ ਮਿਲ ਕਰਕੇ ਸੋਹਣਾ ਚੰਦਨ ਕਸਾਉਣਾ ਕੀਤਾ। ਕੁੰਕਮ ਪੋਨੇ ਕਨਸਾਰ ਮਿਲਾਈ, ਸੋ ਇਸੇ ਪ੍ਰਕਾਰ ਕੇਸਰ ਤੇ ਕਪੂਰ ਨਾਲ ਮਿਲਾ ਕਰਕੇ ਕਾਲੂ ਕੇ ਮੰਦਰ ਪਰ ਚਰਚ ਹੈ, ਬਾਬਾ ਕਾਲੂ ਜੀ ਦੇ ਮੰਦਰ ਦੇ ਉੱਪਰ ਆ ਕੇ ਪਹਿਲਾਂ ਹੀ ਛਿੜਕਣ ਲੱਗ ਪਏ ਮਹਾਰਾਜ ਸਾਹਿਬ ਦੇ ਅਵਤਾਰ ਧਾਰਨ ਤੋਂ। ਤਾਰਨ ਕੁਸਮਾਂਜਲ ਅਰਚ ਹੈ, ਇਸ ਪ੍ਰਕਾਰ ਜਿਹੜੇ ਕਲਪ ਬ੍ਰਿਸ਼ ਦੇ ਫੁੱਲ ਸਨ ਉਹਨਾਂ ਨੇ ਬੁੱਕ ਭਰ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਮੰਦਰ ਦੇ ਉੱਪਰ ਦੇਵਤੇ 33 ਕਰੋੜ ਤੇ ਨਾਲ ਉਹਨਾਂ ਦੀਆਂ ਪਛਣਾ ਸਾਰੀਆਂ ਆ ਕੇ ਭੇਟਾਂ ਕਰ ਰਹੀਆਂ ਹਨ। ਸਾਇਨ ਸੇਬਿਯੰ ਮਾਲ ਕੁਲੀਨਾ, ਸੋ ਇਸ ਪ੍ਰਕਾਰ ਉੱਚੀ ਕੁਲ ਵਾਲੇ ਮਾਤਾ ਤ੍ਰਿਪਤਾ ਜੀ ਦਾਈਆਂ ਤੋਂ ਸੇਵਾ ਕਰਨ ਦੇ ਲਾਇਕ ਹੋਏ। ਭਏ ਪ੍ਰਸੂਤਾਇਤ ਸੁਖ ਲੀਨਾ, ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣਾ ਸਰੂਪ ਪ੍ਰਗਟ ਕਰਨ ਲੱਗੇ ਨੇ, ਮਾਤਾ ਜੀ ਸੁਖ ਸਹਿਤ ਹੋਏ। ਅਸ਼ਟ ਦੀਪ ਦੀਪਤ ਗ੍ਰਹਿ ਜਾਨੋ, ਖਾਲਸਾ ਜੀ ਘਰ ਦੇ ਵਿੱਚ 8-8 ਮੂੰਹਾਂ ਵਾਲੇ ਦੀਵੇ ਬਲ ਰਹੇ ਸਨ। ਉਸ ਪਵਿੱਤਰ ਘਰ ਦੇ ਵਿੱਚ ਸਭ ਘਟ ਗਈ ਬਾਲ ਰਵ ਮਾਨੋ, ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਗਟ ਹੋਣ ਲੱਗੇ ਤਾਂ ਉਹਨਾਂ ਸਾਰਿਆਂ ਦੇ ਜਿਹੜਾ ਪ੍ਰਕਾਸ਼ ਸੀ ਘਟ ਗਿਆ ਹੈ। ਮਾਨੋ ਸਤਿਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਣ ਲੱਗੇ ਨੇ ਕਿ ਮਾਨੋ ਸੂਰਜ ਹੀ ਚੜ੍ਹਨ ਲੱਗਾ ਹੈ। ਜਿਵੇਂ ਸੂਰਜ ਦੇ ਚੜ੍ਹਨ ਤੋਂ ਜਿੰਨੇ ਮਰਜ਼ੀ ਬਿਜਲੀ ਦੇ ਗੈਸ ਚੱਕਦੇ ਹੋਣ, ਹੋਰ ਚਾਨਣ ਹੋਵੇ, ਸਭ ਮੱਧਮ ਪੈ ਜਾਂਦਾ ਹੈ। ਕਿਉਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਅਵਤਾਰ ਪ੍ਰਗਟ ਹੋਣ ਦੇ ਸਮੇਂ ਸਾਰੇ ਜਿੰਨੇ ਦੀਵੇ ਬਾਲੇ ਸਨ ਸਾਰਿਆਂ ਦਾ ਪ੍ਰਕਾਸ਼ ਮੱਧਮ ਹੋ ਗਿਆ ਹੈ। ਦਿਪਤ ਤੇਜ ਜਿਹ ਕਾਂਤ ਅਨੂਪਾ, ਸੋ ਸਤਿਗੁਰੂ ਸੱਚੇ ਪਾਤਸ਼ਾਹ ਦਾ ਤੇਜ ਪ੍ਰਤਾਪ ਬੜਾ ਭਾਰੀ ਪ੍ਰਕਾਸ਼ਣ ਲੱਗਾ। ਜਿਸ ਮੈਂ ਧਾਏ ਹੀਰ ਸੇ ਸਰੂਪਾ, ਸੋ ਉਸ ਮੌਕੇ ਤੇ ਤਨ ਸਮਾਂ ਸੀ। ਸੋ ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ,
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋਆ। ਬੋਲੇ ਸੋ ਨਿਹਾਲ। ਠੀਕ ਉਸ ਮੌਕੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਵਾ ਪੈਰ ਦਾ ਤੜਕਾ ਸੀ, ਬਲਕਿ ਅੱਗੇ ਦੱਸਣਗੇ ਕਿ ਅੱਧੀ ਰਾਤ ਤੋਂ ਕੇਵਲ ਅੱਧਾ ਪੈਰ ਰਾਤ ਹੋਰ ਗੁਜ਼ਰੀ ਸੀ। 1:30 ਵਜੇ ਦਾ ਸਮਾਂ ਸੀ ਜਦੋਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਪ੍ਰਗਟ ਹੋਏ। ਜਨਮਤ ਮ੍ਰਿਦਲ ਬਾਲ ਮੁਸਕਾਈ। ਇਸ ਪ੍ਰਕਾਰ ਜੰਮਦਿਆਂ ਸਾਰ ਹੀ ਧੰਨ ਗੁਰੂ ਸੱਚੇ ਪਾਤਸ਼ਾਹ ਜੀ ਥੋੜਾ ਜਿਹਾ ਆਪ ਮੁਸਕਰਾਏ ਨੇ। ਗੁਰੂ ਨਾਨਕ ਸਾਹਿਬ ਤੋਂ ਬਿਨਾਂ ਕੋਈ ਵੀ ਅਵਤਾਰ ਦੇ ਸਮੇਂ ਨਹੀਂ ਹੱਸਿਆ। 10 ਹੀ ਪਾਤਸ਼ਾਹੀਆਂ ਮੁਸਕਰਾਈਆਂ ਨੇ। ਬਾਕੀ ਸਾਰਿਆਂ ਦੇ ਬਾਰੇ ਲਿਖਿਆ ਹੈ ਕਿ ਅਵਤਾਰ ਧਾਰਨ ਦੇ ਸਮੇਂ ਥੋੜਾ ਥੋੜਾ ਰੋਣਾ ਕੀਤਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅਵਤਾਰ ਧਾਰ ਕੇ ਮੁਸਕਰਾਏ ਹਨ ਆਪ। ਸਗਨ ਕੋ ਸਗਨ ਨਾ ਜਾਣਿਓ ਜਾਈ। ਇਹ ਨਹੀਂ ਜਾਣਿਆ ਗਿਆ ਦਾਈ ਦੇ ਕੋਲੋਂ ਤੇ ਕੋਲ ਬੈਠੀਆਂ ਮਾਈਆਂ ਦੇ ਪਾਸੋਂ ਕਿ ਸਗਨ ਹੋਇਆ ਕਿ ਕੋ ਸਗਨ ਹੋਇਆ ਹੈ। ਅਨਤ ਬਾਲ ਜਨਮਤ ਸਭ ਰੋਤੇ। ਸੋ ਇਹ ਕਹਿੰਦੀ ਹੈ ਦਾਈ ਜਿਹੜੀ ਸੀ ਦੌਲਤਾਂ ਦਾਈ ਭਾਗਾਂ ਵਾਲੀ, ਜਿਹਨੂੰ ਸਭ ਤੋਂ ਪਹਿਲਾਂ ਦਰਸ਼ਨ ਹੋਏ ਗੁਰੂ ਨਾਨਕ ਸਾਹਿਬ ਦੇ। ਕਹਿਣ ਲੱਗੀ ਮੇਰੇ ਹੱਥਾਂ ਵਿੱਚ ਅਨੇਕਾਂ ਬਾਲ ਜੰਮੇ ਨੇ ਪਰ ਸਾਰਿਆਂ ਨੇ ਰੋਣ ਦੀ ਆਵਾਜ਼ ਕੀਤੀ। ਵਿਰਸਤ ਇਹ ਜਿਵ ਆਨੰਦ ਹੋਤੇ। ਪਰ ਇਹ ਬੜੇ ਭਾਰੀ ਚਿੱਤ ਵਿੱਚ ਖੁਸ਼ ਹੋਏ ਨੇ, ਖਿੜੇ ਨੇ ਜਿਵੇਂ ਇਹਨਾਂ ਨੂੰ ਬੜਾ ਹੀ ਭਾਰੀ ਆਨੰਦ ਪ੍ਰਾਪਤ ਹੋਇਆ ਹੈ। ਅਲਪ ਬੁੱਧ ਕਿਉਂ ਧਾਏ ਲਖਾਈ। ਭਾਈ ਸਾਹਿਬ ਜੀ ਕਹਿੰਦੇ ਦਾਈ ਵਿਚਾਰੀ ਦੀ ਬੁੱਧੀ ਛੋਟੀ ਜੀ ਸੀ, ਉਹ ਕਿਵੇਂ ਜਾਣ ਸਕਦੀ ਸੀ। ਜਨਮ ਮਰਨ ਇਸ ਪੀਰਾ ਨਾਹੀ। ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ। ਆਪ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੇ। ਧੰਨ ਗੁਰੂ ਸੱਚੇ ਪਾਤਸ਼ਾਹ ਜੀ ਸਦਾ ਰਸ ਇੱਕ ਰਹਿਣ ਵਾਲੇ, ਸੋ ਇੱਕ ਰਸ ਰਹਿਣ ਵਾਲੇ, ਇਹਨਾਂ ਨੂੰ ਜੰਮਣ ਤੇ ਮਰਨ ਦੀ ਪੀੜ ਨਹੀਂ ਹੈ। ਦਾਸੀ ਦੌੜ ਦਈ ਸੁਧ ਕਾਲੂ। ਦਾਸੀ ਨੇ ਦੌੜ ਕਰਕੇ ਬਾਬਾ ਕਾਲੂ ਜੀ ਨੂੰ ਸੁਧ ਦਿੱਤੀ। ਇਹੋ ਵਧਾਈ ਆਨੰਦ ਬੇਸਾਲੂ। ਬੜੇ ਭਾਰੀ ਆਨੰਦ ਦੇ ਦੇਣ ਵਾਲੀ ਵਧਾਈ ਲੈਣਾ ਕਰੋ। ਕਾਂਤ ਮਾਨ ਪਾਤਾਤ ਤੁਮਾਰੇ। ਤੁਹਾਡੇ ਘਰ ਦੇ ਵਿੱਚ ਬੜੇ ਭਾਰੀ ਪ੍ਰਕਾਸ਼ ਸਰੂਪ, ਬੜੇ ਭਾਰੀ ਸੋਭਾ ਵਾਲੇ ਸਾਹਿਬਜ਼ਾਦੇ ਪ੍ਰਗਟ ਹੋਏ ਨੇ। ਮੰਗਲ ਕਰੋ ਵਿਵਿਧ ਪ੍ਰਕਾਰ। ਅਨੇਕ ਪ੍ਰਕਾਰ ਦੀਆਂ ਖੁਸ਼ੀਆਂ ਮਨ ਵਿੱਚ ਕਰੋ। ਸੋ ਤੋ ਭਜਨ ਕੇ ਸੁਨ ਕਰਮ ਬੈਨਾ। ਆਪਣੇ ਘਰ ਦੇ ਵਿੱਚ ਗੁਰੂ ਕੇ ਪ੍ਰਗਟ ਹੋਣ ਦੀ ਗੱਲ ਸੁਣ ਕੇ ਮਨੋ ਜਗਤ ਸੁਖ ਪ੍ਰਾਪਤ ਐਨਾ। ਮਨੋ ਸਾਰੇ ਸੰਸਾਰ ਦੇ ਸੁੱਖ ਆਪਣੇ ਘਰ ਦੇ ਵਿੱਚ ਹੀ ਜਿਵੇਂ ਪ੍ਰਾਪਤ ਹੋ ਜਾਣ। ਜਨਮ ਰੰਗ ਜਿਉ ਸਦਨ ਸੰਤਾਨਾ। ਜਿਵੇਂ ਜਨਮ ਤੋਂ ਲੈ ਕੇ ਕੋਈ ਕੰਗਾਲ ਹੋਵੇ ਤੇ ਉਹਦੇ ਘਰ ਦੇ ਵਿੱਚ ਜਿਵੇਂ ਖਾਲਸਾ ਜੀ ਕਲਪ ਬਿਰਸ਼ ਲੱਗ ਜਾਵੇ। ਆਨ ਲੱਗਿਓ ਤਿਉ ਉਰਹਰ ਖਾਨਾ। ਆ ਕੇ ਲੱਗ ਪਵੇ ਤਿਵੇਂ ਚਿੱਤ ਵਿੱਚ ਬੜਾ ਭਾਰੀ ਖੁਸ਼ ਹੋਇਆ। ਇਸ ਪ੍ਰਕਾਰ ਬਾਬਾ ਜੀ ਚਿੱਤ ਵਿੱਚ ਖੁਸ਼ੀ ਹੋ ਰਹੇ ਹਨ। ਇਸ ਵਿਧੀ ਦੇ ਨਾਲ ਇਹ ਵਿਦ ਜਨਮ ਭਇਓ ਜਗ ਗੁਰ ਕੋ। ਜਗਤ ਗੁਰੂ ਸਤਿਗੁਰੂ ਨਾਨਕ ਸਾਹਿਬ ਦਾ ਇਸ ਤਰੀਕੇ ਨਾਲ ਅਵਤਾਰ ਹੋਇਆ ਹੈ। ਦੇਵਨ ਭਗਤਨ ਪੁਨ ਧਰ ਕੋ। ਇਸ ਵਾਸਤੇ ਭਗਤਾਂ ਨੂੰ ਤੇ ਧਰਤੀ ਨੂੰ ਸਾਰੇ ਨੂੰ ਸੁਖ ਦੇਣ ਵਾਸਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਇਹ ਪਵਿੱਤਰ ਅਵਤਾਰ ਇਸ ਵਾਸਤੇ ਹੋਇਆ ਹੈ ਕਿ ਸਾਰੀ ਧਰਤੀ ਨੂੰ ਸੁਖ ਦੇਣਾ ਹੈ ਔਰ ਆਪਣੇ ਭਗਤਾਂ ਨੂੰ ਸਾਰਿਆਂ ਨੂੰ ਸੁਖ ਦੇਣਾ ਹੈ। ਇਸ ਵਾਸਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਹ ਆਪਣਾ ਸਰੂਪ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕਰਕੇ ਇਹ ਪ੍ਰਗਟ ਕੀਤਾ ਹੈ। ਸੋ ਉਸ ਸਮੇਂ ਸਤਿਗੁਰੂ ਜੀ ਦਾ ਜਿਵੇਂ ਅਵਤਾਰ ਹੋਇਆ, ਕਹਿੰਦੇ ਜਿਹੜੀ ਖੋਟੀ ਚਾਲੀ ਸੀ ਇਹ ਤਾਂ ਰਾਤ ਪਾਈ ਹੋਈ ਸੀ। ਕਲਯੁਗ ਦੇ ਸਮੇਂ ਦੇ ਵਿੱਚ ਜਿਹੜੇ ਪਾਪ ਸਨ ਇਹ ਬੜੇ ਭਾਰੀ ਫੈਲ ਰਹੇ ਸਨ। ਜਿਹੜਾ ਹਨੇਰਾ ਸੀ, ਇਹ ਜਿਹੜਾ ਪਖੰਡ ਤੇ ਦੰਭ ਆਦਿਕ ਸਨ, ਇਹ ਸਾਰੇ ਤਾਰੇ ਸਨ ਤੇ ਸਾਰੇ ਅਨੇਕ ਪ੍ਰਕਾਰ ਦੇ ਮਤ ਕਵੀਆਂ ਵਰਗੇ ਸਨ। ਤੇ ਮੁਹੰਮਦੀ ਜਿਹੜਾ ਰਾਜ ਸੀ ਇਹ ਚੰਦਰਮਾ ਦੀ ਨਿਆਈ ਸਾਰਿਆਂ ਨੂੰ ਖੜਾਉਣ ਵਾਲਾ ਬਣ ਰਿਹਾ ਸੀ। ਉਹਨਾਂ ਸਾਰਿਆਂ ਨੂੰ ਸਮਾਪਤ ਕਰਨ ਵਾਸਤੇ ਦਿਨ ਕੋ ਹਰਨ ਬਾਲ ਦਿਨ ਰਾਉ। ਉਹਨਾਂ ਸਾਰਿਆਂ ਨੂੰ ਨਾਸ਼ ਕਰਨ ਵਾਸਤੇ ਚੜ੍ਹਦੇ ਸੂਰਜ ਦੀ ਨਿਆਈ ਉਦੇ ਸੋ ਨਾਨਕ ਤੇਜ ਪ੍ਰਭਾਵ। ਸਤਿਗੁਰੂ ਨਾਨਕ ਸਾਹਿਬ ਜੀ ਤੇਜ ਪ੍ਰਤਾਪ ਵਾਲੇ ਪ੍ਰਗਟ ਹੋਏ। ਭਜਨ ਕਿਰਨ ਜਾ ਮਹਿ ਪ੍ਰਕਾਸ਼ੇ। ਕਹਿੰਦੇ ਜੀ ਸੂਰਜ ਵਿੱਚੋਂ ਕਿਰਨਾਂ ਨਿਕਲਦੀਆਂ, ਗੁਰੂ ਨਾਨਕ ਸਾਹਿਬ ਜੀ ਨੇ ਕਿਹੋ ਜਿਹੀਆਂ ਕਿਰਨਾਂ ਕੱਢੀਆਂ। ਸੋਹਣੀ ਬਾਣੀ ਰੂਪ, ਸੋਹਣੇ ਬਚਨਾਂ ਰੂਪੀ ਕਿਰਨਾਂ ਗੁਰੂ ਨਾਨਕ ਸਾਹਿਬ ਦੇ ਮੁਖ ਵਿੱਚੋਂ ਨਿਕਲੀਆਂ। ਬਾਣੀ ਮੁਖੋਂ ਉਚਾਰਿਆ ਹੋਏ ਰੁਸ਼ਨਾਈ ਮਿਟਿਆ ਅੰਧਿਆਰਾ। ਅੰਤ ਤਾਮ ਰਸ ਹੀਰ ਵਿਕਾਸ਼ੇ। ਕਹਿੰਦੇ ਜੀ ਸੂਰਜ ਨੂੰ ਵੇਖ ਕੇ ਤਾਂ ਜਿਹੜੇ ਕਵਲ ਨੇ ਖਿੜਦੇ ਨੇ, ਇਧਰ ਸਤਿਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਗੁਰ ਕਾ ਦਰਸ ਦੇਖ ਦੇਖ ਜੀਵਾਂ, ਗੁਰ ਕੇ ਚਰਨ ਧੋਏ ਧੋਏ ਪੀਵਾਂ। ਸੰਤ ਮਹਾਤਮਾ ਰੂਪੀ ਕਵਲਾਂ ਦੇ ਹਿਰਦੇ ਸਤਿਗੁਰੂ ਨਾਨਕ ਸਾਹਿਬ ਰੂਪੀ ਸੂਰਜ ਦੇ ਦਰਸ਼ਨ ਵੇਖ ਕੇ ਖਿੜੇ ਹਨ। ਮਨ ਚਾਉ ਪਾਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਕਰਿਓ ਮੰਦਰ ਬਣਿਆ। ਲੰਬੀ ਸਮ ਅਲੂਕ ਦੁਖ ਭਾਰੀ। ਕਹਿੰਦੇ ਉਲੂਆਂ ਨੂੰ ਬੜਾ ਦੁੱਖ ਹੋ ਜਾਂਦਾ ਜਦੋਂ ਸੂਰਜ ਚੜ੍ਹਦਾ ਹੈ।
ਕਹਿੰਦੇ ਉਸ ਮੌਕੇ ਤੇ ਦੰਭੀ ਪਖੰਡੀ ਜਿਹੜੇ ਸਨ ਉਹਨਾਂ ਨੂੰ ਬੜਾ ਭਾਰੀ ਦੁੱਖ ਹੋਇਆ। ਕਿੰਕਰ ਕੋਕ ਭਏ ਸੁਖਿਆਰੀ। ਕਹਿੰਦੇ ਜਿਹੜੇ ਚਕਵਾ ਤੇ ਚਕਵੀ ਨੇ ਉਹਨਾਂ ਨੂੰ ਬੜਾ ਸੁੱਖ ਹੁੰਦਾ, ਆਪਸ ਵਿੱਚ ਮਿਲਾਪ ਹੁੰਦਾ ਸੂਰਜ ਦੇ ਚੜ੍ਹਨ ਤੋਂ। ਇੱਧਰ ਜਿਹੜੇ ਗੁਰੂ ਕੇ ਦਾਸ ਸੇਵਕ ਸਿੱਖ ਬਣੇ ਉਹਨਾਂ ਨੂੰ ਬੜਾ ਭਾਰੀ ਸੁੱਖ ਹੋਇਆ, ਉਹਨਾਂ ਦੇ ਸਾਰੇ ਵਿਛੋੜੇ ਮਿਟ ਗਏ। ਆਤਪ ਭਗਤ ਜਗਤ ਪ੍ਰਕਾਸ਼ੀ। ਕਹਿੰਦੇ ਜਦੋਂ ਸੂਰਜ ਚੜ੍ਹਦਾ ਉਦੋਂ ਧੁੱਪ ਨਿਕਲਦੀ ਹੈ। ਸਤਿਗੁਰੂ ਜੀ ਸੂਰਜ ਨੇ ਕਿਹੜੀ ਧੁੱਪ ਪ੍ਰਗਟ ਕੀਤੀ? ਕਹਿੰਦੇ ਭਗਤੀ ਦੀ ਧੁੱਪ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਾਰੇ ਸੰਸਾਰ ਵਿੱਚ ਪ੍ਰਗਟ ਕੀਤੀ ਹੈ। ਨੀਂਦ ਅਵਿਦਿਆ ਸਿੱਖਨ ਨਾਸੀ। ਕਹਿੰਦੇ ਨੀਂਦ ਨਾਸ ਹੋ ਜਾਂਦੀ ਹੈ ਜਦੋਂ ਸੂਰਜ ਚੜ੍ਹਦਾ। ਗੁਰੂ ਨਾਨਕ ਸਾਹਿਬ ਦੇ ਪ੍ਰਗਟ ਹੋਣ ਤੋਂ ਕਿਹੜੀ ਨੀਂਦ ਨਾਸ ਹੋਈ? ਅਵਿਦਿਆ ਦੀ ਨੀਂਦ, ਗਾਫਲਤਾਈ ਤੇ ਪ੍ਰਮਾਦਤਾਈ ਦੀ ਨੀਂਦ ਗੁਰਸਿੱਖਾਂ ਨੇ ਜਿਹੜੀ ਸੀ ਸਭ ਦੂਰ ਹੋਈ। ਅਗਿਆਨ ਲਾਏ ਸਵਾਲਿਆ, ਗੁਰ ਗਿਆਨਾ ਲਾਏ ਜਗਾਵੇ ਗੋ। ਗਿਆਨ ਨਾਮ ਮਹਿ ਨਰ ਬਰ ਜਾਗੇ। ਸੋਹਣੇ ਗਿਆਨ ਦੇ ਵਿੱਚ ਤੇ ਨਾਮ ਦੇ ਵਿੱਚ ਜਿਹੜੇ ਆਦਮੀ ਸਨ ਸਾਰੇ ਜਾਗ ਪਏ। ਐਸੇ ਗੁਰੂ ਨਾਨਕ ਸਾਹਿਬ ਸੂਰਜ ਰੂਪ ਪ੍ਰਗਟੇ ਹਨ। ਕਲ ਮਲ ਸੁਪਨਾ ਜਿਉ ਮਨ ਤਿਆਗੇ। ਕਹਿੰਦੇ ਜਦੋਂ ਸੂਰਜ ਚੜ੍ਹਦਾ ਉਦੋਂ ਜਾਗ ਪੈਂਦਾ ਤੇ ਸੁਪਨਾ ਜਿਹੜਾ ਆਉਂਦਾ ਹੁੰਦਾ ਉਹ ਨਾਸ ਹੋ ਜਾਂਦਾ। ਕਿਹੜਾ ਸੁਪਨਾ ਨਾਸ ਹੋਇਆ? ਕਹਿੰਦੇ ਜਿਹੜੇ ਪਾਪ ਸਨ ਸਾਰੇ ਉਹ ਸੁਪਨੇ ਦੀ ਨਹੀਂ ਨਾਸ ਹੋ ਗਏ। ਗੁਰਸਿੱਖਾਂ ਦੇ ਹਿਰਦੇ ਚੋਂ ਸਾਰੇ ਪਾਪ ਦੂਰ ਹੋਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸੂਰਜ ਚੜ੍ਹਨ ਤੋਂ ਧਰਮ ਧਰਤ ਧੀਰਜ ਕੇ ਹੇਤਾ। ਧਰਮ ਤੇ ਧਰਤੀ ਨੂੰ ਧੀਰਜਤਾ ਦੇਣ ਦੇ ਵਾਸਤੇ ਪ੍ਰਗਟੇ ਸ੍ਰੀ ਬੇਦੀ ਕੁਲ ਕੇਤਾ। ਸ੍ਰੀ ਬੇਦੀਆਂ ਦੇ ਕੁਲ ਦੇ ਨਿਸ਼ਾਨ ਰੂਪ ਤਿੰਨ ਬੇਦੀਆਂ ਕੇ ਕੁਲ ਵਿਖੇ ਪ੍ਰਗਟੇ ਨਾਨਕ ਆਏ। ਸਭ ਸਿੱਖਣ ਕੋ ਸੁਖ ਦਾਏ, ਜੈ ਤੈ ਭੈ ਸਹਾਏ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਇਉਂ ਅਵਤਾਰ ਪ੍ਰਗਟ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਦੇ ਅਵਤਾਰ ਗੁਰਪੁਰਬ ਦੀ ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਖਾਲਸਾ ਜੀ ਖੁਸ਼ੀ ਵਿੱਚ ਜੈਕਾਰਾ ਬੁਲਾਓ ਤੇ ਫਤਿਹ ਬੁਲਾਈਏ। ਬੋਲੇ ਸੋ ਨਿਹਾਲ। ਬੋਲਦੇ ਹਾਂ ਭੁੱਲ ਚੁੱਕ ਦੀ ਮੁਆਫੀ ਬਖਸ਼ੋ। ਅਦਬ ਸਤਿਕਾਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਕੀਰਤਨ ਸੁਣੋ ਗੁਰਮੁਖ ਪਿਆਰਿਓ।